ਜਿਹੜੀਆਂ ਚੀਜ਼ਾਂ ਤੁਸੀਂ ਪਹਿਲਾਂ ਕੀਤੀਆਂ ਨੇ ਉੱਥੋਂ ਹੀ ਸ਼ੁਰੂ ਕਰਾਂਗੇ। ਕੁਝ ਜਿਵੇਂ ਚੀਜ਼ਾਂ ਪਹਿਲਾਂ ਤੇ ਤੁਹਾਡੀ ਜਿਹੜੀ ਮੁੱਢਲੀ ਜਾਣਕਾਰੀ ਹੈ ਉੱਥੋਂ ਹੀ ਆਏਗੀ, ਇਹ ਕੋਈ ਨਵੀਂ ਇੱਕਦਮ ਤੋਂ ਗੱਲ ਨਹੀਂ ਕਰਾਂਗੇ। ਵਰਕ ਪਾਰ ਐਂਡ એનર્ਜੀ ਸੋ ਆਪਾਂ ਵਰਕ ਪਾਰ ਐਂਡ એનર્ਜੀ ਦੀ ਗੱਲ ਕਰਨ ਜਾ ਰਹੇ ਹਾਂ। એનર્ਜੀ ਤੇ ਸਪੈਸ਼ਲੀ ਮਕੈਨੀਕਲ એનર્ਜੀ ਹੋਏਗੀ। ਚਲੋ ਮੈਂ ਉਹਦੇ ਬਾਰੇ ਫਿਰ ਗੱਲ ਕਰਦਾ। ਇਹਦੇ ਵਿੱਚ ਤੁਹਾਨੂੰ ਕੀ ਹੈ ਕਿ ਤੁਹਾਨੂੰ ਬੇਸਿਕ ਚੀਜ਼ਾਂ ਸਾਰਿਆਂ ਬਾਰੇ ਪਤਾ ਨੇ। ਜਿਵੇਂ ਤੁਹਾਨੂੰ ਪਤਾ ਕਿ ਵਰਕ ਕੀ ਹੁੰਦਾ ਹੈ, ਜਿਵੇਂ ਤੁਸੀਂ ਵਰਕ ਨੂੰ ਡਿਫਾਈਨ ਕਰ ਸਕਦੇ ਹੋ। ਤੁਹਾਨੂੰ ਪਤਾ ਵਰਕ ਕੀ ਹੁੰਦਾ ਹੈ। ਆਪਾਂ ਪਹਿਲਾਂ ਵੀ ਗੱਲ ਕੀਤੀ ਜਦੋਂ ਮੈਂ ਡਾਟ ਪ੍ਰੋਡਕਟ ਆਫ ਟੂ ਵੈਕਟਰਸ ਕਰਾ ਰਿਹਾ ਸੀ ਕਿ ਅਗਰ ਕੋਈ ਵੀ ਬੋਡੀ ਹੈ, ਉਸ ਬੋਡੀ ਨੂੰ ਕੋਈ ਵੀ ਫੋਰਸ ਲੱਗਦਾ ਹੈ, ਉਹਦੇ ਕਰਕੇ ਉਹ ਬੋਡੀ ਡਿਸਪਲੇਸ ਹੁੰਦੀ ਹੈ ਤੇ ਡਿਸਪਲੇਸਮੈਂਟ ਉਹਦੀ ਮੰਨ ਲਓ ਐਸ ਵੈਕਟਰ ਹੁੰਦੀ ਹੈ ਤੇ ਫੋਰਸ ਤੇ ਡਿਸਪਲੇਸਮੈਂਟ ਵਿੱਚ ਮੰਨ ਲਓ ਥੀਟਾ ਐਂਗਲ ਹੁੰਦਾ ਹੈ। then ਆਪਾਂ ਵਰਕ ਕਿਵੇਂ ਡਿਫਾਈਨ ਕੀਤਾ ਸੀ? ਵਰਕ ਵਾਸ ਡਿਫਾਈਨਡ ਐਜ਼ ਦਾ ਫੋਰਸ ਡਾਟ ਪ੍ਰੋਡਕਟ ਵਿਦ ਡਿਸਪਲੇਸਮੈਂਟ ਐਂਡ ਵਰਕ ਇਜ਼ ਅ ਸਕੇਲਰ ਕੁਆਂਟੀਟੀ। ਇਹ ਇੱਕਦਮ ਜਨਰਲ ਗੱਲ ਹੈ। ਆਪਾਂ ਪਹਿਲਾਂ 9th ਵਿੱਚ ਵੀ ਇਹ ਕਰ ਸਕਦੇ ਹਾਂ। ਕਿਤੇ 9th 'ਚ ਆਪਾਂ ਕੀ ਕਰਦੇ ਸੀ? 9th 'ਚ ਆਪਾਂ ਫੋਰਸ ਜਿਹੜਾ ਆ ਡਿਸਪਲੇਸਮੈਂਟ ਦੀ ਡਾਇਰੈਕਸ਼ਨ 'ਚ ਹੀ ਲੈਂਦੇ ਸੀ। ਤੇ 9th ਕਲਾਸ ਦੇ ਵਿੱਚ ਆਪਾਂ ਲੋਅਰ ਕਲਾਸਿਸ ਦੇ ਵਿੱਚ ਆਪਾਂ ਵਰਕ ਨੂੰ ਲਿਖਦੇ ਸੀ ਸਿੱਧਾ ਹੀ ਮਲਟੀਪਲੀਕੇਸ਼ਨ, ਕਿਉਂਕਿ ਤੇ ਡਾਟ ਪ੍ਰੋਡਕਟ ਤੁਸੀਂ ਸੁਣਿਆ ਵੀ ਨਹੀਂ ਸੀਗਾ ਕਿ ਡਾਟ ਕੀ ਹੁੰਦਾ, ਕ੍ਰਾਸ ਕੀ ਹੁੰਦਾ, ਜਾਂ ਅਲੱਗ-ਅਲੱਗ ਹੁੰਦੇ ਨੇ ਵੈਕਟਰ। ਤੁਸੀਂ ਕਹਿੰਦੇ ਫੋਰਸ ਇਨਟੂ ਡਿਸਪਲੇਸਮੈਂਟ, ਤੁਸੀਂ ਸਿਰਫ ਆ ਕਰਦੇ ਸੀ। ਕਿਉਂਕਿ ਲੋਅਰ ਕਲਾਸਿਸ ਦੇ ਵਿੱਚ ਸਾਡੇ ਕੋਲ ਜਿਹੜੀ ਪ੍ਰੋਬਲਮ ਹੁੰਦੀ ਸੀ, ਉਹ ਪ੍ਰੋਬਲਮ ਹੀ ਇਸ ਤਰ੍ਹਾਂ ਆਉਂਦੀ ਸੀ ਕਿ ਇੱਕ ਬੋਡੀ ਹੈ, ਉਸ ਨੂੰ ਫੋਰਸ ਲੱਗਿਆ ਤੇ ਉਹਦੇ ਨਾਲ ਬੋਡੀ ਡਿਸਪਲੇਸ ਹੋਈ। ਸੋ ਮੈंने ਬੇਸਿਕਲੀ ਕੀ ਹੈ ਕਿ ਸਭ ਕੁਝ ਇੱਕ ਹੀ ਦਿਸ਼ਾ ਵਿੱਚ ਹੁੰਦਾ ਸੀ। ਸੋ ਲੋਅਰ ਕਲਾਸਿਸ ਵਿੱਚ ਜੋ ਆਪਾਂ ਕੰਮ ਕੀਤਾ ਉਹਦੇ ਵਿੱਚ ਫੋਰਸ ਤੇ ਡਿਸਪਲੇਸਮੈਂਟ ਵਿੱਚ ਐਂਗਲ ਜਿਹੜਾ ਆ ਉਹਦਾ ਆਪਾਂ ਜ਼ਿਕਰ ਵੀ ਨਹੀਂ ਕਰਦੇ ਸੀ, ਕਿਉਂਕਿ ਆਪਾਂ ਇੱਕ ਸਹਿਜ ਮੰਨ ਕੇ ਹੀ ਚੱਲਦੇ ਸੀ ਕਿ ਵੀ ਫੋਰਸ ਜਿਹੜੀ ਡਾਇਰੈਕਸ਼ਨ 'ਚ ਲਗਾਇਆ, ਡਿਸਪਲੇਸਮੈਂਟ ਉਸ ਡਾਇਰੈਕਸ਼ਨ 'ਚ ਹੋਈ, ਤਾਂ ਗੱਲ ਖਤਮ। ਸੋ ਆਪਾਂ ਫੋਰਸ ਨੂੰ ਡਿਸਪਲੇਸਮੈਂਟ ਨਾਲ ਸਿੱਧਾ ਗੁਣਾ ਕਰਦੇ ਸੀ। ਹਾਲਾਂਕਿ ਡਾਟ ਪ੍ਰੋਡਕਟ ਦੀ ਡੈਫੀਨੇਸ਼ਨ ਨੇ ਕੁਝ ਬਦਲਿਆ ਨਹੀਂ ਹੈ, ਕਿਉਂਕਿ ਤੁਸੀਂ ਸੋਚੋ ਜੇ ਤੁਸੀਂ ਇਹਨੂੰ ਡਾਟ ਪ੍ਰੋਡਕਟ ਵੀ ਕਰ ਦਿੰਦੇ ਇੱਥੇ ਤਾਂ ਉਹਨੇ ਕੀ ਆਣਾ ਸੀ? ਵਰਕ ਡਨ ਨੇ ਉਹਨੇ ਆਣਾ ਸੀ ਫੋਰਸ ਦਾ ਮੈਗਨੀਟਿਊਡ, ਡਿਸਪਲੇਸਮੈਂਟ ਦਾ ਮੈਗਨੀਟਿਊਡ ਤੇ cos of angle between them is 0 degree। cos 0 degree 1 ਹੁੰਦਾ ਹੈ। ਸੋ ਬੇਸਿਕਲੀ ਉਹ fs ਹੀ ਬਣ ਜਾਣਾ ਸੀ, ਜੋ ਕਿ ਆਪਾਂ ਪਹਿਲਾਂ ਯੂਜ਼ ਕਰਦੇ ਸੀ। ਸੋ ਹੁਣ ਆਪਾਂ ਨਵੀਂ ਤਰ੍ਹਾਂ ਜਿਹੜੀ ਵਰਕ ਨੂੰ ਡਿਫਾਈਨ ਕਰਕੇ ਚੱਲੇ ਸੀ ਡਾਟ ਪ੍ਰੋਡਕਟ ਦੇ ਵਿੱਚ, that work is defined as force f dot s। ਵਰਕ ਦਾ ਮਤਲਬ ਤੁਸੀਂ ਉਦਾਂ ਨਹੀਂ ਲੈਣਾ ਕਿ ਜਿਵੇਂ ਹੋਮਵਰਕ ਹੁੰਦਾ ਹੈ, ਜਾਂ ਫਿਰ ਕੋਈ ਬੰਦਾ ਕਹੇ ਮੈਨੂੰ ਯਾਰ ਅੱਜ ਬਹੁਤ ਕੰਮ ਆ, ਅੱਜ ਮੈਂ ਕੰਮ 'ਚ ਬਿਜ਼ੀ ਸੀ, ਇਹ ਉਹ ਵਾਲਾ ਕੰਮ ਨਹੀਂ। ਫਿਜ਼ਿਕਸ ਦੇ ਵਿੱਚ ਵਰਕ ਡਨ ਦੀ ਡੈਫੀਨੇਸ਼ਨ ਆਈ ਹੋਏਗੀ that ਜਦੋਂ ਕਿਸੇ ਬੋਡੀ ਨੂੰ ਡਿਸਪਲੇਸ ਕੀਤਾ ਜਾਏਗਾ ਕਿਸੇ ਫੋਰਸ ਦੇ ਕਰਕੇ, ਠੀਕ ਹੈ। ਸੋ ਸਮਟਾਈਮਸ ਕੋਈ ਫੋਰਸ ਹੋ ਸਕਦਾ ਹੈ ਕਿ ਕਿਸੇ ਡਿਸਪਲੇਸਮੈਂਟ ਦਾ ਕਾਰਨ ਹੋਵੇ ਵੀ ਜਾਂ ਨਾ ਵੀ ਹੋਵੇ, ਪਰ ਤਾਂ ਵੀ ਆਪਾਂ ਉਸ ਫੋਰਸ ਦੇ ਲਈ ਜਿਹੜਾ ਵਰਕ ਡਨ ਹੈ ਉਹ ਐਂ ਕੈਲਕੂਲੇਟ ਕਰਾਂਗੇ। ਉਹ ਵਾਲਾ ਫੋਰਸ ਤੇ ਉਹੀ ਵਾਲੀ ਡਿਸਪਲੇਸਮੈਂਟ ਲੈ ਕੇ ਇਹਨੂੰ ਡਾਟ ਪ੍ਰੋਡਕਟ ਕਰਾਂਗੇ। ਇਹ ਵਰਕ ਦੇ ਬਾਰੇ ਹੈ। ਦੂਸਰੀ ਜਿਹੜੀ ਗੱਲ ਬੜੀ ਇੰਪੋਰਟੈਂਟ ਹੈ ਉਹ ਹੈਗੀ એનર્ਜੀ ਦੇ ਬਾਰੇ। એનર્ਜੀ ਬਾਰੇ ਤੁਹਾਨੂੰ ਪਤਾ એનર્ਜੀ ਨੂੰ ਕਿਵੇਂ ਡਿਫਾਈਨ ਕਰਦੇ ਸੀ? ਤੁਸੀਂ એનર્ਜੀ ਨੂੰ ਕਹਿੰਦੇ ਸੀ ਐਬਿਲਿਟੀ ਟੂ ਡੂ ਵਰਕ, ਹਨਾ, ਜਾਂ ਕੈਪੈਸਿਟੀ ਟੂ ਡੂ ਵਰਕ। ਐਬਿਲਿਟੀ ਟੂ ਡੂ ਵਰਕ ਨੂੰ ਆਪਾਂ ਕੀ ਕਹਿੰਦੇ ਵੀ એનર્ਜੀ ਹੁੰਦੀ ਹੈ। એનર્ਜੀ ਇਜ਼ ਡਿਫਾਈਨਡ ਐਜ਼ ਦ ਐਬਿਲਿਟੀ ਟੂ ਡੂ ਵਰਕ। ਮਤਲਬ એનર્ਜੀ ਜਿੰਨੀ ਜ਼ਿਆਦਾ ਹੋਏਗੀ ਉਨਾ ਹੀ ਜ਼ਿਆਦਾ ਬੰਦਾ ਵਰਕ ਕਰ ਸਕਦਾ ਹੈ, ਮਤਲਬ ਉਨੀ ਹੀ ਜ਼ਿਆਦਾ ਕੋਈ ਬੋਡੀ ਵਰਕ ਕਰ ਸਕਦੀ ਹੈ ਜਿੰਨਾ ਉਹ 'ਚ ਜ਼ਿਆਦਾ એનર્ਜੀ ਹੈ। ਸੋ ਇਹਦਾ ਮਤਲਬ એનર્ਜੀ ਤੇ ਵਰਕ ਦੇ ਵਿੱਚ, ਇਹਦੇ ਵਿੱਚ ਕੀ ਆ, ਮੈਂ ਤੁਹਾਨੂੰ ਆ ਦੋ ਗੱਲਾਂ ਵਰਕ ਨੂੰ ਤੇ એનર્ਜੀ ਨੂੰ ਇੱਕ ਹੀ ਬਾਕਸ ਵਿੱਚ ਰੱਖ ਦਿੰਦਾ, ਕਿਉਂਕਿ ਆ ਜਿਹੜੀ ਦੋਨੋਂ ਗੱਲਾਂ ਨੇ ਇਹ ਬੇਸਿਕਲੀ ਸੇਮ ਨੇ। ਵਰਕ ਤੇ એનર્ਜੀ ਇਹ ਭਾਵੇਂ ਇਹਨਾਂ ਨੇ ਲਿਖਿਆ ਇੱਥੇ ਇਸ ਤਰ੍ਹਾਂ ਹੈ ਚੈਪਟਰ ਦੇ ਨਾਮ ਵਿੱਚ ਤਾਂ ਤਿੰਨੋਂ ਸ਼ਬਦ ਲਿਖੇ ਨੇ ਵਰਕ ਪਾਰ એનર્ਜੀ, ਪਰ ਅਸਲ ਵਿੱਚ ਜਿਹੜਾ ਵਰਕ ਹੁੰਦਾ ਆ ਤੇ એનર્ਜੀ ਹੁੰਦੀ ਆ ਉਹ ਦੋਨੋਂ ਸੇਮ ਇਕੁਇਵਲੈਂਟ ਚੀਜ਼ਾਂ ਹੁੰਦੀਆਂ ਨੇ। ਇਸ ਲਈ ਵਰਕ ਦੀ ਜਿਹੜੀ ਡਾਇਮੈਂਸ਼ਨਲ ਫਾਰਮੂਲਾ ਹੈ ਤੇ એનર્ਜੀ ਦਾ ਡਾਇਮੈਂਸ਼ਨਲ ਫਾਰਮੂਲਾ ਸੇਮ ਹੁੰਦਾ ਹੈ, ਦੋਨਾਂ ਦੇ ਯੂਨਿਟਸ ਵੀ ਸੇਮ ਹੁੰਦੇ। ਤੇ ਵਰਕ ਦੇ ਯੂਨਿਟਸ ਕੀ ਹੁੰਦੇ ਨੇ ਤੁਹਾਨੂੰ ਪਤਾ? ਨਿਊਟਨ ਮੀਟਰ, ਜਾਂ ਫਿਰ ਨਿਊਟਨ ਮੀਟਰ ਨੂੰ ਕੀ ਕਹਿੰਦੇ ਨੇ ਆਪਾਂ? ਜਾਊਲ, ਜਾਂ ਫਿਰ ਇਹਨੂੰ ਕੀ ਕਹਿ ਸਕਦੇ ਆ ਆਪਾਂ? किलोग्राम मीटर स्क्वायर पर सेकंड स्क्वायर। सो जो मर्जी कह लो, सब ऐसा यूनिट ही है। इस तरह ही एनर्जी की यूनिट्स भी यही ने। ते एनर्जी ते वर्क जिहड़े ने इहनूं बहुत ध्यान नाल समझो कि वर्क एंड एनर्जी जिहड़े ने ये की ने? इक्विवेलेंट टर्म्स ने। इक्विवेलेंट टर्म्स ने मतलब कि जिन्ना ज़्यादा वर्क किया गया उन्नी ज़्यादा एनर्जी खर्च हो गई, या कह लो कि जिन्नी ज़्यादा एनर्जी हैगी आ उन्ना ही ज़्यादा वर्क किया जा सकता। सो इन्हों आप सिमिलर लैके चलते हैं। सो एक जी नवी चीज़ तीसरी होंगी है वो होंगी है पावर। तो पावर की होंगी है? पावर होंगी रेट ऑफ डूइंग वर्क या फिर रेट ऑफ कंजम्पशन ऑफ एनर्जी। दो तरह इनू डिफाइन किया जाता है, क्योंकि जिवें आ दोनों एक दूसरे बदल सकते हैं। सो पावर नूं असीं कह दिंदे रेट ऑफ डूइंग वर्क या फिर रेट ऑफ कंजम्पशन ऑफ
एनर्जी, ਇਹਨੂੰ ਕਹਿੰਦੇ ਆ ਪਾਵਰ। ਹੁਣ ਜਿਵੇਂ ਆ ਕੰਜ਼ੰਪਸ਼ਨ ਆਫ એનર્ਜੀ ਵਾਲੀ ਚੀਜ਼ ਆਪਾਂ ਜ਼ਿਆਦਾਤਰ ਬਿਜਲੀ ਲਈ ਲੈਂਦੇ ਆ। ਜਿਹੜੀ ਬਿਜਲੀ ਆ ਜਿਵੇਂ ਏਸੀ ਆ, ਏਸੀ ਜ਼ਿਆਦਾ ਬਿਜਲੀ ਤੇਜ਼ੀ ਨਾਲ ਕੰਜ਼ਿਊਮ ਕਰਦਾ ਹੈ, ਰੇਟ ਆਫ ਕੰਜ਼ੰਪਸ਼ਨ ਆਫ એનર્ਜੀ ਜ਼ਿਆਦਾ ਹੁੰਦੀ ਹੈ, ਥੋੜੇ ਟਾਈਮ 'ਚ ਹੀ ਜ਼ਿਆਦਾ એનર્ਜੀ ਕੰਜ਼ਿਊਮ ਕਰਦਾ ਹੈ। ਨਾਰਮਲ ਛੋਟਾ ਜਿਹਾ ਐਲਈਡੀ ਬਲਬ ਲੈ ਲਓ 8-10 ਵਾਟ ਦਾ, ਉਹ ਬਹੁਤ ਘੱਟ ਬਿਜਲੀ ਖਰਚਦਾ ਹੈ। ਹੋ ਸਕਦਾ ਉਹ ਸਾਰੇ ਦਿਨ 'ਚ ਉਨੀ ਬਿਜਲੀ ਨਹੀਂ ਖਾ ਸਕਦਾ ਜਿੰਨੀ ਏਸੀ ਆਪਣਾ ਅੱਧੇ ਘੰਟੇ 'ਚ ਖਾ ਜਾਂਦਾ। ਚਲੋ ਇਹਦੇ ਬਾਰੇ ਆਪਾਂ +2 'ਚ ਜ਼ਿਆਦਾ ਡਿਟੇਲ 'ਚ ਗੱਲ ਕਰਾਂਗੇ, ਉੱਥੇ ਆਪਾਂ ਇਹਦੇ ਬਾਰੇ ਗੱਲ ਆਏਗੀ। ਪਰ ਫਿਲਹਾਲ ਆਪਾਂ ਪਾਵਰ ਨੂੰ ਕਿਵੇਂ ਡਿਫਾਈਨ ਕਰਦੇ ਹਾਂ? ਪਾਵਰ ਨੂੰ ਆਪਾਂ ਡਿਫਾਈਨ ਕਰਦੇ ਹਾਂ, ਪਾਵਰ ਨੂੰ ਆਪਾਂ ਜਾਂ ਤਾਂ ਡਿਫਾਈਨ ਕਰ ਦਾਂਗੇ ਕਿ ਜਿਹੜੀ ਬੋਡੀ ਨੇ ਵਰਕ ਡਨ ਕੀਤਾ ਬਟਾ ਜਿੰਨਾ ਨੂੰ ਟਾਈਮ ਲੱਗਿਆ, ਜਾਂ ਫਿਰ ਪਾਵਰ ਨੂੰ ਆਪਾਂ ਕਹਿ ਦਿੰਦੇ ਹਾਂ ਜਿੰਨੀ એનર્ਜੀ ਕੰਜ਼ਿਊਮ ਹੋਈ ਬਟਾ ਜਿੰਨਾ ਨੂੰ ਟਾਈਮ ਲੱਗਿਆ। ਸੋ ਪਾਵਰ ਦੇ ਯੂਨਿਟਸ ਕੀ ਹੁੰਦੇ ਨੇ? ਹੁਣ ਤੁਹਾਨੂੰ ਪਤਾ ਪਾਵਰ ਦੇ ਯੂਨਿਟਸ ਕੀ ਹੋਣਗੇ? ਐਸਾ ਯੂਨਿਟ ਜਾਊਲ ਪਰ ਸੈਕਿੰਡ, ਤੇ ਜਾਊਲ ਪਰ ਸੈਕਿੰਡ ਦਾ ਕੀ ਨਾਮ ਰੱਖਿਆ ਆਪਾਂ? ਵਾਟ। ਵਾਟ, ਇਹ ਆਪਣੀ ਐਸਆਈ ਯੂਨਿਟ ਹੈ, ਵਾਟ। ਸੋ ਆਪਾਂ ਇਹਨੂੰ ਜਿਵੇਂ ਮਰਜ਼ੀ ਇੱਥੇ ਯੂਜ਼ ਕਰ ਸਕਦੇ ਹਾਂ। ਸੋ ਆ ਸੀਗਾ ਸਿਰਫ ਇੱਕ ਬੇਸਿਕ ਇੰਟਰੋਡਕਸ਼ਨ ਆਪਣੇ ਇਸ ਚੈਪਟਰ ਦੇ ਵਿੱਚ ਜੋ ਵਰਕ ਕਰਨਾ ਹੈ, ਵਰਕ, એનર્ਜੀ ਐਂਡ ਪਾਵਰ। ਇੱਕ ਇਸੇ ਇੰਟਰੋਡਕਸ਼ਨ 'ਚ ਥੋੜੀ ਜਿਹੀ ਚੀਜ਼ ਹੋਰ ਜੋੜ ਦਿੰਦਾ ਕਿ ਅਸੀਂ ਜਿਹੜੀ એનર્ਜੀ ਦੀ ਗੱਲ ਇੱਥੇ ਕਰਾਂਗੇ ਇਸ ਚੈਪਟਰ ਦੇ ਵਿੱਚ, ਉਹ એનર્ਜੀ ਬੇਸਿਕਲੀ ਮਕੈਨੀਕਲ એનર્ਜੀ ਹੋਵੇਗੀ। ਇਸ ਪੂਰੇ ਚੈਪਟਰ ਵਿੱਚ ਅਸੀਂ ਮਕੈਨੀਕਲ એનર્ਜੀ ਦੀ ਗੱਲ ਕਰਾਂਗੇ। એનર્ਜੀ ਤਾਂ ਬਹੁਤ ਤਰ੍ਹਾਂ ਦੀ ਹੁੰਦੀ ਹੈ, ਪਰ ਅਸੀਂ ਇੱਥੇ ਮਕੈਨੀਕਲ એનર્ਜੀ ਦੀ ਗੱਲ ਕਰਾਂਗੇ। ਮਕੈਨੀਕਲ એનર્ਜੀ ਜਿਹੜੀ ਹੈ ਮੁੱਖ ਤੌਰ ਤੇ ਆਪਣੇ ਕੋਲ ਤਿੰਨ ਤਰ੍ਹਾਂ ਆਪਾਂ ਲੈ ਲੈਣੇ ਇਹਨੂੰ। ਇੱਕ ਤਾਂ ਚਲੋ ਕਹਿੰਦੇ ਆਪਾਂ ਪੋਟੈਂਸ਼ੀਅਲ એનર્ਜੀ, ਇਹਦੇ ਬਾਰੇ ਖੁੱਲ ਕੇ ਗੱਲ ਕਰਾਂਗੇ ਪੋਟੈਂਸ਼ੀਅਲ એનર્ਜੀ ਕੀ ਹੁੰਦੀ ਹੈ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਪੋਟੈਂਸ਼ੀਅਲ એનર્ਜੀ ਬਹੁਤ ਹੀ ਜ਼ਰੂਰੀ ਕਨਸੈਪਟ ਹੈ। ਇੱਕ ਹੁੰਦੀ ਹੈ ਕਾਈਨੈਟਿਕ એનર્ਜੀ, ਜਿਹਦੇ ਕਿ ਫਾਰਮੂਲੇ ਤੁਹਾਨੂੰ ਪਤਾ ਰਹੇ ਨੇ, ਪਰ ਤੁਸੀਂ ਇਹਨਾਂ ਫਾਰਮੂਲਿਆਂ ਨੂੰ ਥੋੜਾ ਹੁਣ ਥੋੜਾ ਅਲੱਗ-ਅਲੱਗ ਕਰਕੇ ਵੀ ਦੇਖੋਗੇ ਤੇ ਉਹਨਾਂ ਦੇ ਵਿੱਚ ਕਾਮਨ ਚੀਜ਼ਾਂ ਵੀ ਦੇਖੋਗੇ। ਤੇ ਉਸ ਤੋਂ ਬਾਅਦ ਇੱਕ ਰੋਟੇਸ਼ਨਲ ਕਾਈਨੈਟਿਕ એનર્ਜੀ ਵੀ ਹੁੰਦੀ ਹੈ, ਰੋਟੇਸ਼ਨਲ ਕਾਈਨੈਟਿਕ એનર્ਜੀ ਵੀ ਹੁੰਦੀ ਹੈ। ਇਹਦੇ ਬਾਰੇ ਆਪਾਂ ਚਲੋ ਹੋ ਸਕਦਾ ਜ਼ਿਆਦਾ ਗੱਲ ਆਪਾਂ ਅਗਲੇ ਚੈਪਟਰ ਵਿੱਚ ਕਰਾਂਗੇ, ਰੋਟੇਸ਼ਨਲ ਮੋਸ਼ਨ ਵਾਲੇ 'ਚ ਅਗਲੇ ਯੂਨਿਟ ਦੇ ਵਿੱਚ। ਮੁੱਖ ਤੌਰ ਤੇ ਇੱਥੇ ਆਪਣੀ ਪੋਟੈਂਸ਼ੀਅਲ ਤੇ ਕਾਈਨੈਟਿਕ એનર્ਜੀ ਬਾਰੇ ਗੱਲ ਚੱਲਦੀ ਰਹੇਗੀ। ਪੋਟੈਂਸ਼ੀਅਲ એનર્ਜੀ ਬਾਰੇ ਕਿਸੇ 9ਵੀਂ ਕਲਾਸ ਦੇ ਬੱਚੇ ਨੂੰ ਪੁੱਛਿਆ ਜਾਵੇ ਤਾਂ ਫਾਰਮੂਲਾ ਉਹ mgh ਦੱਸ ਦਿੰਦਾ ਆ, ਤੇ ਕਾਈਨੈਟਿਕ એનર્ਜੀ ਦਾ ਫਾਰਮੂਲਾ ਉਹ ਹਾਫ mv² ਦੱਸ ਦਿੰਦਾ ਆ। ਠੀਕ ਹੈ, ਪਰ ਇਹ ਫਾਰਮੂਲੇ ਕਿੱਥੇ ਗਏ ਆਏ ਨੇ, ਕਿੱਥੋਂ? ਇਹਨਾਂ ਦੀ ਜੜ ਵਿੱਚ ਜਾਵਾਂਗੇ ਆਪਾਂ ਕਿ ਇਹ ਆਏ ਕਿੱਥੋਂ ਨੇ, ਤੇ ਇਹ ਵਰਕ એનર્ਜੀ ਇਕੁਇਵਲੈਂਸ ਵਿੱਚੋਂ ਹੀ ਨਿਕਲੇ ਨੇ ਤੇ ਇਹਨਾਂ ਦੀ ਡੈਰੀਵੇਸ਼ਨਸ। ਜਿਹੜਾ mgh ਹੈ ਇਹਨੂੰ ਤਾਂ ਬਹੁਤ ਜ਼ਿਆਦਾ ਹੀ ਇੰਪਰੂਵਮੈਂਟ ਦੀ ਲੋੜ ਆ, ਇਹ ਤਾਂ ਬਾਰੇ ਤਾਂ ਬਹੁਤ ਜ਼ਿਆਦਾ ਗੱਲ ਸਮਝਣ ਦੀ ਲੋੜ ਆ। ਇਹ ਆਪਾਂ ਪੜਾਂਗੇ ਗ੍ਰੈਵੀਟੇਸ਼ਨ ਦੇ ਵਿੱਚ ਚੰਗੀ ਤਰ੍ਹਾਂ। ਗ੍ਰੈਵੀਟੇਸ਼ਨ ਵਾਲਾ ਜਿਹੜਾ ਚੈਪਟਰ ਆਏਗਾ ਉਹਦੇ ਵਿੱਚ ਆਪਾਂ ਪੜਾਂਗੇ, ਜਿਹੜਾ ਰੋਟੇਸ਼ਨਲ ਤੋਂ ਬਾਅਦ ਆਏਗਾ, 6ਵਾਂ ਯੂਨਿਟ ਆਏਗਾ ਤੁਹਾਡਾ। ਸੋ ਤੁਹਾਨੂੰ ਬਹੁਤ ਡਿਟੇਲ 'ਚ ਬਹੁਤ ਚੀਜ਼ਾਂ ਨੂੰ ਸਿੱਖਣ ਦਾ ਮੌਕਾ ਮਿਲਣ ਵਾਲਾ ਹੈ ਅਗਲੇ 1-1.5 ਮਹੀਨੇ ਵਿੱਚ। ਪਰ ਆਪਾਂ ਫਿਲਹਾਲ ਆਪਣੇ ਇਸ ਚੈਪਟਰ ਦੇ ਕੰਟੈਕਸਟ ਵਿੱਚ ਜਿਹੜਾ ਜ਼ਰੂਰੀ ਹੈ ਜਿਵੇਂ ਹੈਗਾ ਉਵੇਂ ਹੀ ਗੱਲ ਕਰਾਂਗੇ। ਹੁਣ ਜਿਵੇਂ ਆਪਾਂ ਇਹਨੂੰ ਪੋਟੈਂਸ਼ੀਅਲ એનર્ਜੀ ਨੂੰ ਇੱਥੇ ਤੱਕ ਹੀ ਨਹੀਂ ਸੀਮਿਤ ਰੱਖਾਂਗੇ। ਪੋਟੈਂਸ਼ੀਅਲ એનર્ਜੀ ਕਈ ਚੀਜ਼ਾਂ ਦੀ ਹੁੰਦੀ ਹੈ, ਸਪਰਿੰਗ ਵਿੱਚ ਵੀ ਹੋ ਸਕਦੀ ਹੈ, ਇਲੈਕਟ੍ਰੋਸਟੈਟਿਕ ਵੀ ਹੋ ਸਕਦੀ ਹੈ, ਮੈਗਨੈਟਿਕ ਵੀ ਹੋ ਸਕਦੀ ਹੈ। ਸੋ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਤੇ ਕਾਈਨੈਟਿਕ ਤੇ ਆਪਾਂ ਮੁੱਖ ਜ਼ੋਰ ਰੱਖਾਂਗੇ ਆਪਣਾ। ਚਲੋ ਹੁਣ ਆਪਾਂ ਐਂ ਕਰਦੇ ਹਾਂ, ਹੁਣ ਆਪਾਂ ਇਹਨੂੰ ਗੱਲ ਨੂੰ ਸ਼ੁਰੂ ਕਰਦੇ ਹਾਂ। ਹਲੇ ਮੈਂ ਸਿਰਫ ਇੰਟਰੋਡਕਸ਼ਨ ਦਿੱਤਾ ਤੁਹਾਨੂੰ ਵਰਕ ਪਾਵਰ એનર્ਜੀ ਚੈਪਟਰ ਦਾ, ਠੀਕ ਹੈ ਜੀ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ। ਹੁਣ ਦੇਖੋ, ਸਭ ਤੋਂ ਪਹਿਲਾਂ ਜਿਹੜਾ ਵਰਕ ਹੈ, ਆਪਾਂ ਵਰਕ ਬਾਰੇ ਗੱਲ ਕਰਾਂਗੇ। ਜਿਹੜਾ ਵਰਕ ਹੈ, ਵਰਕ ਨੂੰ ਆਪਾਂ ਮਤਲਬ ਇਹਨੂੰ ਅਲੱਗ-ਅਲੱਗ ਹਿੱਸਿਆਂ ਵਿੱਚ ਗੱਲ ਕਰਦੇ ਹਾਂ ਵੀ ਜੇ ਵਰਕ એનર્ਜੀ ਕਿਹੜੀ-ਕਿਹੜੀ ਅਲੱਗ-ਅਲੱਗ ਸਿਚੁਏਸ਼ਨ 'ਚ ਕਿਵੇਂ-ਕਿਵੇਂ ਕੈਲਕੂਲੇਟ ਕੀਤਾ ਜਾਂਦਾ ਹੈ। ਸਭ ਤੋਂ ਪਹਿਲੀ ਜਿਹੜੀ ਵਰਕ ਦੀ ਗੱਲ ਇਹ ਹੈ, ਵਰਕ ਡਨ ਬਾय ਕਾਂਸਟੈਂਟ ਫੋਰਸ ਕੀ ਹੋਏਗਾ? ਵਰਕ ਡਨ, ਕਿਉਂਕਿ ਜਿਹੜਾ ਆਪਣੇ ਦਿਮਾਗ ਸਭ ਤੋਂ ਪਹਿਲਾ ਆਈਡੀਆ ਹੁੰਦਾ ਨਾ, ਜਿਹੜਾ ਫਾਰਮੂਲਾ ਹੁੰਦਾ ਉਹ ਵਰਕ ਕਾਂਸਟੈਂਟ ਫੋਰਸ ਕਰਕੇ ਹੁੰਦਾ ਹੈ। ਵਰਕ ਡਨ ਬਾय ਅ ਕਾਂਸਟੈਂਟ ਫੋਰਸ, ਇਹ ਪਹਿਲਾ ਆਈਡੀਆ ਆਪਣਾ। ਤੇ ਕਾਂਸਟੈਂਟ ਫੋਰਸ ਜਿਹੜਾ ਹੁੰਦਾ ਇਹਦਾ ਮਤਲਬ ਕੀ ਹੈ? ਫੋਰਸ ਇੱਕ ਵੈਕਟਰ ਕੁਆਂਟੀਟੀ ਹੈ। ਸੋ ਕਾਂਸਟੈਂਟ ਫੋਰਸ ਦਾ ਮਤਲਬ ਹੈ ਕਿ ਜਿਹੜਾ ਫੋਰਸ ਹੈ ਉਸਦਾ ਮੈਗਨੀਟਿਊਡ ਵੀ ਸੇਮ ਰਹੇਗਾ ਜਾਂ ਕਾਂਸਟੈਂਟ ਰਹੇਗਾ, ਤੇ ਡਾਇਰੈਕਸ਼ਨ ਵੀ ਸੇਮ ਰਹੇਗੀ। ਇਹ ਦੋਨੋਂ ਚੀਜ਼ਾਂ ਬਦਲਣਗੀਆਂ ਨਹੀਂ ਪੂਰੇ ਦੇ ਪੂਰੇ ਡਿਸਪਲੇਸਮੈਂਟ ਦੇ ਦੌਰਾਨ। ਸੋ ਇਨ ਜਨਰਲ ਜੇ ਮੈਂ ਗੱਲ ਕਰਾਂ ਤਾਂ ਵਰਕ ਡਨ ਦਾ ਫਾਰਮੂਲਾ ਆਪਾਂ ਪਹਿਲਾਂ ਕਰ ਚੁੱਕੇ ਹਾਂ। ਵਰਕ ਡਨ ਇਜ਼ ਗਿਵਨ ਬਾय ਦ ਫੋਰਸ ਡਾਟ ਡਿਸਪਲੇਸਮੈਂਟ ਨੂੰ ਆਪਾਂ ਡੀ ਕਹਿ ਦਿੰਦੇ, ਚਲੋ ਇੱਥੇ ਡੀ ਡਿਸਪਲੇਸਮੈਂਟ, ਡੀ ਫॉर ਡਿਸਪਲੇਸਮੈਂਟ। ਸੋ ਆ ਇਹਨਾਂ ਦਾ ਡਾਟ ਪ੍ਰੋਡਕਟ ਹੋਏਗਾ। ਕਿਵੇਂ ਡਾਟ ਪ੍ਰੋਡਕਟ ਡਿਫਾਈਨ ਹੋਇਆ ਇਹ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ, ਜਦੋਂ ਮੈਂ ਡਾਟ ਪ੍ਰੋਡਕਟ ਦੱਸ ਰਿਹਾ ਸੀ ਕਿ ਮੈਂ ਕੀ ਕਰੂੰਗਾ, ਮੈਂ ਆਵਲਾ ਫੋਰਸ ਦੇ ਕੰਪੋਨੈਂਟ ਲਊਂਗਾ। ਇੱਕ ਫੋਰਸ ਕੰਪੋਨੈਂਟ ਰਹੇਗਾ F cos ਥੀਟਾ, ਇੱਕ ਆਏਗਾ ਵਰਟੀਕਲ F sin ਥੀਟਾ। ਤੇ ਤੁਹਾਨੂੰ ਪਤਾ ਕਿ F sin ਥੀਟਾ ਨੇ ਤਾਂ ਕੋਈ ਵਰਕ ਕਰਨਾ ਨਹੀਂ, ਕਿਉਂਕਿ ਉਹਨੇ ਤਾਂ ਬੋਡੀ ਨੂੰ ਇੱਧਰ ਲੈ ਕੇ ਜਾਣਾ ਨਹੀਂ, ਲੈ ਕੇ ਤਾਂ ਇਹਨੇ ਜਾਣਾ ਹੈ। ਸੋ ਆਪਾਂ ਇਸੇ ਹੀ 9th ਕਲਾਸ ਵਾਲੇ ਫਾਰਮੂਲੇ 'ਚ F ਦੀ ਜਗ੍ਹਾ ਤੇ F cos ਥੀਟਾ ਪੁੱਟ ਕਰਦੇ ਹਾਂ। ਉਹ ਆਪਣਾ ਫਿਰ ਡਾਟ ਪ੍ਰੋਡਕਟ ਦੀ ਤਰ੍ਹਾਂ ਡਿਫਾਈਨ ਹੋ ਜਾਂਦਾ ਜਿਵੇਂ ਆਪਾਂ ਪਹਿਲਾਂ ਕੀਤਾ।
ਆ ਹੁੰਦਾ ਵਰਕ ਡਨ। ਹੁਣ ਆਪਾਂ ਇਹਨੂੰ ਕੀ ਕਰਦੇ ਆ, ਆਪਾਂ ਦੇਖੋ ਵਰਕ ਡਨ ਜਿਹੜਾ ਇੱਥੇ ਜਿਹੜਾ ਫੋਰਸ ਹੋਏਗਾ ਇਹ ਵਰਕ ਡਨ ਹੋਏਗਾ, ਇਹਨੂੰ ਡਿਫਾਈਨ ਕਰਾਂਗੇ ਵਰਕ ਡਨ ਬਾय ਫੋਰਸ F, ਇਸ ਨੂੰ ਕਹਾਂਗੇ ਵਰਕ ਡਨ ਬਾय ਫੋਰਸ F। ਜੇ ਇੱਥੇ ਫੋਰਸ ਕੋਈ ਹੋਰ ਆ ਜਾਵੇ ਤਾਂ ਉਸ ਫੋਰਸ ਦਾ ਵਰਕ ਡਨ ਆ ਜਾਏਗਾ ਫਿਰ। ਸੋ ਆਪਾਂ ਅਲੱਗ-ਅਲੱਗ ਫੋਰਸਿਸ ਲਈ ਵਰਕ ਡਨ ਵੀ ਕੈਲਕੂਲੇਟ ਕਰ ਸਕਦੇ ਹਾਂ ਕਿਸੇ ਵੀ ਇੱਕ ਹੀ ਸਿਚੁਏਸ਼ਨ ਦੇ ਵਿੱਚ। ਕਿਵੇਂ ਕਰ ਸਕਦੇ ਹਾਂ ਉਹਦੇ ਲਈ ਤੁਸੀਂ ਸਮਝੋ, ਆਪਾਂ ਮੰਨ ਲਓ ਕਿ ਇੱਥੇ ਇੱਕ ਆਬਜੈਕਟ ਰੱਖ ਲਈਏ, ਇਸ ਤਰ੍ਹਾਂ ਇੱਕ ਰਫ ਸਰਫੇਸ ਲੈ ਲੈਣੇ ਆਪਾਂ ਸਭ ਤੋਂ ਪਹਿਲਾਂ। दिस इज द रफ सरफेस। रफ सरफेस ਦੇ ਉੱਪਰ ਕਿਉਂਕਿ ਸਾਰੇ ਫੋਰਸਿਸ ਇਕੱਠੇ ਜੇ ਸਮੂਥ ਲਵਾਂਗੇ ਤੁਹਾਨੂੰ ਪਤਾ ਫ੍ਰਿਕਸ਼ਨ ਨਹੀਂ ਹੋਏਗਾ, ਜੇ ਰਫ ਹੋਏਗਾ ਤਾਂ ਹੋਏਗਾ। ਆਪਾਂ ਇੱਥੇ ਇਕੱਠੇ ਸ਼ੋ ਕਰ ਦਿੰਦੇ ਹਾਂ। ਆਪਾਂ ਇਹਦੇ ਵਿੱਚ ਕੀ ਕਰਦੇ ਹਾਂ, ਆਪਾਂ ਇੱਕ ਆਬਜੈਕਟ ਰੱਖਦੇ ਹਾਂ ਇੱਥੇ ਤੇ ਉਸ ਆਬਜੈਕਟ ਨੂੰ ਆਪਾਂ ਅੱਗੇ ਲੈ ਕੇ ਜਾਣਾ ਹੈ। ਹੁਣ ਪਹਿਲੀ ਗੱਲ ਤਾਂ ਆਬਜੈਕਟ ਤੇ ਨੂੰ ਇੱਥੋਂ ਮੰਨ ਲਓ ਇੱਥੇ ਤੱਕ ਲੈ ਕੇ ਆਏ, ਇੱਥੇ ਤੱਕ ਲੈ ਕੇ ਆਏ ਤਾਂ ਆਬਜੈਕਟ ਦੇ ਉੱਪਰ ਤੁਹਾਨੂੰ ਪਤਾ ਕੀ ਲੱਗੀ ਹੋਏਗੀ, ਡਿਸਪਲੇਸਮੈਂਟ ਯਾਨੀ ਕਿੰਨੀ ਹੋ ਜਾਏਗੀ ਉਹਦੀ ਡਿਸਪਲੇਸਮੈਂਟ ਇੱਥੇ ਤੱਕ। ਸੋ ਇਹਨੂੰ ਤੁਸੀਂ ਕਹਿ ਸਕਦੇ ਹੋ ਆਹ ਜਿਹੜਾ ਵੈਕਟਰ ਹੈ ਇਹਦਾ ਡਿਸਪਲੇਸਮੈਂਟ ਵੈਕਟਰ ਹੈ, ਇਹਨੂੰ ਆਪਾਂ ਡੀ ਵੈਕਟਰ ਕਹਿ ਦਿੰਦੇ ਹਾਂ ਜਿਵੇਂ ਹੁਣੀ ਕਹਿ ਰਹੇ ਹਾਂ। ਹੁਣ ਮੰਨ ਲਓ ਕਿ ਇਹਦੇ ਉੱਪਰ ਜਿਹੜਾ ਐਕਸਟਰਨਲ ਫੋਰਸ ਲੱਗਿਆ ਆ, ਐਕਸਟਰਨਲ ਫੋਰਸ ਉਹ ਇਹ ਲੱਗਿਆ ਆ, ਉਹ ਕਿਸੇ ਵੀ ਐਂਗਲ ਕਿਸੇ ਵੀ ਡਾਇਰੈਕਸ਼ਨ 'ਚ ਲੱਗ ਸਕਦਾ ਹੈ। ਆ ਮੰਨ ਲਓ ਆਪਣਾ ਲੱਗਿਆ ਵਾ ਜਿਹੜਾ ਉੱਤੇ ਐਕਸਟਰਨਲ ਫੋਰਸ ਇੱਥੇ, ਤੇ ਐਕਸਟਰਨਲ ਫੋਰਸ ਦਾ ਆਪਾਂ ਨਾਮ ਰੱਖ ਦਿੰਦੇ ਹਾਂ ਐਫ ਵੈਕਟਰ, ਤੇ ਆਬਵੀਅਸਲੀ ਇਹਦਾ ਮੈਗਨੀਟਿਊਡ ਕੱਲਾ ਐਫ ਹੋਏਗਾ, ਮੈਂ ਵੈਕਟਰ ਡਿਜ਼ਾਈਨ ਨਹੀਂ ਪਾਉਂਗਾ ਫਿਰ। ਠੀਕ, ਤੇ ਮੰਨ ਲਓ ਆ ਇਹਦਾ ਜਿਹੜਾ ਐਂਗਲ ਬਣ ਰਿਹਾ ਇਹਦੇ ਨਾਲ ਇਹ ਬਣ ਰਿਹਾ ਮੰਨ ਲਓ ਥੀਟਾ। ਹੁਣ ਇਸ ਬਾਡੀ ਤੇ ਆ ਜਿਹੜਾ ਇਸ ਟਾਈਮ ਕਿਹੜੇ ਕਿਹੜੇ ਫੋਰਸਿਸ ਲੱਗ ਰਹੇ ਹੋਣਗੇ ਤੁਸੀਂ ਪ੍ਰਿਡਿਕਟ ਕਰ ਸਕਦੇ ਹੋ। ਇਸ ਤੋਂ ਪਹਿਲਾਂ ਜਿਹੜਾ ਪੜਿਆ ਆਪਾਂ, ਇੱਕ ਤਾਂ ਇਸ ਬਾਡੀ ਤੇ ਇਹਦਾ weight ਐਕਟ ਕਰ ਰਿਹਾ ਹੈ ਨੀਚੇ ਨੂੰ, ਅੰਡਰਸਟੂਡ ਹੈ ਨਾ? ਯੈਸ ਸਰ। ਇਹ ਕਿੰਨਾ ਐਕਟ ਕਰੇਗਾ? ਮਾਸ mg, ਮੰਨ ਲਓ mg, ਤੇ ਇਸ ਨੂੰ ਬਾਡੀ ਨੂੰ ਹੈ ਨਾ, ਤੇ ਨਾਰਮਲ ਰਿਐਕਸ਼ਨ ਕਿੱਧਰ ਨੂੰ ਮਿਲੇਗਾ? ਉੱਪਰ ਨੂੰ। ਜਿਹੜਾ ਉਹਦਾ ਨਾਮ ਆਪਾਂ ਰੱਖ ਦਿੰਦੇ ਆ r। ਠੀਕ ਹੈ, ਤੇ r ਕਿਹਦੇ ਬਰਾਬਰ ਹੋਏਗਾ? mg ਮੈਗਨੀਟਿਊਡ ਵਾਈਜ਼। ਤੇ ਇੱਕ ਹੋਰ ਫੋਰਸ ਐਕਟ ਕਰੇਗਾ, ਕਿਹੜਾ? ਫ੍ਰਿਕਸ਼ਨ। ਫ੍ਰਿਕਸ਼ਨ ਜਦੋਂ ਇਹਨੂੰ ਉਧਰ ਲੈ ਕੇ ਜਾਣ ਦੀ ਕੋਸ਼ਿਸ਼ ਕਰੋਗੇ ਤਾਂ ਫ੍ਰਿਕਸ਼ਨ ਕਿੱਧਰ ਨੂੰ ਐਕਟ ਕਰੇਗਾ? ਪਿੱਛੇ ਨੂੰ। ਇਹ ਪਿੱਛੇ ਨੂੰ ਐਕਟ ਕਰੇਗਾ ਫ੍ਰਿਕਸ਼ਨ ਦਾ ਫੋਰਸ, ਤੇ ਫ੍ਰਿਕਸ਼ਨ ਦਾ ਫੋਰਸ ਨੂੰ ਤੁਸੀਂ ਸਮਾਲ f ਕਹਿ ਦਿਓ, ਪਰ ਇਹ ਬਰਾਬਰ ਕੀ ਦਿੰਦਾ? ਮਿਊ ਇਨਟੂ r। ਮੰਨ ਲਓ ਇਹਦਾ ਮਿਊ ਕੀ ਹੁੰਦਾ। ਠੀਕ ਹੈ, ਹੁਣ ਆਪਾਂ ਇਸ ਸਿਚੁਏਸ਼ਨ ਦੇ ਵਿੱਚ ਵਰਕ ਡਨ ਪਤਾ ਕਰਨਾ ਹੈ ਸਾਰੇ ਫੋਰਸਿਸ ਦਾ। ਅੱਛਾ, ਇੱਕ ਗੱਲ ਯਾਦ ਰੱਖਿਓ, ਜਦੋਂ ਵੀ ਕਿਸੇ ਫੋਰਸ ਨੂੰ ਆਪਾਂ ਵੈਕਟਰ ਫਾਰਮ 'ਚ ਲਿਖਣਾ ਆ, ਇਸ ਤੋਂ ਪਹਿਲਾਂ ਆਪਾਂ ਇਹਨਾਂ ਗੱਲਾਂ ਦਾ ਧਿਆਨ ਨਹੀਂ ਦਿੰਦੇ ਸੀ। ਆਪਾਂ ਵੈਕਟਰ ਫਾਰਮ ਜਿਵੇਂ weight ਨੂੰ m into g ਲਿਖਦੇ ਹੁੰਦੇ ਆ, ਫਿਰ ਇਸ ਤਰ੍ਹਾਂ ਨਾਰਮਲ ਰਿਐਕਸ਼ਨ ਬੇਸਿਕਲੀ ਇਸ ਤਰ੍ਹਾਂ ਹੁੰਦੀ ਹੈ, ਉਹਦਾ ਮੈਗਨੀਟਿਊਡ mg ਦੇ ਬਰਾਬਰ ਹੁੰਦਾ ਹੈ ਨਾ ਇਸ ਕੇਸ 'ਚ, ਨਹੀਂ ਤਾਂ mg cos ਥੀਟਾ ਬਰਾਬਰ ਹੁੰਦਾ, ਪਰ r ਵੈਕਟਰ ਹੁੰਦਾ ਨਾ ਆਪਣੇ ਆਪ ਵਿੱਚ, ਕਿਉਂਕਿ ਉਹ ਇੱਕ ਫੋਰਸ ਹੈ। ਫ੍ਰਿਕਸ਼ਨ ਦਾ ਫੋਰਸ ਵੀ ਜਿਹੜਾ ਹੁੰਦਾ ਉਹ ਇੱਕ ਵੈਕਟਰ ਹੁੰਦਾ ਹੈ, ਵੈਕਟਰ। ਠੀਕ ਹੈ, ਉਹਦੀ ਡਾਇਰੈਕਸ਼ਨ ਵੀ ਆਬਵੀਅਸਲੀ ਡਿਫਰੈਂਟ ਹੁੰਦੀ ਹੈ। ਫ੍ਰਿਕਸ਼ਨ ਦਾ ਮੈਗਨੀਟਿਊਡ ਮਿਊ r ਹੁੰਦਾ ਹੈ। ਸੋ ਇੱਥੇ ਵੀ ਆਪਾਂ ਮਿਊ ਇਨਟੂ r ਵੈਕਟਰ ਨਹੀਂ ਪਾਵਾਂਗੇ, ਕਿਉਂਕਿ r ਦੀ ਡਾਇਰੈਕਸ਼ਨ ਥੋੜੀ ਫ੍ਰਿਕਸ਼ਨ ਲੱਗਦਾ ਹੈ। ਸੋ ਮਿਊ f ਇੱਥੇ ਵੈਕਟਰ ਨਹੀਂ ਪਾਵਾਂਗੇ ਆਪਾਂ, ਪਰ ਵੈਸੇ ਫ੍ਰਿਕਸ਼ਨ ਨੂੰ ਆਪਾਂ ਸ਼ੋ ਕਰ ਸਕਦੇ ਹਾਂ, ਜਸਟ ਤੁਹਾਨੂੰ ਸਮਝਾਉਣ ਲਈ ਗੱਲ ਕਰ ਰਹੇ ਹਾਂ। ਸੋ ਇਸ ਤਰ੍ਹਾਂ ਆਪਾਂ ਵੈਕਟਰਸ ਨੂੰ ਲਿਖਾਂਗੇ ਇਸ ਤਰ੍ਹਾਂ। ਹੁਣ ਆਪਾਂ ਕੀ ਕਰਦੇ ਹਾਂ, ਆਪਾਂ ਵਰਕ ਡਨ ਕੈਲਕੂਲੇਟ ਕਰਦੇ ਹਾਂ, ਤੇ ਮੈਂ ਤੁਹਾਨੂੰ ਇਹ ਸਮਝਾਉਣਾ ਚਾਹੁੰਦਾ ਸੀ ਕਿ ਵਰਕ ਡਨ ਆਪਣੇ ਆਪ 'ਚ ਕੋਈ ਜਿਵੇਂ ਹਰ ਇੱਕ ਫੋਰਸ ਲਈ ਅਲੱਗ-ਅਲੱਗ ਵੀ ਕੈਲਕੂਲੇਟ ਕੀਤਾ ਜਾ ਸਕਦਾ ਹੈ। ਕਿਵੇਂ ਕੀਤਾ ਜਾ ਸਕਦਾ ਹੈ, ਆ ਦੇਖੋ। ਹੁਣ ਜਿਵੇਂ ਇਹਦੇ ਵਿੱਚ ਹੀ ਲਿਖਾਂ ਵਰਕ ਡਨ, ਤਾਂ ਵਰਕ ਡਨ ਬਾय ਦਾ ਐਕਸਟਰਨਲ ਫੋਰਸ ਜੇ ਲਿਖਾਂ, ਐਕਸਟਰਨਲ ਫੋਰਸ ਨੂੰ ਆਪਾਂ ਕੈਪੀਟਲ ਐਫ ਕਿਆ ਐਫ ਕੈਪੀਟਲ ਐਫ ਪੈਰ 'ਚ ਪਾ ਦਿੰਦੇ ਤਾਂ ਕਿ ਸੌਖਾ ਲੱਗੇ ਸਮਝਣਾ। ਕੀ ਹੋਏਗਾ? ਉਹ ਉਸ ਫੋਰਸ ਦਾ ਡੀ ਵੈਕਟਰ ਦੇ ਨਾਲ ਕੀ ਹੋਏਗਾ? ਡਾਟ ਪ੍ਰੋਡਕਟ। ਤੇ ਉਹ ਕਿੰਨਾ ਆ ਜਾਏਗਾ? ਉਹ ਆ ਜਾਏਗਾ ਐਫ ਦਾ ਮੈਗਨੀਟਿਊਡ, ਡੀ ਦਾ ਮੈਗਨੀਟਿਊਡ ਤੇ cos ਆਫ ਥੀਟਾ ਜੋ ਕਿ ਮੈਂ ਉੱਪਰ ਗਿਵਨ ਸੀ। ਬਸ ਹੋ ਗਿਆ। ਜੇ ਮੈਂ ਵਰਕ ਡਨ ਪਤਾ ਕਰਨਾ ਹੋਵੇ ਡਿਊ ਟੂ ਦਾ ਨਾਰਮਲ ਰਿਐਕਸ਼ਨ, WR ਕਹਿ ਦੇਣਾ ਉਹਨੂੰ ਮੈਂ, ਤਾਂ ਉਹ ਕੀ ਹੋਏਗਾ? ਉਹ ਨਾਰਮਲ ਰਿਐਕਸ਼ਨ ਵਾਲਾ ਜਿਹੜਾ ਫੋਰਸ ਹੋਏਗਾ ਉਹਦਾ ਡਾਟ ਪ੍ਰੋਡਕਟ ਹੋਏਗਾ ਡਿਸਪਲੇਸਮੈਂਟ ਦੇ ਨਾਲ, ਤੇ ਨਾਰਮਲ ਰਿਐਕਸ਼ਨ ਉੱਪਰ ਨੂੰ ਹੈ, ਡਿਸਪਲੇਸਮੈਂਟ ਇੱਧਰ ਨੂੰ, ਦੋਨਾਂ 'ਚ ਐਂਗਲ ਕਿੰਨਾ ਆ? 90 ਡਿਗਰੀ। ਉਹ ਬਣੇਗਾ r into d into cos 90 ਡਿਗਰੀ, ਤੇ ਕਿੰਨਾ ਆ ਜਾਏਗਾ? 0। ਡਨ ਜੇ ਮੈਂ ਇਹਦੇ 'ਚ ਪਤਾ ਕਰਨਾ ਹੋਵੇ weight ਦੇ ਲਈ ਤਾਂ WMG ਕਹਿ ਦਿੰਦੇ ਉਹਨੂੰ, ਤਾਂ ਉਹ ਕੀ ਆ ਜਾਏਗਾ? ਉਹ m into g dot d,
ਤੇ weight ਆ ਨੀਚੇ ਨੂੰ ਐਕਟ ਕਰ ਰਿਹਾ d ਦੋਨੋਂ, ਇਹਨਾਂ ਚ ਐਂਗਲ ਕਿੰਨਾ ਆ 90 degree, ਇਹ ਆ ਜਾਏਗਾ mg into d into cos 90, 0, Zero. ਤੇ ਵਰਕ ਡਨ ਬਾय ਫ੍ਰਿਕਸ਼ਨ ਜੇ ਹੋਵੇ FRI ਲਿਖ ਦਿੰਦਾ ਮੈਂ, ਉਹ ਹੋਏਗਾ ਫ੍ਰਿਕਸ਼ਨਲ ਫੋਰਸ ਦਾ ਮੈਗਨੀਟਿਊਡ ਡਾਟ d ਪ੍ਰੋਡਕਟ ਹੈ ਨਾ f ਡਾਟ d, ਤੇ ਉਹਦਾ ਮੈਗਨੀਟਿਊਡ ਕਿੰਨਾ ਹੈ μ into r, R, r ਦੀ ਵੈਲਿਊ ਪੁੱਟ ਕਰ ਦਿਓ mg μ mg ਕਰ ਦਿਓ ਹੈ ਨਾ, ਤੇ d ਤੇ cos ਕਿੰਨਾ ਆਏਗਾ 180 degree, 180. d ਇਧਰ ਨੂੰ ਹੈ ਫ੍ਰਿਕਸ਼ਨ ਪਿੱਛੇ ਨੂੰ ਹੈ, ਤਾਂ cos 180 ਮਾਈਨਸ 1 ਹੁੰਦਾ ਤੇ ਬਣੇਗਾ minus, mgd, ਠੀਕ ਹੈ ਗੱਲ, ਇਹਨੂੰ μ rd ਲਿਖ ਦਿਓ ਚਾਹੇ ਮਾਈਨਸ μ rd ਲਿਖ ਦਿਓ, ਇੱਕੋ ਗੱਲ ਹੀ ਹੈ। ਹੁਣ ਤੁਸੀਂ ਦੇਖੋ ਇੱਕ ਹੀ ਪ੍ਰੋਬਲਮ ਦੇ ਵਿੱਚ ਇੱਕ ਹੀ ਬਾਡੀ ਦੇ ਉੱਪਰ ਜਿੰਨੇ ਵੀ ਫੋਰਸ ਲੱਗ ਰਹੇ ਸੀ ਸਾਰੇ ਫੋਰਸਿਸ ਕਰਕੇ ਇਸ ਕੰਡੀਸ਼ਨ ਦੇ ਵਿੱਚ ਵਰਕ ਡਨ ਪਤਾ ਕੀਤਾ ਜਾ ਸਕਦਾ, ਤੇ ਆਟੋਮੈਟਿਕਲੀ ਜਿਹੜੇ ਫੋਰਸਿਸ ਦਾ ਇਸ ਡਿਸਪਲੇਸਮੈਂਟ ਦੇ ਵਿੱਚ ਕੋਈ ਰੋਲ ਨਹੀਂ ਹੋਏਗਾ ਉਹ ਫੋਰਸਿਸ ਦੇ ਲਈ ਆਪਣੇ ਆਪ ਹੀ ਜਿਹੜਾ ਵਰਕ ਡਨ ਕਿੰਨਾ ਆ ਜਾਏਗਾ 0, ਜਿਹਨਾਂ ਦਾ ਕੋਈ ਰੋਲ ਹੀ ਨਹੀਂ ਹੈ ਉਹ 'ਚ। ਤੇ ਜਿਹੜੇ ਫੋਰਸ ਉਸ ਵਰਕ ਡਨ ਨੂੰ ਕਰਨ ਲਈ ਰਿਸਪੌਂਸਿਬਲ ਹੋਣਗੇ ਉਹਨਾਂ ਦੇ ਲਈ ਵਰਕ ਡਨ ਕਿੰਨਾ ਆ ਜਾਏਗਾ ਪੋਜ਼ਿਟਿਵ, ਤੇ ਜਿਹੜੇ ਫੋਰਸ ਵਰਕ ਡਨ ਨੂੰ ਸਗੋਂ ਹੋਣ ਤੋਂ ਰੋਕ ਰਹੇ ਸੀ ਪੁੱਠਾ ਪੰਗਾ ਪਾ ਰਹੇ ਸੀ ਉਹਨਾਂ ਦਾ ਕੀ ਵਰਕ ਡਨ ਕਿੰਨਾ ਆ ਜਾਏਗਾ negative, Negative. ਇਹ ਗੱਲਾਂ ਸਿਰਫ ਵਰਕ ਡਨ ਬਾਰੇ ਆਪਾਂ ਨੂੰ ਪਹਿਲਾਂ ਪਤਾ ਹੋਣੀ ਚਾਹੀਦੀਆਂ ਨੇ, ਕਲੀਅਰ ਹੈ ਗੱਲ। yes sir, ਹੁਣ ਆਪਾਂ ਕਹਿੰਦੇ ਕਿ ਵਰਕ ਦੀ ਜਿਹੜੀ ਯੂਨਿਟਸ ਕੀ ਹੁੰਦੀਆਂ ਨੇ, ਤੇ ਯੂਨਿਟਸ ਬਾਰੇ ਆਪਾਂ ਜਿਵੇਂ ਪਹਿਲੀ ਗੱਲ ਕਰ ਚੁੱਕੇ ਹਾਂ ਤੁਹਾਡੀ, ਉਹਦੇ ਵਿੱਚ ਐਸਆਈ ਯੂਨਿਟ ਕੀ ਹੁੰਦੀ ਹੈ ਜਾਊਲ, ਤੇ ਸੀਜੀਐਸ ਯੂਨਿਟ ਕੀ ਹੁੰਦੀ ਹੈ ਅਰਗ। erg, ਇੱਕ ਜਾਊਲ ਜਿਹੜੀ ਆ ਉਹ 10 ਦੀ ਪਾਵਰ 7 ਅਰਗ ਦੇ ਬਰਾਬਰ ਹੁੰਦੀ ਹੈ ਇਹ ਵਰਕ, ਠੀਕ ਹੈ ਜੀ ਗੱਲ। ਹੁਣ ਇੱਕ ਗੱਲ ਬੜੀ ਵਧੀਆ ਨੋਟ ਕਰਨ ਵਾਲੀ ਗੱਲ ਹੈ ਕਿ ਜੇ ਕੋਈ ਵੀ ਬਾਡੀ ਦੇ ਉੱਪਰ ਮੰਨ ਲਓ ਬਾਡੀ ਹੈ ਫੋਰਸ ਲੱਗੇਗਾ ਤੇ ਉਹਦੇ ਕਰਕੇ ਬਾਡੀ ਡਿਸਪਲੇਸ ਹੋਏਗੀ, ਤੇ ਜਦੋਂ ਵੀ ਇਹ ਐਂਗਲ ਥੀਟਾ ਫੋਰਸ ਤੇ ਡਿਸਪਲੇਸਮੈਂਟ ਵਿੱਚ ਅਕਿਊਟ ਹੋਏਗਾ ਤਾਂ ਜਿਹੜਾ ਵਰਕ ਡਨ ਹੈ ਉਹ ਪੋਜ਼ਿਟਿਵ ਆਏਗਾ ਕਿ ਨੈਗੇਟਿਵ ਆਏਗਾ, positive, पॉजिटिव आएगा, अक्यूट एंगल है पक्का पॉजिटिव आना है। अगर थीटा की वैल्यू पूरी 90 डिग्री होगी राइट एंगल हो गया तो 0, Zero. जीरो ही होना। अगर थीटा ऑब्ट्यूज एंगल हो गया तो negative, Negative. क्यों, क्योंकि ऑब्ट्यूज होने तो बाद वर्क ਜਿਹੜਾ ਫੋਰਸ ਦਾ ਇੱਕ ਕੰਪੋਨੈਂਟ ਸਗੋਂ ਵਰਕ ਨੂੰ ਰੋਕਣ ਲੱਗ ਜਾਂਦਾ ਬਜਾਏ ਕਿ ਉਹਨੂੰ ਸਪੋਰਟ ਕਰਨ ਦੇ yes sir, ਖਿਲਾਫ ਆ ਜਾਂਦਾ ਹੈ। ਇਹ ਗੱਲਾਂ ਮੈਂ ਤੁਹਾਨੂੰ ਸਮਝਾ ਚੁੱਕਾ ਹਾਂ ਐਕਸੈਲਰੇਸ਼ਨ ਸਮਝਾਉਂਦੇ ਹੋਏ ਕਿ ਜਦੋਂ ਫੋਰਸ ਕਿਸੇ ਐਂਗਲ ਤੇ ਲੱਗੇਗਾ ਜਾਂ ਐਕਸੈਲਰੇਸ਼ਨ ਕਿਸੇ ਐਂਗਲ ਤੇ ਲੱਗੇਗੀ ਤਾਂ ਉਹਦਾ ਇੱਕ ਕੰਪੋਨੈਂਟ ਵੈਲੋਸਿਟੀ ਨੂੰ ਵਧਾ ਰਿਹਾ ਕਿ ਘਟਾ ਰਿਹਾ, ਠੀਕ ਹੈ। ਦੂਜਾ ਜਿਹੜਾ ਪਰਪੈਂਡੀਕੂਲਰ ਲੱਗਦਾ ਉਹਨੂੰ ਸਿਰਫ ਮੋੜ ਰਿਹਾ, ਉਹਦੀ ਮੈਗਨੀਟਿਊਡ ਨਾ ਉਹਨੂੰ ਵਧਾ ਰਿਹਾ, ਵੈਲੋਸਿਟੀ ਮੈਗਨੀਟਿਊਡ ਨੂੰ ਨਾ ਘਟਾ ਰਿਹਾ। ਇਹ ਗੱਲਾਂ ਆਪਾਂ ਕੀਤੀਆਂ ਸੀ, ਕਲੀਅਰ ਹੈ ਗੱਲ। ਯੈਸ ਸਰ। ਸੋ ਇਸ ਤੋਂ ਬਾਅਦ ਇੱਕ ਬੜੀ ਇੰਪੋਰਟੈਂਟ ਚੀਜ਼ ਕਰਦੇ ਹਾਂ ਆਪਾਂ। ਹੁਣ ਆਪਾਂ ਕੀ ਕਰਾਂਗੇ, ਆਪਾਂ ਪ੍ਰੋਬਲਮਸ ਨੂੰ ਵੀ ਇਨਵੋਲਵ ਕਰਕੇ ਕਰਿਆ ਕਰਾਂਗੇ। ਜਿਵੇਂ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਆਪਾਂ ਹੁਣ ਕਰਨ ਦਾ ਤਰੀਕਾ ਆਪਣਾ ਥੋੜਾ ਬਦਲ ਲਿਆ ਵਾ ਕੰਮ ਕਰਨ ਦਾ, ਆਪਾਂ ਇਸੇ ਤਰ੍ਹਾਂ ਕਰਾਂਗੇ। ਸੋ ਮੈਂ ਹਾਂਜੀ ਜਸਜੋਤ ਸਰ ਇੱਕ ਲਾਸਟ ਵਾਲੇ ਕੇਸ 'ਚ ਡਾਊਟ ਹੈ ਬੜਾ। ਕਿਹੜਾ ਸਰ ਜਿੱਦਾਂ ਆਪਟਿਊਸ ਐਂਗਲ 'ਚ ਲੱਗੂਗੀ ਜੇ ਫੋਰਸ ਹਾਂ ਸਰ 90 ਹੋ ਜਾਂਦਾ ਸਰ, ਤਾਂ ਫਿਰ ਸਰ ਡਿਸਪਲੇਸਮੈਂਟ ਵੀ ਤਾਂ ਦੂਜੀ ਡਾਇਰੈਕਸ਼ਨ 'ਚ ਹੋਊਗਾ, ਮਤਲਬ ਫੋਰਸ ਵਾਲੀ, ਤਾਂ ਫਿਰ ਨਹੀਂ ਜ਼ਰੂਰੀ ਨਹੀਂ ਨਾ ਹੈਗਾ। ਮੈਂ ਇਹ ਕਹਿ ਰਿਹਾ ਕਿ ਡਿਸਪਲੇਸਮੈਂਟ ਤਾਂ ਹੋ ਗਈ ਆ, ਵਰਕ ਡਨ ਤਾਂ ਹੁਣ ਤੂੰ ਪਤਾ ਕਰ ਰਿਹਾ ਨਾ। ਜਿਵੇਂ ਦੇਖਣਾ ਤੂੰ ਇੰਜਨ ਆ, ਗੱਡੀ ਦਾ ਇੰਜਨ ਆ, ਮੰਨ ਲਾ ਇੰਜਨ ਹੁੰਦਾ ਨਾ। ਯੈਸ ਸਰ। ਹੁਣ ਆ ਦੇ ਟ੍ਰੇਨ ਦਾ ਇੰਜਨ ਆ ਰਿਹਾ ਇੱਥੇ ਐ ਕਰਕੇ, ਇੱਥੇ ਤੋਂ ਟ੍ਰੇਨ ਆ ਰਹੀ ਹੈ ਇਧਰੋਂ, ਤੇ ਟ੍ਰੇਨ ਪਰ ਰੁਕਣ ਵਾਲੀ, ਇੱਥੇ ਆ ਕੇ ਰੁਕ ਜਾਣਾ ਇਹਨੇ, ਮਤਲਬ ਬਹੁਤ ਸਲੋ ਹੋ ਚੁੱਕੀ ਆ। ਤੇ ਹੁਣ ਜਸਜੋਤ ਨੂੰ ਜੋਸ਼ ਆ ਗਿਆ, ਕਹਿੰਦਾ ਮੈਂ ਟ੍ਰੇਨ ਰੋਕਣੀ ਆ, ਠੀਕ ਆ। ਹੁਣ ਕੀ ਕੀਤਾ, ਟ੍ਰੇਨ ਨੂੰ ਇੱਥੋਂ ਖੜੇ ਹੋ ਕੇ ਐ ਪਿੱਛੇ ਨੂੰ ਪੁਸ਼ ਕਰਨਾ ਸ਼ੁਰੂ ਕਰਤਾ। ਇਧਰ ਨੂੰ ਫੋਰਸ ਲਗਾ ਰਿਹਾ ਨਾ। ਯੈਸ ਸਰ। ਕਿ ਤੇਰੇ ਨਾਲ ਇੰਜਨ ਪਿੱਛੇ ਚੱਲ ਜੂਗਾ? ਨਹੀਂ ਸਰ। ਤੇ ਇੰਜਨ ਕਿੱਧਰ ਆਣਾ? ਇੱਧਰ ਅੱਗੇ ਨੂੰ, ਤੈਨੂੰ ਵੀ ਨਾਲ ਲੈ ਆਣਾ ਉਹਨੇ, ਹਨਾ। ਤਾਂ ਯੈਸ ਸਰ ਹੋਗੀ ਇੱਧਰ, ਜਸਜੋਤ ਨੇ ਓਕੇ ਸਰ ਇੱਧਰ, ਤੇ ਤੇਰਾ ਪਤਾ ਕਰਨਾ ਹੋਊਗਾ ਤਾਂ ਮੈਂ f ਡਾਟ s ਕਰੂੰਗਾ ਤਾਂ cos 180 ਡਿਗਰੀ ਆਊਗਾ ਨਾ। ਓਕੇ ਸਰ। ਤਾਂ ਕੀ ਆਊਗਾ? ਨੈਗੇਟਿਵ। ਮਤਲਬ ਇਹਦਾ ਮਤਲਬ ਤੂੰ ਆਪ ਸੋਚ ਲਾ, ਸਾਰੇ ਤਾਂ ਤੇਰੇ ਹੱਸਣਗੇ ਹੀ, ਕਹਿਣਗੇ ਆ ਦੇ ਕਿਹਾ ਸੀ ਸਗੋਂ ਇੰਜਨ ਇਹਨੂੰ ਲੈ ਆਇਆ ਇੱਧਰ ਨੂੰ, ਮਤਲਬ ਕਿ ਤੂੰ ਕਰਨ ਕੀ ਗਿਆ ਸੀ, ਹੋ ਕੀ ਗਿਆ, ਉਲਟਾ ਹੀ ਹੋ ਗਿਆ ਕੰਮ, ਹਨਾ। ਤਾਂ ਯਾਨੀ ਨੈਗੇਟਿਵ, ਹਾਂਜੀ ਸਰ, ਜਿਹੜੀ ਨੈਗੇਟਿਵ ਮਾਰਕਿੰਗ ਹੋ ਜਾਂਦੀ ਆ, ਕਹਿੰਦੇ ਆ 0 ਤੋਂ ਵੀ ਥੱਲੇ ਚਲਾ ਗਿਆ। ਇੱਕ ਤਾਂ ਇਹਨੇ ਸਹੀ ਨਹੀਂ ਕੀਤਾ ਕੋਈ ਸਵਾਲ,
ਜਿਹੜਾ ਕੀਤਾ ਉਹ ਗਲਤ ਕਰਤਾ ਤਾਂ ਪਿੱਛੇ ਨੈਗੇਟਿਵ ਮਾਰਕਿੰਗ ਹੋਗੀ, ਪਿੱਛੇ ਚਲਾ। ਤਾਂ ਵਰਕ ਨੂੰ ਆਪਾਂ Okay, ਇਸ sir. ਤਰ੍ਹਾਂ ਸਮਝਦੇ ਹਾਂ ਕਿ ਜਦੋਂ ਤੁਹਾਡਾ ਜਿਹੜੇ ਫੋਰਸ ਨਾਲ ਤੂੰ ਵਰਕ ਪਤਾ ਕਰ ਰਿਹਾ ਉਹ ਹੈ ਕਿ ਨਹੀਂ, ਤੇ ਨੈਗੇਟਿਵ ਦਾ ਮਤਲਬ ਹੀ ਇਹ ਹੈ ਕਿ ਉਸ ਫੋਰਸ ਨੇ ਕੀਤਾ ਨਹੀਂ, ਜੋ ਕਰ ਦਿੰਦਾ ਪਿੱਛੇ ਹੋ ਜਾਣੀ ਸੀ। Okay, sir. तो कई बार एक जो डिस्प्लेसमेंट होती है बहुत सारे सैवरल फोर्सेस एक्ट कर रहे होंगे ने, पता करना होता है कि वर्क डन कितना होया कल्ले फोर्स दे करके। तो मैं तुहानू करके दिखा रहा सी। हुण आपां एक Okay, sir. सारे जने क्वेश्चन, एक प्रॉब्लम की है भी आपां एक किथे ऊपर जगह ते फिक्स किया है, एक पुली नूं लटकाया होया है, इत्थे पुली लटकाई हुई है आपां, ते पुली दे ऊपर आपां एक थ्रेड दे नाल 2 ब्लॉक लटकाए हुए ने। जिहड़ा आ ब्लॉक है मान लो 2 kg का है, आ ब्लॉक है वो मान लो 3 kg का है, ठीक है। ते तुसी तुहानू पता है कि ये 2 kg 3 kg मैं एटवुड मशीन तुहानू समझाई हुई है, एटवुड मशीन है ना, ये है ना। Yes, sir. ये 3 kg वाला नीचे ਨੂੰ जाएगा, एक्सेलरेट होएगा, Yes, sir. नहीं एक्सेलरेशन ऊपर ਨੂੰ एक्सेलरेट होएगा। ਤੇ ਟੈਂਸ਼ਨ ਥ੍ਰੈਡ ਵਿੱਚ ਆਏਗੀ, ਇੱਥੇ ਵੀ ਟੈਂਸ਼ਨ ਆਏਗੀ T, ਤੇ ਕਿਉਂਕਿ ਇਹ ਫ੍ਰਿਕਸ਼ਨਲੈਸ ਐਂਡ ਉਹ ਵੇਟਲੈਸ ਪੁਲੀ ਹੈ, ਮਾਸਲੈਸ ਪੁਲੀ ਹੈ, ਤਾਂ ਆਪਾਂ ਇਹ ਵੀ ਟੈਂਸ਼ਨ ਆਏਗੀ ਕਿ ਨਹੀਂ T. ਠੀਕ ਹੈ ਗੱਲ। ਹੁਣ ਸਵਾਲ ਕੀ ਹੈ, ਸਵਾਲ ਹੈਗਾ blocks are released from rest. So blocks are released from rest. Find the work done. Find work done by, ਹੁਣ ਦੇਖੋ ਜਿਹੜੇ ਫੋਰਸ ਨਾਲ ਉਹਨਾਂ ਨੇ ਕਿਹਾ ਆਪਾਂ ਨੂੰ ਕੋਈ ਲੈਣਾ ਨਹੀਂ ਬਾਕੀ ਕਿਹੜੇ ਫੋਰਸ ਲੱਗ ਰਹੇ ਆ, ਉਹਨਾਂ ਨੇ ਕਿਹਾ work done, find the work done by tension force on 3 kg block, ਤੇ वर्क done पता करना है 3 kg block in 2 seconds। सो आ आपा करना है सवाल। सो उन्होंने कहा फाइंड द वर्क डन बाय द टेंशन फोर्स ऑन 3 kg block in 2 seconds and take G is equal to 10। ਇਹ ਗੱਲ ਆਪਾਂ ਲੈ ਕੇ ਚੱਲਦੇ ਹਾਂ ਜਸਟ ਆਪਣਾ ਸੌਖਾ ਕਰਨ ਲਈ, ਤੁਹਾਨੂੰ ਪਤਾ ਹੈ ਕਿ ਪੇਪਰ 'ਚ ਅਦਰਵਾਈਜ਼ ਨਹੀਂ ਕਰਨਾ ਜਦ ਤੱਕ G 10 ਕਿਹਾ ਨਾ ਹੋਵੇ, ਠੀਕ ਹੈ ਜੀ ਗੱਲ। ਹੁਣ ਸਵਾਲ ਕਰਦੇ ਹਾਂ ਸੋਲੂਸ਼ਨ। ਅੱਛਾ ਐਟਵੁਡਸ ਮਸ਼ੀਨ ਤੁਸੀਂ ਜੇ ਕੀਤੀ ਹੋਈ ਦੇਖੋ ਉਹਦਾ ਕੁਝ ਰਿਜ਼ਲਟ ਤਾਂ ਤੁਸੀਂ ਯਾਦ ਹੀ ਰੱਖ ਲਓ। ਐਟਵੁਡਸ ਮਸ਼ੀਨ ਦੇ ਵਿੱਚ ਮੈਂ ਤੁਹਾਨੂੰ ਕਰਵਾਇਆ ਹੋਇਆ ਵਾ ਹਨਾ, ਕਿ ਜਿਹੜਾ ਟੈਂਸ਼ਨ ਹੁੰਦੀ ਹੈ ਜੇ ਮੰਨ ਲਓ M1 M2 ਦੋ ਮਾਸ ਹੁੰਦੇ ਨੇ ਹਨਾ, ਆਪਾਂ ਮੰਨ ਲੈਂਦੇ ਹਾਂ ਕਿ M2 ਜਿਹੜਾ ਉਹ ਗ੍ਰੇਟਰ ਦੈਨ M1 ਹੈ, ਤਾਂ ਜਿਹੜੀ ਟੈਂਸ਼ਨ ਐਕਸਲਰੇਸ਼ਨ ਆਉਂਦੀ ਹੈ ਉਹ ਆਉਂਦੀ ਹੈ M2 ਮਾਈਨਸ M1 ਬਟਾ M2 ਪਲੱਸ M1 ਟਾਈਮਸ G। ਇਹ ਯਾਦ ਹੈ ਕੱਲ ਪੇਪਰ 'ਚ ਵੀ ਸ਼ਾਇਦ ਕੀਤੀ ਹੋਵੇ। Yes, sir. Yes, sir. ਤੇ ਟੈਂਸ਼ਨ ਜਿਹੜੀ ਆਉਂਦੀ ਹੈ ਉਹ ਆਉਂਦੀ ਹੈ 2 ਟਾਈਮਸ M2 ਬਟਾ M2 ਪਲੱਸ M1 ਇਨਟੂ G। याद रखियो इस ज्यादा वाले फोर्स विचों घट वाले फोर्स को घटा दिया, घट वाले मास को घटा दिया करो, बटा नीचे तो सामने आना है, दोनों का बार जी आना, तो उत्थे 2M1 M2 टेंशन के केस आना। आ सॉल्व भी किया जा सकता, कोई बच्चा कहे मैं तो इत्थे करूंगा, कर लो कैलकुलेट कर लो टेंशन ते। आपा की करते हैं सीधे ला रहे हैं इत्थे, ठीक है मैं टेंशन सीधे ही ला रहा। फॉर्मूला क्या है, एक्सेलरेशन क्या आएगी 3 माइनस 2 बटा 3 जमा 2 गुणा G। यार होगा 1/5 गुणा G की वैल्यू 10, 2 आ गई। टेंशन भी कर दो सीधा 2 टाइम्स M1 M2 बटा M1 प्लस M2 गुणा G। किनारे गए 3 तो 5 5 दूनी 10 3 दूनी 6 24 किनारे 44 24 24 न्यूटन है ना। ये आएगी मीटर पर सेकंड स्क्वायर। आप पहले कर लिया चीज़ें, ये अपना ये तो पिछली फोर्स एंड फ्रिक्शन वाला चैप्टर है, ਉਹਦੇ ਵਰਗਾ ਹੀ ਕਾਫੀ ਕੁਝ ਯੂਜ਼ ਹੋਏਗਾ ਇੱਥੇ ਦੇਖਿਓ। ਅੱਛਾ ਤੁਸੀਂ ਕੀ ਕੈਲਕੂਲੇਟ ਕਰਨਾ ਹੈ ਵਰਕ, ਤੇ ਵਰਕ ਕੈਲਕੂਲੇਟ ਕਰਨ ਲਈ ਤੁਹਾਨੂੰ ਪਤਾ ਕੀ ਕਰਨਾ ਚਾਹੀਦਾ, ਫੋਰਸ ਤਾਂ ਤੁਹਾਡੇ ਕੋਲ ਹੈਗੀ ਹੈ, ਟੈਂਸ਼ਨ ਆ ਦੇਖੋ ਕੀ ਚਾਹੀਦਾ ਹੈ डिस्प्लेसमेंट ਡਿਸਪਲੇਸਮੈਂਟ ਕਿੰਨੇ ਸੈਕਿੰਡ ਚ ਕਿਹਾ ਉਹਨਾਂ ਨੇ ਸਵਾਲ ਚ 2 seconds 2 seconds ਤੇ ਛੱਡਿਆ ਕਿੱਥੋਂ ਸੀ ਰੈਸਟ ਤੋਂ, rest u 0 है, u ਦੀ ਵੈਲਿਊ 0 ਹੈ, टाइम 2 एक्सेलरेशन 2 है, time भी 2 seconds करनी है, टाइम की वैल्यू 2 है,
ਤਾਂ ਫਿਰ ਆ ਜਾਏਗਾ ਡਿਸਪਲੇਸਮੈਂਟ ਕਿੰਨੀ ਆਏਗੀ ut हाफ 80 स्क्वायर 4 ਮੀਟਰ ਆ ਜਾਏਗੀ। ਠੀਕ ਹੈ ਜੀ 4 ਮੀਟਰ ਆ ਗਈ। देयरफॉर ਹੁਣ ਤੁਸੀਂ ਦੱਸੋ ਇਹ ਚ ਫਿਰ ਆ ਗਿਆ ਬਸ ਹੋ ਗਿਆ ਹਨਾ। ਵਰਕ ਡਨ ਕੀਤੇ ਫਾਈਂਡ ਕਰਨਾ ਦੱਸੋ ਮੈਨੂੰ ਪਹਿਲਾਂ ਔਨ टेंशन नहीं 3 kg वाली थी 3 kg यस सर ਤੇ 3 kg ਬਲੌਕ ਤੇ ਜਿਹੜੀ ਟੈਂਸ਼ਨ ਫੋਰਸ ਆਏਗੀ ਉਹਦਾ ਡਾਟ ਪ੍ਰੋਡਕਟ ਕਰੋਗੇ ਇਹਦੀ ਡਿਸਪਲੇਸਮੈਂਟ ਦੇ ਨਾਲ। यस सर ਤੇ ਹੁਣ ਤੁਸੀਂ ਡਿਸਪਲੇਸਮੈਂਟ ਸਿਰ ਮੈਗਨੀਟਿਊਡ ਕੱਢਿਆ ਪਰ ਤੁਸੀਂ ਧਿਆਨ ਨਾਲ ਦੇਖੋਗੇ ਡਾਇਰੈਕਸ਼ਨਾਂ ਵੀ ਆ ਜਾਓ ਉੱਪਰ। ਤੁਸੀਂ ਦੱਸੋ ਮੈਨੂੰ 3 kg ਬਲੌਕ ਦੀ ਡਿਸਪਲੇਸਮੈਂਟ ਕਿਸ ਦਿਸ਼ਾ ਚ ਹੋਏਗੀ नीचे नु ਨੀਚੇ ਨੂੰ ਹੋਏਗੀ ਨਾ ਡਿਸਪਲੇਸਮੈਂਟ। यस सर ਟੈਂਸ਼ਨ ਲੱਗ ਰਹੀ ਕਿਸ ਦਿਸ਼ਾ ਚ ਲੱਗ ਰਹੀ ਹੈ Yes, sir. ਟੈਂਸ਼ਨ ਕਿਹੜੀ ਦਿਸ਼ਾ ਚ ਲੱਗ ਰਹੀ ਹੈ opposite direction ਤਾਂ ਆਹ ਟੈਂਸ਼ਨ ਹੈ ਨਾ ਤੇ ਆਹ ਡੀ ਹੈ ਇਹਨਾਂ ਦੋਨਾਂ ਚ ਐਂਗਲ ਕਿੰਨਾ ਹੈ 180 डिग्री ਤਾਂ ਫਿਰ ਇੱਥੇ ਧਿਆਨ ਇਹ ਗੱਲ ਦਾ ਰੱਖਣਾ ਹੈ ਕਿ ਜਦੋਂ ਇੱਥੇ ਪੁੱਟ ਕਰਨਾ ਹੈ ਤਾਂ ਕੀ ਆਏਗਾ ਟੈਂਸ਼ਨ ਦਾ ਮੈਗਨੀਟਿਊਡ 24 ਉਹਦਾ ਆਏਗਾ 4 ਮੀਟਰ ਤੇ ਗੁਣਾ cos 180 ਇਹ -96 ਜਾਊਲ ਆ ਜਾਏਗਾ ਵਰਕ ਡਨ ਜੋ ਪੁੱਛਿਆ ਇਹਨਾਂ ਨੇ। ਕਲੀਅਰ ਹੈ ਗੱਲ। यस सर ਅੱਛਾ ਇਹ 'ਚ ਇੱਕ ਗੱਲ Yes, sir. ਇੱਥੇ ਨਾਲ ਹੀ ਮੈਂ ਕੁਐਸਚਨ 'ਚ ਨਹੀਂ ਭਾਵੇਂ ਪੁੱਛਿਆ ਕਿ ਜੇ ਇਹਨਾਂ ਨੇ ਕਹਿਤਾ ਫਾਈਂਡ ਵਰਕ ਡਨ ਬਾय टेंशन मतलब सारा कुछ सेम है ऑन 2 kg ब्लॉक तो 2 kg ब्लॉक वाले केस से एक खास गल होनी है इधर देखो positive हो जाएगा 2 kg ब्लॉक ਜਿਹੜਾ ਆ ਉਹਦੇ ਚ ਟੈਂਸ਼ਨ ਕਿੱਧਰ ਨੂੰ ਹੈ ऊपर नु ਤੇ ਡਿਸਪਲੇਸਮੈਂਟ ਕਿੱਧਰ ਨੂੰ ਹੋਏਗੀ ਇਹਦੀ ऊपर नु direction ਤੇ ਦੋਨੋਂ ਸੇਮ ਡਾਇਰੈਕਸ਼ਨ ਚ ਨੇ ਨਾ यस सर ਇਹ ਗੱਲ ਦਾ ਫਰਕ ਪੈ ਸਕਦਾ। ਇਹਦਾ ਆਨਸਰ ਕੀ ਆਏਗਾ it shows positive का ਹਾਂਜੀ ਇੱਥੇ ਟੈਂਸ਼ਨ ਡਾਟ ਦੀ ਉੱਥੇ ਜਿਹੜੀ ਟੈਂਸ਼ਨ ਦੇਖੋ ਅਲੱਗ-ਅਲੱਗ ਹੈ ਨਾ ਉਸ ਪਾਸੇ ਅਲੱਗ ਡਾਇਰੈਕਸ਼ਨ ਹੋਗੀ 24 ਨਿਊਟਨ 4 cos 0 it 96 ਜਾਊਲ ਪੋਜ਼ਿਟਿਵ ਆਏਗਾ। पॉजिटिव ਇੱਕ ਗੱਲ ਦਾ ਬਹੁਤ ਖਾਸ ਖਿਆਲ ਰੱਖਣਾ ਹੈ ਜੋ ਵੀ ਕਿਸੇ ਸਿਸਟਮ ਦੇ ਵਿੱਚ ਉਹਦੇ ਜਿਹੜੇ ਇੰਟਰਨਲ ਫੋਰਸਸ ਹੁੰਦੇ ਨੇ ਇਹ ਕੌਣ ਹੈ ਬੱਚਾ ਇਹ ਆਵਾਜ਼ ਬਹੁਤ ਆ ਰਹੀ ਹੈ ਤੁਸੀਂ ਇਹਨੂੰ ਮਿਊਟ ਕਰ ਲਓ ਕਿ ਮੈਨੂੰ ਹੀ ਆ ਰਹੀ ਆਵਾਜ਼। ਆ ਰਹੀ ਹੈ ਤਾਂ ਹੀ ਤੁਹਾਡੀ ਆਵਾਜ਼ ਨਹੀਂ ਸੁਣ ਰਹੀ ਸਾਨੂੰ। ਹਾਂ ਉਹੀ ਕਹਿ ਰਿਹਾ ਮਿਊਟ ਰੱਖਿਆ ਕਰੋ ਆਪਣੇ ਆਪ ਨੂੰ ਜਦੋਂ ਬੋਲਣਾ ਹੋਵੇ ਤਾਂ ਹੀ ਕਰਿਆ ਕਰੋ। ਸੋ ਆ ਜਿਹੜੇ ਵੀ ਇੰਟਰਨਲ ਫੋਰਸ ਜਿਵੇਂ ਟੈਂਸ਼ਨ ਹੈ ਟੈਂਸ਼ਨ ਇੱਕ ਇੰਟਰਨਲ ਫੋਰਸ ਹੈ ਨਾ ਮੈਂ ਅੱਜ ਚੰਗੀ ਤਰ੍ਹਾਂ ਇਹਨੂੰ ਵੀ ਹੋਰ ਵੀ ਐਕਸਪਲੇਨ ਕਰੂੰਗਾ ਹੁਣੀ। ਤੇ ਇੰਟਰਨਲ ਫੋਰਸ ਦਾ ਵਰਕ ਡਨ ਜਿਹੜਾ ਹੁੰਦਾ ਦੇਖੋ -96 ਤੇ ਪਲੱਸ ਇਹਨਾਂ ਨੂੰ ਟੋਟਲ ਕਰੋਗੇ ਤਾਂ ਕਿੰਨਾ ਵਰਕ ਡਨ ਆਏਗਾ 0 0 ਇੰਟਰਨਲ ਫੋਰਸਿਸ ਦਾ ਕੀਤਾ ਗਿਆ ਵਰਕ ਡਨ ਨੈਟ ਵਰਕ ਡਨ ਹਮੇਸ਼ਾ ਹੀ 0 ਹੁੰਦਾ ਹੈ ਤੇ ਟੈਂਸ਼ਨ ਇੱਕ ਇੰਟਰਨਲ ਫੋਰਸ ਹੈ ਇਸ ਪੂਰੇ ਸਿਸਟਮ ਦੇ ਵਿੱਚ। ਅਗਰ ਤੁਸੀਂ 2 kg ਤੇ 3 kg ਵਾਲੇ ਮਾਸ ਨੂੰ ਇੱਕ ਸਿਸਟਮ ਮੰਨ ਲਓ ਤਾਂ ਮੈਂ ਇਸ ਗੱਲ ਨੂੰ ਹੋਰ ਵਧੀਆ ਤਰ੍ਹਾਂ ਐਕਸਪਲੇਨ ਕਰਦਾ ਥੋੜਾ ਜਿਹਾ ਮੇਰੀ ਗੱਲ ਅੱਗੇ ਸੁਣਿਓ। ਫਿਲਹਾਲ ਤਾਂ ਜਸਟ ਮੈਂ ਤੁਹਾਨੂੰ ਕੈਲਕੂਲੇਟ ਕਰਨਾ ਸਿਖਾਇਆ ਕਿ ਕੈਲਕੂਲੇਟ ਕਿਵੇਂ ਕਰਦੇ ਆ ਕਿਸੇ ਸਿਚੁਏਸ਼ਨ ਦੇ ਵਿੱਚ। ਸੋ ਇੱਕ ਵਾਰ ਤੁਸੀਂ ਇਹਨੂੰ ਗੱਲ ਨੂੰ ਨੋਟ ਕਰ ਲਈ ਆਪਾਂ ਇੱਥੇ ਮੈਂ ਜੋ ਕਹਿ ਰਿਹਾ that the net work done by tension force on blocks attached by ਜਿਹੜੀ ਸਟ੍ਰਿੰਗ ਜਿਹੜੀ ਹੁੰਦੀ ਹੈ ਸਟ੍ਰਿੰਗ ਹੁੰਦੀ ਹੈ ਉਹ ਇਨਐਕਸਟੈਂਸਿਬਲ ਹੋਣੀ ਚਾਹੀਦੀ ਹੈ। ਉਹ ਹੈ ਨਾ ਵੀ ਉਹ ਚ ਕਿਉਂਕਿ ਇਨਐਕਸਟੈਂਸਿਬਲ ਹੋਗੀ ਤਾਂ ਹੀ ਉਹਦੇ ਐਕਸੈਲਰੇਸ਼ਨ ਦੋਨੋਂ ਪਾਸੇ ਬਰਾਬਰ ਹੋਣਗੀਆਂ ਨਾ। ਇਨਐਕਸਟੈਂਸਿਬਲ ਐਂਡ ਸਟ੍ਰੈਚਡ ਵੀ ਹੋਣੀ ਚਾਹੀਦੀ ਹੈ is 0 मतलब स्ट्रिंग इनएक्सटेंसिबल होवे तो स्ट्रेचड होवे हमेशा है ना वे स्ट्रेच है ही नहीं है फिर दोनों का बिल्कुल ਤੁਹਾਡੇ वर्क डन भी अलग-अलग आएंगे ठीक है क्योंकि डिस्प्लेसमेंट अलग-अलग होएगी फिर ਤਾਂ सेम ਤਾਂ ਹੁੰਦੀ डिस्प्लेसमेंट क्योंकि दोनों बिल्कुल टाइट ने स्ट्रिंग एकदम। सो इस ਗੱਲ ਦੀ ਚਲੋ ਇਹ ਕਾਮਨ ਸੈਂਸ ਵੀ ਨਾਲ ਹੀ ਤੁਹਾਨੂੰ ਪਤਾ ਹੈ ਗੱਲ ਕਿ ਤਾਂ ਹੀ ਉਹ ਆਪਾਂ ਬਰਾਬਰ ਲੈ ਸਕਦੇ ਹਾਂ। ਹੁਣ ਵਰਕ ਡਨ ਕੈਲਕੂਲੇਟ ਕਰਨ ਦਾ ਤਰੀਕਾ ਤੁਹਾਨੂੰ ਇੱਥੋਂ ਪਤਾ ਲੱਗਦਾ ਕਿ ਹਰ ਇੱਕ ਸਿਚੁਏਸ਼ਨ ਦੇ ਵਿੱਚ ਆਪਾਂ ਕਿਵੇਂ ਵਰਕ ਡਨ ਪਤਾ ਕਰਦੇ ਹਾਂ। ਜਿਵੇਂ ਆ ਕੇਸ ਦੇ ਵਿੱਚ ਹਰ ਇੱਕ ਤੇ ਇੱਥੇ ਆਪਾਂ ਟੈਂਸ਼ਨ ਲਈ ਜਿਵੇਂ ਦੇਖਿਆ 3 kg ਲਈ ਕੁਝ ਆਨਸਰ ਅਲੱਗ ਆਇਆ ਤੇ 2 kg ਲਈ ਆਨਸਰ ਆਪਣਾ ਅਲੱਗ ਆਇਆ। ਠੀਕ ਹੈ ਜੀ ਗੱਲ। ਹੁਣ ਆਪਾਂ ਇੱਕ ਖਾਸ ਸਿਚੁਏਸ਼ਨ ਦੀ ਗੱਲ ਕਰਦੇ ਹਾਂ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਹੀ।
ਇਸ ਗੱਲ ਨੂੰ ਬਹੁਤ ਧਿਆਨ ਨਾਲ ਸਮਝ ਲਿਓ, ਕਿਉਂਕਿ ਇਹ ਗੱਲਾਂ ਇੱਕ ਵਾਰ ਬਸ ਇੱਕ ਇਹਦੇ ਵਿੱਚ ਰਿਵੀਜ਼ਨ ਦੀ ਲੋੜ ਨਹੀਂ ਪੈਣੀ, ਇਹ ਗੱਲ ਤੁਹਾਨੂੰ ਐਂ ਹੀ ਸਮਝ ਆ ਜਾਣੀ ਇੱਕ ਵਾਰ ਤੇ ਫਿਰ ਹਮੇਸ਼ਾ ਰਹਿਣੀ ਤੁਹਾਡੇ ਨਾਲ। ਦੇਖੋ ਇੱਕ ਬੰਦਾ ਹੈ, ਮੰਨ ਲਓ ਇੱਕ ਪਲੇਟਫਾਰਮ ਤੇ ਖੜਾ ਆ, ਤੇ ਉਹ ਬੰਦਾ ਕੀ ਕਰਦਾ ਆ, ਉਹ ਉੱਪਰ ਨੂੰ ਜੰਪ ਕਰਦਾ ਆ, ਤੇ ਜੰਪ ਕਰਕੇ ਆਬਵੀਅਸਲੀ ਮੰਨ ਲਓ ਇੱਥੇ ਤੱਕ ਆ ਜਾਂਦਾ, ਆਪਾਂ ਜੰਪ ਕਰਕੇ ਇੱਥੇ ਤੱਕ ਪਹੁੰਚ ਜਾਂਦੇ, ਠੀਕ ਹੈ। ਤੇ ਡਿਸਪਲੇਸਮੈਂਟ ਉਹਦੀ ਮੰਨ ਲਓ ਇੱਥੋਂ ਸਿਰ ਤੋਂ ਹੀ ਮੰਨ ਲਓ ਤਾਂ ਸਿਰ ਤੋਂ ਇੱਥੇ ਤੱਕ ਹੋਗੀ, ਜਿਸ ਮਰਜ਼ੀ ਜਿੱਥੋਂ ਮਰਜ਼ੀ ਲੈ ਲਓ, ਜੇ ਇੱਕ ਪੁਆਇੰਟ ਤੋਂ ਲੈਣੀ ਸਿਰ ਤੋਂ ਸਿਰ ਤੱਕ ਲੈ ਲਿਆ ਆਪਾਂ ਉਹਦੇ, ਠੀਕ ਆ। ਆ ਡਿਸਪਲੇਸਮੈਂਟ ਹੋ ਗਈ, ਉਹ ਜੰਪ ਕੀਤਾ। ਉਹ ਜੰਪ ਕਿਹੜੇ ਫੋਰਸ ਨਾਲ ਕਰਦਾ ਦੱਸੋ ਮੈਨੂੰ? ਆਪਣੇ weight ਕਰਕੇ ਕਰਦਾ ਹੈ ਕਿ ਨਾਰਮਲ ਰਿਐਕਸ਼ਨ ਕਰਕੇ ਕਰਦਾ ਹੈ ਕਿ ਫ੍ਰਿਕਸ਼ਨ ਕਰਕੇ ਕਰਦਾ ਹੈ, ਕਿਹਦੇ ਕਰਕੇ ਕਰਦਾ ਹੈ? नॉर्मल रिएक्शन। ਆਬਵੀਅਸਲੀ ਕਿਉਂਕਿ ਉਹਦਾ weight ਤਾਂ ਨੀਚੇ ਨੂੰ ਲੱਗ ਜਾਏਗਾ ਨਾ, ਉਹਨੂੰ weight ਤਾਂ ਨੀਚੇ ਨੂੰ ਲੱਗ ਰਿਹਾ ਉਹਦਾ, ਤੇ ਉਹਦੇ ਕਰਕੇ ਉਹਨੂੰ ਇੱਥੋਂ ਕੀ ਮਿਲਦੀ ਹੈ? ਨਾਰਮਲ ਰਿਐਕਸ਼ਨ। ਉਹ ਨਾਰਮਲ ਰਿਐਕਸ਼ਨ ਕੀ ਹੈ? ਉਹ ਇਕੱਠਾ ਕਰਕੇ ਮੈਂ ਨੀਚੇ ਸਭ ਤੋਂ ਜ਼ੋਰ ਦੀ ਪੁਸ਼ ਕਰਦਾ ਹੋਏਗਾ ਆਪਣੀ ਧਰਤੀ ਨੂੰ, ਤਾਂ ਉੱਥੋਂ ਨਾਰਮਲ ਰਿਐਕਸ਼ਨ ਲੈ ਕੇ ਉੱਪਰ ਜਾਂਦਾ ਹੋਏਗਾ, ਹਨਾ? यस सर। ਠੀਕ ਹੈ, ਤੇ ਉਦੋਂ ਉਹਨੂੰ ਆਪਣੇ ਮਸਲਸ ਦਾ ਜ਼ੋਰ ਲਗਾਉਣਾ ਪੈਂਦਾ ਆ, ਜੋ ਵੀ ਹੈ। ਸੋ ਇੱਥੇ ਨਾਰਮਲ ਰਿਐਕਸ਼ਨ ਦਾ ਜਿਹੜਾ ਵਰਕ ਡਨ ਆਏਗਾ ਉਹ ਕਿਵੇਂ ਕੈਲਕੂਲੇਟ ਕਰਾਂਗੇ? ਵਰਕ ਡਨ ਬਾਈ ਨਾਰਮਲ ਰਿਐਕਸ਼ਨ, work done by normal reaction। हाँ जी वैभव। सर उसके हाँ जी सर जो उसका मास होगा सर mg और फिर b के साथ सर फिर cos 180 और दोनों पॉजिटिव आएगा कि नेगेटिव आएगा? सर नेगेटिव आएगा 180 होगा cos 180। नेगेटिव क्यों आएगा? नहीं सर पॉजिटिव आएगा, ठीक है। हाँ। नॉर्मल ऊपर डायरेक्ट। हाँ नॉर्मल रिएक्शन ऊपर की है, वो भी ऊपर की है। यस सर ठीक है। सो देखो इस बात का ध्यान रखना सारे ये सारे ने समझ लो इस गल ਨੂੰ। ਇਹ ਜਿਹੜਾ ਵਰਡ ਹੈ ਪਹਿਲੀ ਗੱਲ ਤਾਂ ਇਹ ਮੈਂ ਜਸਟ ਨੂੰ ਸਮਝਾਉਣ ਲਈ ਕਰ ਰਿਹਾ ਜਿਸ ਇਹ ਹੋਏਗਾ 0। ਕਿਉਂ 0 ਹੋਏਗਾ? ਕਿਉਂਕਿ ਵਰਕ ਡਨ ਪੂਰੀ ਦੀ ਪੂਰੀ ਡਿਸਪਲੇਸਮੈਂਟ ਦੇ ਦੌਰਾਨ ਉਸ ਫੋਰਸ ਦੇ ਦੁਆਰਾ ਤਾਂ ਹੀ ਮੰਨਿਆ ਜਾਏਗਾ ਅਗਰ ਉਹ ਫੋਰਸ ਪੂਰੀ ਡਿਸਪਲੇਸਮੈਂਟ ਦੇ ਦੌਰਾਨ ਲਗਾਤਾਰ ਲੱਗਦਾ ਰਹੇ। ਪਰ ਜਿਹੜੀ ਨਾਰਮਲ ਰਿਐਕਸ਼ਨ ਹੈ, ਜਿਵੇਂ ਹੀ ਉਸ ਬੰਦੇ ਦਾ ਪੈਰ ਥੋੜਾ ਜਿਹਾ ਵੀ ਫਰਸ਼ ਤੋਂ ਚੱਕਿਆ ਗਿਆ ਤਾਂ ਨਾਰਮਲ ਰਿਐਕਸ਼ਨ ਕਿੰਨੀ ਹੋ ਜਾਏਗੀ ਵੈਭਵ? 0 ਸਰ, ਕੰਟੈਕਟ ਹੀ ਨਹੀਂ ਰਹੇਗਾ। ਹਾਂ ਉਹ ਤਾਂ ਕੰਟੈਕਟ ਹੀ ਨਹੀਂ ਰਹੇਗਾ ਆਪਸ ਵਿੱਚ, ਤੇ ਉਹਦਾ weight ਐਕਟ ਕਰ ਰਿਹਾ ਹੈ ਕਿ ਨੀਚੇ ਨਾਰਮਲ ਰਿਐਕਸ਼ਨ ਤਾਂ 0 ਹੋਏਗੀ। ਯਸ ਸਰ। ਕਿਉਂਕਿ ਚਾਹੇ ਉਹ ਡਿਸਪਲੇਸਮੈਂਟ ਜੰਪ ਤੋਂ ਬਾਅਦ ਇੱਥੋਂ ਤੋਂ ਲੈ ਕੇ ਤੱਕ ਕਰ ਗਿਆ, ਤੇ ਚਾਹੇ ਉਹਨੂੰ ਉਹ ਟ੍ਰਿਗਰ ਕਿਹਨੇ ਕੀਤਾ? ਨਾਰਮਲ ਰਿਐਕਸ਼ਨ ਨਹੀਂ ਕੀਤਾ, ਟ੍ਰਿਗਰ ਕੀਤਾ ਨਾ ਇੱਥੋਂ ਨੀਚੋਂ। ਯਸ ਸਰ ਯਸ। ਕਾਈਂਡ ਆਫ ਟ੍ਰਿਗਰ ਆਈ ਵਿਲ ਸੇ। ਤੇ ਉਸ ਤੋਂ ਬਾਅਦ ਪਰ ਜਿਵੇਂ ਹੀ ਉਹ ਡਿਸਪਲੇਸਮੈਂਟ ਦੇ ਰਸਤੇ ਪਿਆ ਤਾਂ ਫੋਰਸ ਲੱਗਣਾ ਬੰਦ ਹੋ ਚੁੱਕਾ ਸੀ, ਤਾਂ ਵਰਕ ਡਨ ਬਾਈ ਨਾਰਮਲ ਰਿਐਕਸ਼ਨ ਕਿੰਨਾ ਆਏਗਾ? 0। ਹਾਂ ਸੋ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਆਪਾਂ ਕਿ ਆਪਾਂ ਇਸ ਤਰ੍ਹਾਂ ਦੇ ਕੇਸਿਸ 'ਚ ਠੀਕ ਹੈ। ਯਸ ਸਰ। ਹੋਰ ਸਿਚੁਏਸ਼ਨ ਛੋੜੀ ਜੀ और जोड़ देने अपने अपनी पूरी हो जाएगी ये वाली। सर ये रिपीट कर दो प्लीज। सड़क है ਤੇ ਸੜਕ ਤੇ ਕੀ ਹੈ? ਬੰਦਾ ਵਾਕ ਕਰ ਰਿਹਾ, ਬੰਦਾ ਵਾਕ ਕਰ ਰਿਹਾ ਤੇ ਵਾਕ ਐ ਇਧਰ ਨੂੰ ਕਰ ਰਿਹਾ, ਮੰਨ ਲਓ ਸੋ ਇਧਰ ਨੂੰ ਵਾਕ ਕਰ ਰਿਹਾ ਤੇ ਮੰਨ ਲਓ ਇਧਰ ਨੂੰ ਉਹਦੀ ਵੈਲੋਸਿਟੀ ਮੰਨ ਲਓ ਇਨਕਰੀਜ਼ ਮਤਲਬ ਕਿ ਐਕਸਲਰੇਟ ਹੋ ਰਿਹਾ, ਭੱਜ ਰਿਹਾ ਜਾਂ ਖੜਾ ਸੀਗਾ ਪਹਿਲਾਂ, ਇਹੀ ਖੜਾ ਸੀ ਬੰਦਾ ਉੱਪਰ ਲਈ, ਇਹ ਭੱਜਣ ਲੱਗ ਗਿਆ ਇਧਰ ਨੂੰ, obviously velocity increase ਕਰ ਰਹੀ ਹੈ। ਤਾਂ ਇਸ ਕੇਸ 'ਚ ਉਹ ਅੱਗੇ ਕਿਵੇਂ ਵਾਕ ਕਰਦਾ ਹੈ? ਮਤਲਬ ਕਿਹੜੇ ਫੋਰਸ ਕਰਕੇ ਵਾਕ ਕਰਦਾ ਹੈ ਅੱਗੇ? फ्रिक्शन। फ्रिक्शन करके ना, ਆਪਾਂ फ्रिक्शन करके नहीं, ਆਪਾਂ ਬਲਕਿ ਇਹ ਕਹਿੰਦੇ ਉਹ ਪੁਸ਼ ਕਰਦਾ ਹੈ ਬੇਸਿਕਲੀ। फ्रिक्शन यस सर। ਅਰਥ ਨੂੰ ਨੀਚੇ ਨੂੰ ਪੁਸ਼ ਕਰਦਾ ਆਪਣੇ ਪੈਰ ਦੇ ਅਗਲੇ ਹਿੱਸੇ ਨਾਲ, ਉਹਦਾ ਉਹਨੂੰ ਨਾਰਮਲ ਰਿਐਕਸ਼ਨ ਮਿਲਦਾ ਹੈ। ਉਸ ਨਾਰਮਲ ਰਿਐਕਸ਼ਨ ਦਾ ਇੱਕ ਹਿੱਸਾ ਉਹਨੂੰ ਅੱਗੇ ਵਧਾਉਂਦਾ ਹੈ ਤੇ ਦੂਜਾ ਹਿੱਸਾ ਉਹਨੂੰ ਉਹਦੇ weight ਨੂੰ ਬੈਲੈਂਸ ਕਰਦਾ ਹੈ, ਤੇ ਇਸ ਤਰ੍ਹਾਂ ਉਹ ਇਸ ਹਿੱਸੇ ਕਰਕੇ ਅੱਗੇ ਵਧਦਾ ਹੈ। ਪਰ ਇਹ ਬੰਦਾ ਤੁਸੀਂ ਧਿਆਨ ਨਾਲ ਦੇਖੋ, ਉਹ ਸਲਾਈਡ ਹੁੰਦੇ ਥੋੜੀ ਜਾ ਰਿਹਾ ਵਾ, ਹਨਾ? ਤੇ ਜੇ ਮੈਂ ਇੱਥੇ ਵਰਕ ਡਨ ਬਾय ਫ੍ਰਿਕਸ਼ਨ ਪੁੱਛ ਲਵਾਂ ਤੁਹਾਨੂੰ ਇਸ ਜਗ੍ਹਾ ਤੇ, ਵਰਕ ਡਨ ਬਾय ਫ੍ਰਿਕਸ਼ਨ ਤਾਂ ਉਹ ਕਿਹਦੇ ਬਰਾਬਰ ਹੋਣਾ ਚਾਹੀਦਾ ਹੈ? 0। ਕਿਉਂਕਿ ਫ੍ਰਿਕਸ਼ਨ ਨੇ ਉਸ ਨੂੰ ਸਿਰਫ ਜ਼ਮੀਨ ਨਾਲ ਪਕੜ ਬਣਾਏ ਰੱਖੀ ਹੋਈ ਤਾਂ ਕਿ ਉਹਦਾ ਪੈਰ ਫਿਸਲਿਆ ਨਹੀਂ। ਫਿਰ ਉਸਨੇ ਆਪਣੇ ਪੈਰ ਨਾਲ ਅਗਲੇ ਪੰਜਿਆਂ ਨਾਲ ਨੀਚੇ ਨੂੰ ਪੁਸ਼ ਕੀਤਾ ਤੇ ਉਹਦਾ ਨਾਰਮਲ ਰਿਐਕਸ਼ਨ ਲਿਆ ਤੇ ਉਸਦੇ ਕਰਕੇ ਉਹਨੇ ਪੈਰ ਚੱਕਿਆ ਉੱਥੋਂ ਦੂਸਰਾ ਆਪਣਾ। ਪਰ ਜਦੋਂ ਉਹਨੇ ਆ ਦੂਸਰਾ ਪੈਰ ਇੱਥੋਂ ਹਵਾ 'ਚ ਚੱਕ ਲਿਆ, ਆ ਵਾਲਾ ਪੈਰ, ਤੇ ਹਵਾ ਤੋਂ ਚੱਕ ਕੇ ਜਦੋਂ ਇੱਥੇ ਰੱਖਿਆ, ਅਗਲਾ ਸਟੈਪ ਲਿਆ ਨਾ ਉਹਨੇ,
यस सर ਉਹ ਕਿਹਨੇ ਕੀਤਾ? ਉਹ ਤਾਂ ਨਹੀਂ ਫ੍ਰਿਕਸ਼ਨ ਨੇ ਕੀਤਾ ਹਨਾ। ਉਹ ਤਾਂ ਪੈਰ ਚੱਕ ਕੇ ਦੂਜਾ ਪੈਰ ਰੱਖ ਰਿਹਾ, ਤੇ ਉਸ ਟਾਈਮ ਜਦੋਂ ਉਹਨੇ ਪੈਰ ਚੱਕ ਕੇ ਦੂਸਰਾ ਰੱਖਿਆ ਤਾਂ ਉਹਦਾ ਮਸਕੂਲਰ ਫੋਰਸ ਹੈ, ਉਹਦੇ ਮਸਲ ਦੀ ਮੂਵਮੈਂਟ ਹੈ, ਉਹਦੇ ਆਪਣੇ ਮਸਲਸ ਦੇ ਵਿਚਲੀ ਤਾਕਤ ਹੈ ਜਿਹਦੇ ਕਰਕੇ ਉਹ ਇਹ ਸਭ ਕਰ ਰਿਹਾ। ਉਹ ਫ੍ਰਿਕਸ਼ਨ ਕਰਕੇ ਤਾਂ ਨਹੀਂ ਕਰ ਰਿਹਾ, ਠੀਕ ਹੈ ਨਾ। ਇੱਕ ਹੀ ਜਗ੍ਹਾ यस सर ਸਕਦਾ ਉਹ ਉਦੋਂ ਵੀ ਮਸਲ ਦਾ ਕੰਮ ਕਰੀ ਜਾਏਗਾ ਪਰ ਉਹ ਅੱਗੇ ਨੂੰ ਨਹੀਂ ਵਧੇਗਾ। तो वर्क डन बाय फ्रिक्शन इस केस 0 आएगा, क्योंकि फ्रिक्शन ने वर्क डन बाय फ्रिक्शन इस केस 0 आएगा, पर ब्लॉक दे केस 0 नहीं आएगा। समझ लगी गल? क्योंकि ब्लॉक रगड़ खांदा होया जा रहा ते फ्रिक्शन लगातार लग रहा ना, जमीन दे नाल कॉन्टैक्ट विच है ना ब्लॉक पूरा। यस सर ठीक है गल? ते जदों आपां इस तरह दी सिचुएशन च पैने आ, जदों कोई जब इंसान है पूरा वो मूव कर सकता है, उसदी बॉडी पार्ट ने अलग-अलग, उदों आपां बहुत ध्यान रखना होंदा इस गल दा कि उदों वर्क डन जिहड़ा नॉर्मल रिएक्शन दा या फ्रिक्शन दा हो भी रहा कि नहीं हो रहा। ठीक है। इन केस ऑफ ब्लॉक तुसीं अलग तरह गल करदे हो, बट अगर डिफरेंट पार्ट्स ऑफ बॉडी जिहड़े मूव कर रहे होण डिफरेंट उहदे नाल, दैन असीं की करदे आ, ਅਸੀਂ ਸਿਰਫ ਉਸ ਪਾਰਟ ਦੀ ਡਿਸਪਲੇਸਮੈਂਟ ਦੀ ਗੱਲ ਕਰਦੇ ਹਾਂ ਜਿਸ ਪਾਰਟ ਤੇ ਉਹ ਫੋਰਸ ਲੱਗ ਰਿਹਾ ਹੁੰਦਾ ਹੈ। ਕਿਉਂਕਿ ਬਲੌਕ ਦਾ ਦੇਖੋ ਸਾਰਾ, ਜਿਵੇਂ ਆ ਬਲੌਕ ਹੈ, ਬਲੌਕ ਦਾ ਆ ਪਾਰਟ ਮੂਵ ਕਰੇਗਾ ਇੰਨਾ, ਤਾਂ ਦੂਸਰਾ ਆ ਵੀ ਤਾਂ ਉਹਨੇ ਮੂਵ ਕਰੇਗਾ ਨਾ, ਆ ਵੀ ਤਾਂ ਉਹਨੇ ਮੂਵ ਕਰੇਗਾ ਨਾ, ਪੂਰਾ ਬਲੌਕ ਮੂਵ ਕਰੇਗਾ ਨਾ। ਪਰ ਇੱਥੇ ਨਹੀਂ ਹੁੰਦਾ। ਇੱਥੇ ਕੀ ਹੈ, ਹੁਣ ਫ੍ਰਿਕਸ਼ਨ ਕਿੱਥੇ ਲੱਗਿਆ ਮੈਨੂੰ ਇਹ ਦੱਸੋ। ਫ੍ਰਿਕਸ਼ਨ ਕਿਸ ਤੇ ਲੱਗਿਆ? ਪੈਰ ਤੇ ਲੱਗਿਆ ਨਾ। ਇੱਥੇ ਜਦੋਂ ਉਹਨੇ ਥੋੜਾ ਇੱਥੇ ਕੀਤਾ ਤਾਂ ਪਿੱਛੇ ਤੋਂ ਲੱਗਿਆ ਫ੍ਰਿਕਸ਼ਨ। यस सर ਪਰ ਉਹਦਾ ਉਹ ਪੈਰ ਦਾ ਪਾਰਟ ਤਾਂ ਮੂਵ ਕੀਤਾ ਹੀ ਨਹੀਂ, ਉਹ ਤਾਂ ਪੈਰ ਚੱਕ ਕੇ ਇਧਰ ਰੱਖਿਆ ਉਹਨੇ ਅੱਗੇ, ਹਨਾ। यस सर ਤੇ ਇਸ ਲਈ ਜਿਹੜਾ ਪੁਆਇੰਟ ਆਫ ਕੰਟੈਕਟ ਹੈ, ਪੁਆਇੰਟ ਆਫ ਕੰਟੈਕਟ ਹੈ ਜਾਂ ਪੁਆਇੰਟ ਆਫ ਐਪਲੀਕੇਸ਼ਨ ਆਫ ਫੋਰਸ ਹੈ, ਉਹਦੀ ਡਿਸਪਲੇਸਮੈਂਟ ਆਪਾਂ ਦੇਖਣੀ ਹੁੰਦੀ ਹੈ ਜਦੋਂ ਆਪਾਂ ਵਰਕ ਡਨ ਕੈਲਕੂਲੇਟ ਕਰਦੇ ਹਾਂ। ਇਹ ਬਹੁਤ ਇੰਪੋਰਟੈਂਟ ਗੱਲ ਹੈ। ਕਲੀਅਰ ਸਾਰਿਆਂ ਨੂੰ ਇਹ ਗੱਲ? ਠੀਕ ਹੈ। यस सर ਇਹ ਸੀਗਾ ਵਰਕ ਡਨ ਬਾਈ ਅ ਕਾਂਸਟੈਂਟ ਫੋਰਸ ਦੇ ਬਾਰੇ ਗੱਲ। एक्सक्यूज मी सर, ਹਾਂਜੀ ਹਾਂਜੀ ਬੋਲੋ। सर सेकंड केस नहीं समझ आया। ਆ ਦੇਖੋ ਨਾ, ਇਹ ਚ ਵਰਕ ਡਨ ਬਾਈ ਫ੍ਰਿਕਸ਼ਨ ਪੁੱਛਿਆ ਮੈਂ ਪਹਿਲੀ ਗੱਲ ਤਾਂ। ਫ੍ਰਿਕਸ਼ਨ ਨੇ ਇਹ ਬਾਡੀ ਨੂੰ ਅੱਗੇ ਲੈ ਕੇ ਫ੍ਰਿਕਸ਼ਨ ਥੋੜੀ ਲੈ ਕੇ ਆਇਆ ਹਨਾ। ਉਹ ਤਾਂ ਫ੍ਰਿਕਸ਼ਨ ਦੇ ਕਰਕੇ ਉਹਦਾ ਪੈਰ ਉੱਥੇ ਪਕੜ ਬਣਾ ਰਿਹਾ ਬਸ ਜ਼ਮੀਨ ਤੇ, ਜਿਹਦੇ ਕਰਕੇ ਕਿ ਉਹ ਪੁਸ਼ ਕਰ ਪਾ ਰਿਹਾ ਨੀਚੇ ਨੂੰ, ਨਹੀਂ ਤਾਂ ਉਹਦਾ ਪੈਰ ਫਿਸਲ ਜਾਏਗਾ ਪਿੱਛੇ ਨੂੰ। ਠੀਕ ਹੈ ਨਾ। ਤੇ ਬਲਕਿ ਫ੍ਰਿਕਸ਼ਨ ਪਿੱਛੇ ਨੂੰ ਨਹੀਂ ਲੱਗ ਰਿਹਾ ਇੱਥੇ, ਸੌਰੀ ਇੱਥੇ ਅੱਗੇ ਨੂੰ ਲੱਗ ਰਿਹਾ, सर आगे को ਕਿਉਂਕਿ ਪੈਰ ਪਿੱਛੇ ਨੂੰ ਪੁਸ਼ ਕਰ ਰਿਹਾ ਨਾ, ਆਪਣੇ ਪੈਰ ਨੂੰ ਪਿੱਛੇ ਨੂੰ। ਤੁਸੀਂ ਸੋਚੋ ਜਦੋਂ ਤੁਸੀਂ ਚੱਲਦੇ ਹੋ ਤੁਹਾਡਾ ਪੈਰ ਪਿੱਛੇ ਨੂੰ ਰਗੜਦਾ ਹੈ। ਮੂਨ ਵਾਕ ਦੇਖੋ ਦੀ ਮਾਈਕਲ ਜੈਕਸਨ ਦੀ, ਹਨਾ, ਉਹ ਪੈਰ ਪਿੱਛੇ ਨੂੰ ਕਰਦਾ ਹੈ ਜਦੋਂ ਐ ਕਰ ਰਿਹਾ ਹੁੰਦਾ, ਤਾਂ ਉਹ ਆਪਾਂ ਉਹ ਅੱਗੇ ਨੂੰ ਚੱਲਦੇ ਆ ਉਹਦੇ ਕਰਕੇ ਫ੍ਰਿਕਸ਼ਨ ਜਿਹੜਾ ਅੱਗੇ ਨੂੰ ਲੱਗ ਰਿਹਾ ਹੁੰਦਾ, ਇਹ ਕੰਟੈਕਟ ਫੋਰਸ ਜਿਹੜਾ ਅਸਲੀ ਆਪਣਾ। ਠੀਕ ਹੈ ਗੱਲ? ਤੇ ਆਹ ਜਿਹੜਾ ਪੈਰ ਅਗਲੇ ਨੂੰ ਰੱਖਿਆ, ਫਿਰ ਉਸ ਤੋਂ ਬਾਅਦ ਆਹ ਵਾਲਾ ਪੈਰ ਅੱਗੇ ਰੱਖੋਗੇ, ਫਿਰ ਆਹ ਵਾਲਾ ਪੈਰ ਅੱਗੇ, ਉਹ ਤਾਂ ਹਵਾ 'ਚ ਚੱਲ ਰਿਹਾ ਸਾਰਾ ਕੁਝ। that is not due to friction. friction उस डिस्प्लेसमेंट लिए रिस्पॉन्सिबल नहीं है। सो अगर बंदा वॉक करके इतने तक भी आ गया तब वर्क डन बाय फ्रिक्शन विल बी 0। ਆਪਾਂ ਇੱਥੇ ਪੁਆਇੰਟ ਆਫ ਜਿਹੜਾ ਐਪਲੀਕੇਸ਼ਨ ਆਫ ਫੋਰਸ ਹੈ ਉਸ ਪੁਆਇੰਟ ਨੂੰ ਦੇਖੋ, ਪੁਆਇੰਟ ਮੂਵ ਕੀਤਾ, ਉਹ ਤਾਂ ਨਹੀਂ ਮੂਵ ਕੀਤਾ, ਉਹ ਤਾਂ ਉੱਥੇ ਹੀ ਸੀਗਾ ਪੈਰ। ਉਹ ਤਾਂ ਪੈਰ ਉਹਨੇ ਚੱਕਿਆ, ਹਵਾ ਵਿੱਚ ਚੱਕ ਕੇ ਅੱਗੇ ਰੱਖਿਆ ਨਾ ਉਹਨੇ, ਤੇ ਹਵਾ ਵਿੱਚ ਫ੍ਰਿਕਸ਼ਨ ਸੀਗਾ, नो सर ਆ ਰਿਹਾ ਸੀ, ਫ੍ਰਿਕਸ਼ਨ ਵਾਸ ਨਾਟ ਅਪੋਜ਼ਿੰਗ ਦੈਟ। ਸੋ ਉਸ ਕੇਸ 'ਚ ਆਪਾਂ ਇਸ ਲਈ ਕਹਿੰਦੇ ਫ੍ਰਿਕਸ਼ਨ ਦਾ ਵਰਕ ਡਨ 0 ਹੋਏਗਾ। ਇਹ ਬੰਦਿਆਂ ਦੇ ਵਾਕ ਕਰਨ ਤੇ ਉਹਦੀ ਗੱਲ ਹੈ ਬਸ। ਸੋ ਥੋੜਾ ਸਿਚੁਏਸ਼ਨ ਦਾ ਧਿਆਨ ਰੱਖਣਾ। ਠੀਕ ਹੈ ਦੀਦੀ? यस सर। ਹੁਣ ਆਪਾਂ ਕਰਦੇ ਹਾਂ ਵਰਕ ਡਨ ਬਾय ਵੇਰੀਏਬਲ ਫੋਰਸ। ਇਹ ਬੜਾ ਜ਼ਰੂਰੀ ਹੈ। ਜੇ ਆ ਗੱਲਾਂ ਸਮਝ ਲੱਗ ਗਈਆਂ ਤੁਹਾਨੂੰ, ਸਮਝ ਲਓ ਕਿ ਇਹ ਵਰਕ ਡਨ ਬਾय ਵੇਰੀਏਬਲ ਫੋਰਸ ਜਿਹਨੂੰ ਸਮਝ ਲੱਗ ਗਿਆ ਉਸ ਨੂੰ +2 ਵਿੱਚ ਬੜਾ ਫਾਇਦਾ ਹੋਏਗਾ, ਕਿਉਂਕਿ ਤੁਹਾਨੂੰ ਇਸ ਤਰ੍ਹਾਂ ਦੇ ਬਹੁਤ ਸਾਰੇ, ਬਲਕਿ +1 'ਚ ਹੀ ਬੜਾ ਫਾਇਦਾ ਹੋਏਗਾ ਅੱਗੇ। ਇਸ ਤਰ੍ਹਾਂ ਦੀ ਬਹੁਤ ਸਾਰੀ ਸਿਚੁਏਸ਼ਨ ਨੇ ਜਿੱਥੇ ਵਰਕ ਡਨ ਬਾय ਵੇਰੀਏਬਲ ਫੋਰਸ ਹੀ ਹੁੰਦਾ ਹੈ। ਜ਼ਿਆਦਾਤਰ ਕੇਸਿਸ 'ਚ ਹੁੰਦਾ ਹੈ। ਤੁਸੀਂ ਸਾਈਕਲ ਕਿਵੇਂ ਚਲਾਉਂਦੇ ਹੋ? ਸਾਈਕਲ ਵੀ ਐਂ ਚਲਾਉਂਦੇ ਹੋ, ਸਾਈਕਲ ਤੇ ਤੁਸੀਂ ਬਰਾਬਰ ਫੋਰਸ ਥੋੜੀ ਲਾ ਰਹੇ ਹੋ ਹਮੇਸ਼ਾ। ਸੋ ਇੱਥੇ ਕੀ ਹੁੰਦਾ ਹੈ, ਜਿਹੜਾ ਫੋਰਸ ਹੈ ਉਹ ਐ ਨਹੀਂ ਗਿਵਨ ਹੁੰਦਾ 10 ਨਿਊਟਨ, 20 ਨਿਊਟਨ, 15 ਨਿਊਟਨ, ਕਿਉਂਕਿ ਫੋਰਸ ਕਾਂਸਟੈਂਟ ਹੁੰਦਾ ਹੀ ਨਹੀਂ ਹੈ। ਹੁਣ ਜਦੋਂ ਤੁਸੀਂ ਵਰਕ ਡਨ ਤੇ ਫਾਰਮੂਲਾ ਲਗਾਉਂਦੇ ਹੋ ਨਾ ਫੋਰਸ ਇਨਟੂ ਡਿਸਪਲੇਸਮੈਂਟ ਦਾ, ਦੇਖੋ ਧਿਆਨ ਨਾਲ, ਜਦੋਂ ਤੁਸੀਂ ਬਾਡੀ ਦੇ ਉੱਪਰ ਇੱਥੋਂ ਬਾਡੀ ਨੂੰ ਲੈ ਕੇ ਗਏ ਹੋ ਇੱਥੇ ਤੱਕ ਤੇ ਡਿਸਪਲੇਸਮੈਂਟ ਕੀਤੀ ਹੈ ਤੁਸੀਂ ਪੂਰੀ d ਐਂਡ ਫੋਰਸ ਲਗਾਇਆ ਹੈ F, ਇਹਦਾ ਮਤਲਬ ਇਹੀ ਹੈ ਕਿ ਜਦੋਂ ਫੋਰਸ ਇੱਥੇ ਵੀ ਬਾਡੀ ਆ ਗਈ ਸੀ ਤਾਂ ਵੀ ਫੋਰਸ ਇੱਥੇ ਲੱਗ ਰਿਹਾ ਸੀ, ਉਨਾ ਹੀ ਉਸੇ ਡਾਇਰੈਕਸ਼ਨ 'ਚ, ਇੱਥੇ ਵੀ ਲੱਗ ਰਿਹਾ ਸੀ ਉਨਾ ਹੀ ਉਸੇ ਡਾਇਰੈਕਸ਼ਨ 'ਚ, ਇੱਥੇ ਵੀ ਲੱਗ ਰਿਹਾ ਸੀ ਉਨਾ ਹੀ ਉਸੇ ਡਾਇਰੈਕਸ਼ਨ 'ਚ, ਇੱਥੇ ਵੀ ਤੇ ਇੱਥੇ ਵੀ। ਤਾਂ ਹੀ ਤੁਸੀਂ ਵਰਕ ਡਨ ਨੂੰ ਜਦੋਂ ਕੀਤਾ ਤਾਂ ਫੋਰਸ ਨੂੰ
पूरी दी पूरी डिस्प्लेसमेंट नाल ही गुणा किया, क्योंकि फोर्स लगातार पूरी डिस्प्लेसमेंट के दौरान लगदा ही रहा, तो यही फोर्स वर्क करता रहा, तां तुसीं F डॉट डी किया पिछले सारे केसेस दे विच। हुण देखो, सोचो पिछे जाके, समझ लगी गल? यस सर। वेरिएबल फोर्स की हुंदा आ, वेरिएबल फोर्स की करते हैं, सब तो पहला तो मैं फोर्स नूं ना डायरेक्शन इधर रख लेना, तुहानूं समझाउण लई सिर्फ डिस्प्लेसमेंट दी डायरेक्शन च कर देने, थीटा थूटा वाला काम थोड़ा हटा देने आपां। मान लो इत्थे बॉडी पई है, हुण बॉडी इत्थों इत्थे आई है, ते जे मैं पॉइंट ऑब्जेक्ट की तरह मान के चलना, तो मान लो बॉडी इत्थे सीगी, इत्थों इत्थे आई है, ऐ मान लैने आपां। हुण बॉडी नूं मान लो इस जगह ते फोर्स लग्या, वो फोर्स जिहड़ा सीगा मान लो सीगा ही नहीं कुछ, जीरो सी, फिर फोर्स लगना शुरू होया तो बॉडी हिलनी शुरू हुई, बॉडी हिल के जो इत्थे तक आ गई तो फोर्स मान लो 10 न्यूटन हो गया, तो जो ही बॉडी थोड़ा जिहा इत्थे तक आ गई तो मान लो 12 न्यूटन हो गया, जो बॉडी इत्थे तक आ गई 18 न्यूटन हो गया, बॉडी इत्थे तक आ गई फिर 10 न्यूटन हो गया, बॉडी इत्थे तक आ गई हो सकता 8 न्यूटन हो गया, इत्थे तक आ गई 5 न्यूटन हो गया, इत्थे तक आ गई हो सकता है फोर्स उल्टे लगन लग गया, उल्टी दिशा च लगन लग गया, फिर उल्टी दिशा च लगन लग गया, इत्थे आके फिर 3 न्यूटन हो गया अगली दिशा च, फिर इस तो बाद फिर ऐ करते करते इत्थे करते करते आ की है, देखो ये तो बड़ी अलग सिचुएशन आ गई, वर्क डन बाय वेरिएबल फोर्स। इत्थे वर्क डन किवें पता करूंगे, मैं की करूंगा, मैं इस पूरे डिस्प्लेसमेंट नूं आड़ी इत्थों तक तक डिस्प्लेसमेंट है पूरी, जिहड़ी कि तुसीं डी वैक्टर कह रहे हो, मैं उसको छोटे छोटे हिस्सों तोड़ दूंगा, छोटे छोटे हिस्से, तो हिस्से इन्ने छोटे रखूंगा कि ਉਹਦੇ पर फोर्स की वेरिएशन ना हुई होवे, इन्ने छोटे छोटे टुकड़े, इन्ने छोटे छोटे टुकड़े कि ਉਹਦੇ ਵਿੱਚ वेरिएशन फोर्स की हुई ही ना होवे, फोर्स लगभग कांस्टेंट लिया जा सकता होवे उस दूरी के लिए। तो इस जगह ते फिर कल्ले कल्ले जे जगह वर्क डन पता करूंगा तो सारिਆਂ ਨੂੰ जोड़ूंगा, इस चीज़ ਨੂੰ ਕੀ बोलते हैं, इंटीग्रेशन, कि आप रैंडमली ਆਪਾਂ, क्योंकि फोर्स की वेरिएशन का अपन कोई फॉर्मूला गिवन होंदा है, रैंडमली आप कोई स्मॉल वर्क डन पता करांगे किसी भी रैंडम सिचुएशन च, तो स्मॉल वर्क डन किवें पता करेंगे, dw इज इक्वल टू उस जगह ते जिन्ना फोर्स होएगा, उस जगह ते मान लो इत्थे पता किया या इत्थे पता किया, डॉट डिस्प्लेसमेंट का छोटा जिहा टुकड़ा उहनूं dr कह दिंदे, ते उस तो बाद आ जिहड़ा स्मॉल वर्क डन है इहदे पर वैक्टर ना पा दिओ, स्केलर क्वांटिटी हुंदी है कि होगा टोटल वर्क डन किवें पता करूंगे आपां, उस इंटीग्रल ऑफ dw करांगे, यानी कि इहदा इंटीग्रल करांगे, ते इत्थे डिस्प्लेसमेंट मान लो 0 तो लैके मान लो इत्थे 5 तक हुई है, तो 0 तो लैके 5 तक इत्थे पुट कर दांगे लिमिट्स, इहदे नाल सानू मिल जाएगा वर्क डन। सो वर्क डन बाय वेरिएबल फोर्स अगर पता करना है तो सानू पता करना चाहिए बाय यूजिंग इंटीग्रेशन, इत्थे आपां इंटीग्रेशन यूज करांगे। हाँ जी ईमानी, सर देखियो ਜਿਹੜਾ ਹੈ ਫੋਰਸ ਆ ਉਹ ਵੇਰੀਏਬਲ ਹੈ, ਜੇ ਆਪਾਂ ਫਰਸਟ ਵਾਲੇ ਡਿਸਪਲੇਸਮੈਂਟ ਤੇ ਫੋਰਸ ਨੂੰ ਕਰੀਏ, ਠੀਕ ਹੈ, ਇੰਟੀਗ੍ਰੇਟ, ਠੀਕ ਹੈ, ਤਾਂ ਫੋਰਸ ਆਪਾਂ ਹੋਰ ਲਵਾਂਗੇ, ਸੈਕਿੰਡ ਵਾਲੇ ਨੂੰ ਦੇਖੀ ਤਾਂ ਹੋਰ ਲਵਾਂਗੇ, ਫਿਰ ਇੰਟੀਗ੍ਰੇਸ਼ਨ ਸੇਮ ਕਿਵੇਂ ਆਊਗੀ ਸਾਰਿਆਂ ਦੀ? नहीं इंटीग्रेशन का मतलब जोड़ना होता सब नूं, ਉਹ ਹੋਰ नहीं, ਉਹ सेम नहीं ਹੁੰਦਾ, ਆ ਜਿਹੜਾ फोर्स तू पुट करेंगी ना, आ वाला फोर्स, ये हर एक छोटे छोटे टुकड़े लिए अलग अलग होएगा, किवें अलग अलग होएगा मैं तेनों दसदा हुणी, तू देख आ अगले स्टेप च देख, ਆਪਾਂ ਮੰਨ ਲਾ कि ਆਪਾਂ ਇਹ ਪਤਾ ਕਰਨਾ, ਇੱਥੇ ਆ ਮੰਨ ਲਓ ਆ ਸਰਫੇਸ ਤੇ ਬੋਡੀ ਨੂੰ ਲੈ ਕੇ ਜਾਣਾ ਹੈ, ਸਰਫੇਸ ਨੂੰ ਤੁਸੀਂ ਮੰਨ ਲਓ ਕਿ ਸਰਫੇਸ ਸਮੂਥ ਹੀ ਹੈ, ਠੀਕ ਹੈ, ਕੋਈ ਉਹਦੀ ਗੱਲ ਨਹੀਂ, ਆਪਾਂ ਨੈਟ ਫੋਰਸ ਦੀ ਗੱਲ ਕਰ ਰਹੇ ਸੀ ਸਦੀ, ਆ ਆਪਣੇ ਉੱਪਰ ਆਬਜੈਕਟ ਪਿਆ ਆ, ਇਹਨੂੰ ਲੈ ਕੇ ਇੱਥੇ ਤੱਕ ਜਾਣਾ ਆ, ਇਹਨੂੰ ਜਿੱਥੋਂ ਲੈ ਕੇ ਸ਼ੁਰੂ ਕਰਨਾ ਆ ਮੰਨ ਲਓ x ਐਕਸਿਸ ਵਾਲੇ ਪਾਸੇ ਲੈ ਕੇ ਜਾ ਰਹੇ ਆ, ਆਈ ਮੰਨ ਲਓ ਤੁਸੀਂ ਸਟ੍ਰੇਟ ਲਾਈਨ ਜੀ, ਇਹ x ਦੀ ਵੈਲਿਊ 0 ਹੈ, ਮੰਨ ਲਓ ओरिजिन ਤੋਂ ਸ਼ੁਰੂ ਕੀਤਾ, ਤੇ ਆ ਮੰਨ ਲਓ x ਦੀ ਵੈਲਿਊ 5 ਹੈ, 5 ਤੱਕ ਲੈ ਕੇ ਆਏ ਉਹਨੂੰ, ਠੀਕ ਹੈ ਗੱਲ। ਤੇ ਜਿਹੜਾ फोर्स है ਇੱਥੇ ਦਿਖਾਇਆ ਉਹਨਾਂ ਨੇ ਇਸੇ ਦਿਸ਼ਾ 'ਚ ਲੱਗ ਰਿਹਾ, ਤੇ फोर्स ਦੀ ਵੈਲਿਊ ਜਿਹੜੀ ਹੈ ਉਹ ਹੈਗੀ 2x ਸਕੁਅਰ, 2x ਸਕੁਅਰ ਹੈ फोर्स, मतलब कि फोर्स ਜਿਹੜਾ ਉਹ x ਤੇ ਡਿਪੈਂਡ ਕਰ ਰਿਹਾ, ਇਹਦਾ ਮਤਲਬ ਜਦੋਂ x ਦੀ ਵੈਲਿਊ 1 ਹੋ ਜਾਏਗੀ ਤਾਂ ਇੱਥੇ फोर्स ਕਿੰਨਾ ਲੱਗੇਗਾ, ਕਿੰਨੇ ਨਿਊਟਨ ਲੱਗੇਗਾ ਦੱਸੋ? 2 ਨਿਊਟਨ, ਤੇ ਜਦੋਂ x ਦੀ ਵੈਲਿਊ 2 ਹੋ ਜਾਏਗੀ ਤਾਂ ਕਿੰਨੇ ਨਿਊਟਨ ਲੱਗੇਗਾ? 8 ਨਿਊਟਨ, 3 हो जाएगी तो 3 3 9 2 18 न्यूटन, 4 हो जाएगी तो 4 चौके 16 2 32, 5 हो जाएगी तो 50, ये तो पता लग रहा ना अपन। हाँ जी सर। तो जो तू बहुत छोटा जिहा टुकड़ा भी लेंगी, इत्थे 2.5 तो लैके 2.000 या 5.1, इतना छोटा जिहा टुकड़ा लिया तू, बहुत छोटा है,
ਤਾਂ ਫੋਰਸ ਦੀ ਵੇਰੀਏਸ਼ਨ ਉਸ ਟੁਕੜੇ ਦੇ ਉੱਪਰ ਆਪਾਂ ਮੰਨ ਸਕਦੇ ਹਾਂ ਕਿ ਕਾਂਸਟੈਂਟ ਹੀ ਹੈ ਲਗਭਗ। हाँ जी सर। ਬਹੁਤ ਥੋੜਾ ਜਿਹਾ ਬਦਲਾਅ ਆਏਗਾ ਨਾ, ਜਿਵੇਂ ਮੰਨ ਲਓ हाँ जी। ਮੰਨ ਲਾ 2 ਤੇ ਹੀ ਲਿਆ, ਤੂੰ 2 ਤੇ ਲਿਆ ਤਾਂ 8 ਨਿਊਟਨ ਆਇਆ, ਤੂੰ 2.0000000001 ਲਿਆ ਮੰਨ ਲਾ, ਇਹਦੇ ਉੱਪਰ ਕਿੰਨਾ ਆਏਗਾ ਫੋਰਸ, ਦਿਸ ਦਾ ਸਕੁਅਰ ਇਨਟੂ 2, ਇਹ ਵੀ ਲਗਭਗ ਨੀਅਰਲੀ 8.0000 ਕੁਝ ਆਏਗਾ ਨਾ। हाँ जी सर। ਤਾਂ ਆਪਾਂ ਇਹਨੂੰ ਬਹੁਤ ਛੋਟੇ ਛੋਟੇ ਟੁਕੜਿਆਂ 'ਚ ਵੰਡ ਲੈਂਦੇ ਆ। ਇੰਟੀਗ੍ਰੇਸ਼ਨ ਦਾ ਪ੍ਰੋਸੀਜਰ ਹਮੇਸ਼ਾ ਹੀ ਇਹ ਹੁੰਦਾ, ਧਿਆਨ ਰੱਖੋ, ਹੁਣ ਗੱਲ ਸਮਝੋ ਧਿਆਨ ਨਾਲ ਮੇਰੀ, ਮੈਂ ਕੀ ਕਹਿ ਰਿਹਾ ਹਾਂ। ਸੋ ਇੱਥੇ ਆਪਾਂ ਜਦੋਂ ਵਰਕ ਡਨ ਪਤਾ ਕਰਾਂਗੇ, ਆਪਾਂ ਰੈਂਡਮਲੀ ਮੰਨ ਲਵਾਂਗੇ ਕਿ ਆਬਜੈਕਟ ਮੰਨ ਲਓ ਕਿਸੇ ਵੀ ਪੋਜੀਸ਼ਨ x ਤੇ ਪਹੁੰਚਿਆ ਹੋਇਆ, ਇਹ x ਪੋਜੀਸ਼ਨ ਹੈ, ਉੱਥੋਂ ਉਹਨੂੰ ਥੋੜਾ ਜਿਹਾ ਵੀ ਅੱਗੇ ਲੈ ਕੇ ਜਾਣਾ ਜੇ, ਇੱਥੇ ਜਿਹੜੀ ਇੱਥੇ ਫੋਰਸ ਨੂੰ ਤੁਸੀਂ 2x ਕੇ ਲੈ ਸਕਦੇ ਹੋ ਨਾ, ਕਿਉਂਕਿ x ਤੇ ਡਿਪੈਂਡ ਕਰਦਾ, x ਦੇ ਵੈਲਿਊ ਪੁੱਟ ਕੀਤੀ ਨਹੀਂ ਮੈਂ ਹਲੇ, x ਦੀ ਫਾਰਮ 'ਚ ਹੀ ਆ ਤਾਂ ਇਹ 2x ਸਕੁਅਰ ਕਾਂਸਟੈਂਟ ਥੋੜੀ ਹੈ, ਇਹ x ਦੇ ਬਦਲਣ ਨਾਲ ਆਪਣੇ ਆਪ ਬਦਲ ਰਿਹਾ। ਮੈਂ ਇੱਕ ਰੈਂਡਮ ਪੋਜੀਸ਼ਨ ਲਈ 1 2 3 4 ਦੇ ਚੱਕਰ ਤੋਂ ਤੁਹਾਨੂੰ ਕੱਢਤਾ ਬਾਹਰ, ਮੈਂ ਕਿਹਾ ਬਸ ਤੁਸੀਂ ਮੰਨ ਲਓ x ਪੋਜੀਸ਼ਨ ਤੇ ਹੈ ਬਸ, ਤੇ x 0 ਤੋਂ ਸ਼ੁਰੂ ਹੋ ਕੇ x ਤੱਕ ਪਹੁੰਚ ਗਿਆ, ਆ x ਇਸ ਜਗ੍ਹਾ ਤੇ ਜਿਹੜਾ ਵਰਕ ਡਨ ਹੋਏਗਾ, ਸਮਾਲ ਵਰਕ ਡਨ ਕਿਵੇਂ ਕੈਲਕੂਲੇਟ ਕੀਤਾ ਜਾਏਗਾ, ਇਹ ਆਪਾਂ ਮੈਂ ਕੈਲਕੂਲੇਟ ਕਰਨ ਜਾ ਰਿਹਾ, ਵਰਕ ਡਨ ਬਾਈ ਵੇਰੀਏਬਲ ਫੋਰਸ। ਹੁਣ ਇੱਥੇ ਜਿਹੜਾ ਵਰਕ ਡਨ ਹੋਏਗਾ, ਸਮਾਲ ਵਰਕ ਡਨ ਹੋਏਗਾ, ਉਹ ਕੀ ਹੋਏਗਾ, ਫੋਰਸ ਉਸ ਜਗ੍ਹਾ ਤੇ ਜਿੰਨਾ ਡਾਟ dr ਕੀ ਹੈ, ਸਮਾਲ ਡਿਸਪਲੇਸਮੈਂਟ ਹੈ। ਦੇਖੋ ਜੇ ਤਾਂ 1 ਡਾਇਮੈਂਸ਼ਨਲ ਮੋਸ਼ਨ ਹੋਏਗਾ x ਐਕਸਿਸ ਵਾਲੇ ਪਾਸੇ, ਤਾਂ ਤੁਹਾਡੀ ਡਿਸਪਲੇਸਮੈਂਟ ਇਸੇ ਡਾਇਰੈਕਸ਼ਨ 'ਚ ਹੋਏਗੀ, ਤਾਂ ਤੁਸੀਂ dr ਨੂੰ ਬੇਸਿਕਲੀ dx ਹੀ ਕਹਿ ਦੋਗੇ। ਤੇ ਜੇ ਪਲੇਨ ਹੋਏਗਾ ਤੁਹਾਡਾ, ਪਲੇਨ 'ਚ ਕੋਈ dr ਹੋਏਗੀ, ਤਾਂ ਉਹ dx i ਕੈਪ dy j ਕੈਪ ਹੋਏਗੀ ਨਾ। हाँ जी। ਸੋ ਇਹ ਆਪਾਂ ਅਲੱਗ-ਅਲੱਗ ਮੈਂ ਕਰਾਉਂਗਾ, ਅੱਗੇ ਵੀ ਤੁਹਾਨੂੰ ਕਰਾਉਂਗਾ, ਪਰ ਇੱਥੇ ਫਿਲਹਾਲ ਆਪਾਂ ਲੈ ਕੇ ਚੱਲਦੇ ਚਲੋ ਛੱਡੋ। ਸੋ ਫੋਰਸ ਕਿੰਨਾ ਆ, ਫੋਰਸ ਦਾ ਮੈਗਨੀਟਿਊਡ ਕਿੰਨਾ ਹੈ, 2x ਸਕੁਅਰ ਹੈ। डिस्प्लेसमेंट का मैग्नीट्यूड कितना आया, dx है ना, क्योंकि x की डायरेक्शन च लिया ना मैं डिस्प्लेसमेंट, ते cos ऑफ एंगल बिटवीन देम कितना आया 0 आ अपना स्मॉल वर्क डन आ रहा वा, किसी भी रैंडम पोजीशन च लिया आप x ते डिपेंडेंस ले ली ना, ओदी कितना आ जाएगा, ये आ जाएगा। सो देयरफॉर टोटल वर्क हाँ जी सर। ਤੁਸੀਂ ਪਤਾ ਕਰਨਾ ਆ। ਹੁਣ ਆਪਾਂ ਟੋਟਲ ਵਰਕ ਡਨ ਤੇ ਤੁਸੀਂ ਅਲੱਗ-ਅਲੱਗ ਜਿਹੜੇ ਲਓਗੇ, ਆਪਣੇ ਆਪ ਇੰਟੀਗ੍ਰੇਸ਼ਨ ਦੇ ਫਾਰਮੂਲੇ 'ਚ ਹੋ ਜਾਂਦਾ ਸਾਰਾ ਕੁਝ, ਜਿਵੇਂ ਡਿਫਰੈਂਸ਼ੀਏਸ਼ਨ 'ਚ ਹੋ ਜਾਂਦਾ, ਡੈਰੀਵੇਟਿਵ ਅਲੱਗ-ਅਲੱਗ ਕਰ ਦਿੰਦੇ ਹਰ x ਦੀ। सर मतलब ਆਪਾਂ ਇੱਥੇ ਹਾਂਜੀ ਬੋਲੋ ਬੋਲੋ, ਬਸ ਆ ਸਰ ਮਤਲਬ ਆਪਾਂ ਇੱਥੇ ਵੇਰੀਏਬਲ ਫੋਰਸ ਨੂੰ ਐਡ ਕਰ ਰਹੇ ਹਾਂਗੇ, ਬਸ ਆਪਣੇ ਆਪ ਵੇਰੀਏਸ਼ਨ ਵੀ ਵਿੱਚ ਨਾਲ ਨਾਲ ਚੱਲੀ ਜਾ ਰਹੀ ਹੈ। ਤੇ x ਦੀ ਵੈਲਿਊ ਕਿੱਥੋਂ, ਇੱਥੇ x ਦੀ ਵੀ ਲਿਮਿਟ ਪੁੱਟ ਕਰੂੰਗਾ ਨਾ, dx ਹੈ ਇੱਥੇ, x ਦੀ ਵੈਲਿਊ ਕਿੰਨੇ ਤੋਂ, ਹਾਂਜੀ ਹਾਂਜੀ 0 ਤੋਂ x ਦੀ ਵੈਲਿਊ ਕਿੱਥੇ ਤੱਕ, 5 ਤੱਕ। ਹਾਂਜੀ ਸਰ ਠੀਕ ਹੈ। ਤੇ ਇਹ ਆਟੋਮੈਟਿਕਲੀ ਇੰਟੀਗ੍ਰੇਸ਼ਨ ਦਾ ਤੁਹਾਨੂੰ ਮਤਲਬ ਸਮਝਾਏਗਾ। ਹੁਣ ਦੇਖੋ 2 ਬਾਹਰ ਆ ਜਾਏਗਾ, ਕਾਂਸਟੈਂਟ ਹੀ ਆ, ਤਾਂ x ਸਕੁਅਰ ਦਾ ਇੰਟੀਗਰਲ ਕੀ ਹੋਏਗਾ, x ਕਿਊਬ ਬਟਾ 3, ਤੇ ਲਿਮਿਟ ਪੁੱਟ ਕਰਨੀ ਹੈ ਆਪਾਂ x 0 ਤੋਂ ਲੈ ਕੇ 5 ਤੱਕ, ਇਹ 2 ਬਾਹਰ ਆ ਜਾਏਗਾ, 5 ਨੂੰ ਪੁੱਟ ਕਰ 5 5 25 5 125 ਬਟਾ 3, ਤੇ ਮਾਈਨਸ 0 ਹੀ ਹੋ ਜਾਏਗਾ, ਤਾਂ ਮੈਂ ਛੱਡ ਦਿੱਤਾ, ਕਿੰਨਾ ਆ ਜਾਏਗਾ 250 ਬਟਾ 3 ਜਾਊਲ वर्क होएगा। बस हो गया काम, ठीक है सर। ठीक है ना गल। देखो ये हर जगह हुंदा है, हर जगह। कई बार ਆਪਾਂ ਇੱਥੇ ਡਿਸਪਲੇਸਮੈਂਟ ਨੂੰ ਵੰਡਿਆ ਨਾ, ਇੱਥੇ ਆਪਾਂ ਕਈ ਵਾਰ ਆਪਾਂ ਟਾਈਮ ਨੂੰ ਵੰਡਦੇ ਆ, ਪਤਾ ਕਿੱਥੇ ਵੰਡਦੇ ਆ, ਮੈਂ ਦਿਖਾਣਾ ਹੁਣੀ, ਆ ਦੇਖੋ ਉਹ ਆਪਾਂ ਕਰਦੇ ਆ ਕਾਈਨੈਮੈਟਿਕਸ ਦੇ ਵਿੱਚ, ਤੇ ਤੁਹਾਨੂੰ ਮੈਂ ਇੱਕ ਟੌਪਿਕ ਵੀ ਕਰਵਾਉਣਾ ਹੈ ਐਕਸਟਰਾ ਟੌਪਿਕਸ ਵਿੱਚ ਹੁਣੀ, ਜਦੋਂ ਐਕਸਲਰੇਸ਼ਨ ਬਦਲੇਗੀ। ਕਾਈਨੈਮੈਟਿਕਸ ਵਿੱਚ ਕੀ ਕਰਦੇ ਸੀ ਅਸੀਂ, ਆਪਾਂ ਮੰਨ ਲਓ ਕੈਲਕੂਲੇਟ ਕਰਨਾ ਹੈ distance traveled by varying speed या velocity, straight line च velocity ਨੂੰ speed ਦੀ ਉਹਦਾ magnitude ਹੀ ਲੈਣੇ ਤਾਂ varying speed ਕਹਿ ਦਿੰਦੇ। ਚਲੋ ਮੈਂ ਇਹਦਾ ਮਤਲਬ ਕੀ ਹੈ, ਜਿਹੜੀ velocity ਹੈ, velocity ਉਹ constant ਨਹੀਂ ਹੈ, ਬਲਕਿ velocity ਦੀ time ਤੇ depend ਕਰ ਰਹੀ ਹੈ। ਮੰਨ ਲਓ velocity ਜਿਹੜੀ ਹੈ ਉਹ object ਦੀ, ਉਹ ਮੰਨ ਲਓ t square प्लस 1 है, जिवें फोर्स अपना नहीं आया सी इक्वल 2x स्क्वायर है ना, उवें वेलोसिटी टाइम ते डिपेंड कर रही है। मतलब हुण टाइम 0 ते वेलोसिटी कितनी है 10, सो 1, हां, ते टाइम 1 सेकंड बाद कितनी हो जाएगी, सो 2, ते 2 सेकंड बाद 5 हो जाएगी। हाँ जी सर। तो वेलोसिटी बदल रही है ना। यस सर। तो जदों तू टाइम नु मान लो उन्होंने क्या फाइंड करो डिस्टेंस ट्रैवल्ड फ्रॉम, ਇਹ ਮੈਂ ਤੁਹਾਨੂੰ ਪ੍ਰੈਕਟੀਕਲ ਦੱਸ ਰਿਹਾ ਹਾਂ, ਸਾਰਾ ਕੈਲਕੂਲਸ ਮੈਥਡ ਬੁੱਥਡ ਜਿਹੜੇ ਤੁਸੀਂ ਕਰਦੇ ਹੋ ਨਾ, ਉਹਦਾ ਪ੍ਰੈਕਟੀਕਲ ਦੱਸ ਰਿਹਾ ਮੈਂ ਸਿੱਧਾ ਹੀ, ਕਿ ਫਾਈਂਡ ਡਿਸਪਲੇਸਮੈਂਟ
from time is equal to कुछ भी ले लो तुसी 2 सेकंड तो शुरू कर लो तो लेके 5 सेकंड तक। ਹੁਣ ਤੈਨੂੰ ਵੀ ਪਤਾ ਹੈ ਕਿ 2 ਸੈਕਿੰਡ ਤੋਂ 5 ਸੈਕਿੰਡ ਤੱਕ ਬੋਡੀ ਦੀ ਵੈਲੋਸਿਟੀ ਬਦਲਦੀ ਰਹੀ ਹੈ। ਇਹਦੀ Yes, sir. ਇਨੀਸ਼ੀਅਲ ਵੈਲੋਸਿਟੀ ਕਿੰਨੀ ਆਏਗੀ ਇੱਥੋਂ? ਜੇ 5. ਹਨਾ 5 ਆਏਗੀ ਤੇ ਜਦੋਂ ਬੋਡੀ ਉੱਥੇ 5 ਤੇ ਪਹੁੰਚੇਗੀ ਉਸ ਟਾਈਮ ਦੀ ਵੈਲੋਸਿਟੀ ਕਿੰਨੀ ਹੋ ਚੁੱਕੀ ਹੋਏਗੀ? 26. ਹਨਾ? ਤੇ ਹਾਂਜੀ। ਇੱਥੇ ਜੇ ਮੈਂ ਟਾਈਮ ਦੇ ਇੰਟਰਵਲ ਨੂੰ ਛੋਟੇ ਛੋਟੇ ਟੁਕੜਿਆਂ 'ਚ ਵੰਡਾਂ dt 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 ਹਰ ਇੱਕ dt ਵਿੱਚ ਡਿਸਟੈਂਸ ਟਰੈਵਲਡ ਅਲੱਗ-ਅਲੱਗ ਆਏਗਾ ਨਾ। Yes, sir. ਤੇ ਆਪਾਂ ਉਸ ਨੂੰ ਕਿਵੇਂ ਕਰਾਂਗੇ? ਆਪਾਂ ਕਹਾਂਗੇ ਮੰਨ ਲਓ ਕਿਸੇ ਵੀ ਜਗ੍ਹਾ ਤੇ ਟਾਈਮ t ਹੈ ਤਾਂ ਉੱਥੇ ਡਿਸਟੈਂਸ ਟਰੈਵਲਡ ਜਿਹੜਾ ਛੋਟਾ ਡਿਸਟੈਂਸ ਟਰੈਵਲ ds ਪਤਾ ਕਰੂੰਗਾ ਉਹ ਕੀ ਹੋਏਗਾ ਵੈਲੋਸਿਟੀ ਐਟ that time t into dt ਵੈਲੋਸਿਟੀ ਇਨਟੂ ਟਾਈਮ ਕਿਉਂਕਿ ਉੱਥੇ ਆਪਾਂ ਮੰਨ ਕੇ ਚੱਲ ਰਹੇ ਹਾਂ ਕਿ dt ਇੰਨਾ ਛੋਟਾ ਲਿਆ ਕਿ ਉੱਥੇ ਵੈਲੋਸਿਟੀ ਬਦਲੀ ਹੀ ਨਹੀਂ ਹੈ ਜਿਵੇਂ ਫੋਰਸ ਨੂੰ ਲੈ ਲਿਆ ਸੀ ਮੈਂ। ਹਾਂਜੀ। ਤੇ ਆਪਾਂ dt ਦਾ ਮਤਲਬ ਇਹ ਮੰਨਦੇ ਨਾ ਬਹੁਤ ਛੋਟਾ ਅਪਰੋਚਸ ਟੂ 0 ਜਿਵੇਂ ਡਿਫਰੈਂਸ਼ੀਏਸ਼ਨ ਸਮਝਾਈ ਸੀ ਤੁਹਾਨੂੰ। ਹੁਣ ਇੱਥੇ ਜੇ ਤੈਨੂੰ ਪਤਾ ਕਰਨ ਨੂੰ ਕਹਾਂ ਤੂੰ ਵੈਲੋਸਿਟੀ ਆਫ ਟਾਈਮ ਵੈਲੋਸਿਟੀ ਇਨ ਟਰਮਸ ਆਫ ਟਾਈਮ ਪੁੱਟ ਕਰ ਦੇਂਗੀ ਨਾ ਤੈਨੂੰ ਗਿਵਨ ਹੈ ਨਾ। Yes, sir. ਤੇ ਜਦੋਂ ਮੈਨੂੰ ਕੋਈ ਕਹੇ ਟੋਟਲ ਡਿਸਟੈਂਸ ਟਰੈਵਲ ਪਤਾ ਕਰੋ ਮੈਂ ਕੀ ਕਰਾਂਗਾ? ਮੈਂ ਕਹੂੰਗਾ s ਬਰਾਬਰ ਹੈ ਇੰਟੀਗਰਲ ਆਫ ds ਮਤਲਬ ds ਦੇ ਛੋਟੇ ਛੋਟੇ ਟੁਕੜਿਆਂ ਨੂੰ ਜੋੜ ਦੋ। ਇਹਦਾ ਮਤਲਬ ਸਿਰਫ ਇਹਦਾ ਸਿਰਫ ਮਤਲਬ ਹੈ ਵੀ ਜੋੜ ਦੋ। ਇੱਥੇ ਕਰਨਾ ਹੈ ਤੇ ਟਾਈਮ ਦੀ ਲਿਮਿਟ ਕੀ ਪੁੱਟ ਕਰੂੰਗਾ ਦੱਸੋ ਮੈਨੂੰ? Sir, 2 to 5. ਤੇ ਹੁਣ ਤੈਨੂੰ ਪਤਾ t² + 1 ਦਾ ਇੰਟੀਗਰਲ ਕੀ ਹੋਏਗਾ ਇਨ ਟਰਮਸ ਆਫ dt? By 3 plus t. 2 ਤੋਂ ਲੈ ਕੇ 5 ਤੱਕ। 5. 5 ਪੁੱਟ 5 5 125 ਬਟਾ 3 ਜਮਾ 5 ਇਹ ਆ ਗਿਆ 5 ਪੁੱਟ ਕਰਕੇ ਮਾਈਨਸ 2 2 4 2 8 ਬਟਾ 3 ਜਮਾ 2 ਇਹ ਆ ਗਿਆ 2 ਪੁੱਟ ਕਰਕੇ ਇਹ ਆ ਜਾਊਗਾ 5 ਤੇ 15 140 ਬਟਾ 3 ਮਾਈਨਸ ਇਹ 3 2 6 8 6 14 ਬਟਾ 3 ਇਹ ਆ ਜਾਊਗਾ 126 ਬਟਾ 3 ਇਹ ਆ ਜਾਊਗਾ 3 ਚੌਕੇ 12 3 2 6 42 ਮੀਟਰ ਆਂਸਰ। 10 ਗੱਲ ਕਲੀਅਰ ਹੋਈ? ਹਾਂਜੀ ਸਰ ਹੋ ਗਈ। ਸੋ ਇੰਟੀਗ੍ਰੇਸ਼ਨ ਦੇਖੋ ਐਂ ਹੀ ਕੰਮ ਕਰਦੀ ਹੈ ਹੋਰ ਕਿਵੇਂ ਕੰਮ ਕਰਦੀ ਹੈ। ਇਸੇ ਲਈ ਇਸੇ ਚੀਜ਼ ਨੂੰ ਜਦੋਂ ਗ੍ਰਾਫ ਤੇ ਦੇਖਣਾ ਹੁੰਦਾ ਹੈ ਹੁਣ ਸਾਰੇ ਜਣੇ ਧਿਆਨ ਨਾਲ ਸਮਝੋ ਇਸ ਗੱਲ ਨੂੰ ਜਿਨ੍ਹਾਂ ਨੂੰ ਪੁਰਾਣੇ ਟੌਪਿਕਸ ਵਿੱਚ ਥੋੜੀ ਬਹੁਤੀ ਵੀ ਕਨਫਿਊਜ਼ਨ ਹੈ। ਜਦੋਂ ਮੈਂ ਵੈਲੋਸਿਟੀ ਤੇ ਟਾਈਮ ਦਾ ਗ੍ਰਾਫ ਬਣਾਉਂਦਾ ਹਾਂ ਵੈਲੋਸਿਟੀ ਇੱਧਰ ਪਲਾਟ ਕਰਦਾ ਹਾਂ ਟਾਈਮ ਇੱਧਰ ਪਲਾਟ ਕਰਦਾ ਹਾਂ ਤੇ ਟਾਈਮ ਨੂੰ ਮੈਂ 2 ਤੋਂ ਲੈ ਕੇ 5 ਤੱਕ ਪਲਾਟ ਕਰਦਾ ਹਾਂ ਗ੍ਰਾਫ ਨੂੰ। 2 ਤੇ ਮੇਰੀ ਵੈਲੋਸਿਟੀ ਸੀਗੀ 2 2 4 ਤੇ 1 5 1 2 3 4 5 ਮੰਨ ਲਓ ਇੱਥੇ ਸੀਗੀ ਤੇ 5 ਤੇ ਪਹੁੰਚ ਗਈ 26 ਮੰਨ ਲਓ ਤਾਂ ਵੈਲੋਸਿਟੀ ਬਦਲਦੀ ਜਿਵੇਂ ਵੀ ਬਦਲਦੀ ਗਈ ਹੈ ਜਿਵੇਂ ਬਦਲ ਗਈ ਉਹ ਮੈਨੂੰ ਨਹੀਂ ਪਤਾ ਠੀਕ ਹੈ ਮੈਂ ਬਸ ਰੱਖਤਾ ਵੈਸੇ ਤਾਂ ਉੱਪਰ ਨੂੰ ਬਣੇਗਾ ਗ੍ਰਾਫ ਚਲੋ ਕੋਈ ਗੱਲ ਨਹੀਂ ਐਂ ਬਣਾ ਦੋ। ਤਾਂ ਜਦੋਂ ਛੋਟਾ ਜਿਹਾ dt ਲਿਆ ਤੂੰ ਆ ਦੇਖ ਛੋਟਾ ਜਿਹਾ dt ਲਿਆ ਛੋਟਾ ਜਿਹਾ dt ਤੇ ਛੋਟੇ ਜਿਹੇ dt ਨੂੰ ਤੂੰ ਕਿੰਨੀ ਵੈਲੋਸਿਟੀ ਨਾਲ ਮਲਟੀਪਲਾਈ ਕੀਤਾ ਜਿੰਨੀ ਵੈਲੋਸਿਟੀ ਇਸ ਟਾਈਮ ਤੇ t ਟਾਈਮ ਤੇ ਸੀਗੀ। ਇਸ ਟਾਈਮ ਤੇ ਜਿਵੇਂ ਇਸ ਟਾਈਮ ਤੇ ਇਹ dt ਇੰਨਾ ਛੋਟਾ ਲਿਆ ਨਾ ਤੁਸੀਂ ਕਿ ਉਹ dt ਮਤਲਬ ਬਹੁਤ ਛੋਟਾ ਲਿਆ ਮੈਂ ਬਹੁਤ ਛੋਟਾ ਇੱਥੇ ਦਿਖਾਈ ਦਿੰਦਾ ਇੰਨਾ ਛੋਟਾ ਲਿਆ ਕਿ ਉੱਪਰ ਜਿਹੜੀ ਵੇਰੀਏਸ਼ਨ ਹੈ ਉਹ ਹੈ ਹੀ ਨਹੀਂ ਕੋਈ ਠੀਕ ਹੈ। ਯੈਸ ਸਰ। ਤੇ ਉੱਪਰ ਫਿਰ ਆ ਇੱਕ ਪੁਆਇੰਟ ਦੀ ਤਰ੍ਹਾਂ ਬਿਹੇਵ ਕਰ ਸਕਦਾ ਹੈ ਆ ਵਾਲਾ ਪੁਆਇੰਟ ਉੱਪਰ ਵਾਲਾ। ਹਾਂਜੀ। ਇਸ ਪੁਆਇੰਟ ਦੇ ਉੱਪਰ ਆਪਾਂ ਦੇਖਾਂਗੇ ਕਿ ਆ ਜਿਹੜਾ t ਦੀ ਜੋ ਵੀ ਵੈਲਿਊ ਇੱਥੇ ਸੀਗੀ ਮੰਨ ਲਓ 2 ਸੀ ਜਾਂ 3 ਸੀ ਉਹਦੇ ਉੱਪਰ ਤੁਸੀਂ ਦੇਖ ਲਓ ਵੈਲੋਸਿਟੀ ਕਿੰਨੀ ਹੈ ਆ ਰਹੀ। ਤੁਸੀਂ vt ਨੂੰ ਵੈਲੋਸਿਟੀ ਨੂੰ ਇਸ ਟਾਈਮ ਨਾਲ dt ਨਾਲ ਮਲਟੀਪਲਾਈ ਕਰੋਗੇ ਤਾਂ ਤੁਹਾਨੂੰ ਮਿਲੇਗੀ ਉਸ ਜਗ੍ਹਾ ਤੇ ਥੋੜੀ ਜਿਹੀ ਡਿਸਪਲੇਸਮੈਂਟ ਉਹ ਛੋਟੀ ਜਿਹੀ ਡਿਸਪਲੇਸਮੈਂਟ ਅਸਲ ਵਿੱਚ ਆ ਵਾਲੀ ਸਟ੍ਰਿਪ ਦਾ ਏਰੀਆ ਹੋਏਗਾ ਕਿ ਨਹੀਂ। ਯੈਸ ਸਰ। ਹਨਾ dt ਦੀ ਚੌੜਾਈ vt ਦੀ ਲੰਬਾਈ ਆ ਤਾਂ vt into dt ਇੰਟੀਗਰਲ 2 ਤੋਂ ਲੈ ਕੇ 5 ਤੱਕ ਮਤਲਬ 2 ਤੋਂ 5 ਤੱਕ ਉਹ ਕਹਿ ਰਹੇ ਨੇ ਕਿ ਤੁਸੀਂ ਆਹੀ ਕੰਮ ਕਰੀ ਜਾਓ ਇਹਨੂੰ ਅੱਗੇ ਅੱਗੇ ਸਟ੍ਰਿਪਸ ਬਣਾਈ ਜਾਓ ਛੋਟੇ ਛੋਟੇ dt ਤੇ ਉਹਨਾਂ ਦੇ ਉਹ ਕਰ ਕਰਕੇ ਐਡ ਕਰੀ ਜਾਓ ਜਦੋਂ ਐਡ ਕਰੀ ਜਾਏਗੀ ਤਾਂ ਏਰੀਆ ਕਿਹਦਾ ਆਏਗਾ ਫਿਰ ਸਰ ਗ੍ਰਾਫ ਏਰੀਆ ਇਨ ਦ ਗ੍ਰਾਫ 2 ਤੋਂ ਲੈ ਕੇ 5 ਦੇ ਨੀਚੇ ਵਾਲਾ ਸਾਰਾ ਏਰੀਆ ਹੀ ਆ ਜਾਏਗਾ ਫਿਰ ਤਾਂ ਉਹ ਹਾਂਜੀ ਸਰ। ਪਤਾ ਲੱਗੀ ਗੱਲ। ਹਾਂਜੀ ਸਰ। ਉਹ ਅਸਲ ਵਿੱਚ ਡਿਸਪਲੇਸਮੈਂਟ ਆ ਜਾਏਗੀ ਆਪਣੀ ਇਸੇ ਲਈ ਅਸੀਂ ਵੈਲੋਸਿਟੀ ਟਾਈਮ ਗ੍ਰਾਫ ਵਿੱਚ ਉਹ ਕਰਦੇ ਆ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਤੇ ਨੂਮੈਰੀਕਲ ਵੀ ਇਹੀ ਕਰ ਲੈਂਦੇ ਆ ਸਿੱਧਾ ਹੀ ਏਰੀਆ ਪਤਾ ਕਰ ਲੈਂਦੇ ਆ। ਫਿਰ ਇੱਥੇ ਆਪਾਂ ਨੂੰ ਜਦੋਂ ਗ੍ਰਾਫ ਗਿਵਨ ਹੁੰਦਾ ਤਾਂ ਇੰਟੀਗ੍ਰੇਸ਼ਨ ਦੀ ਲੋੜ ਪੈਂਦੀ ਆ ਨਹੀਂ ਸਰ। ਨਹੀਂ ਜੇ ਆਪਾਂ ਨੂੰ ਇਸ ਤਰ੍ਹਾਂ ਦਿੱਤਾ ਹੋਏਗਾ ਤਾਂ ਆਪਾਂ ਇੰਟੀਗ੍ਰੇਸ਼ਨ ਕਰ ਦਾਂਗੇ
ਇਸ ਤਰ੍ਹਾਂ ਜੋ ਉੱਪਰ ਸੌਰੀ ਇਹਦੇ ਵਿੱਚ ਸੀ, ਤੇ ਨਹੀਂ ਤਾਂ ਗ੍ਰਾਫ ਤੋਂ ਕੱਢ ਲਾਂਗੇ। ਠੀਕ ਹੈ, ਇਸੇ ਤਰ੍ਹਾਂ ਆ ਫੋਰਸ ਜਾਂ 2x ਸਕੁਅਰ ਹੈਗਾ ਆ, ਜੇ ਮੈਂ ਇਹਦਾ ਗ੍ਰਾਫ ਬਣਾ ਦਵਾਂ ਇੱਥੇ, ਜੇ ਮੈਂ ਫੋਰਸ ਨੂੰ ਪਲਾਟ ਕਰ ਦਵਾਂ ਇਸ ਪਾਸੇ, ਫੋਰਸ ਨੂੰ ਪਲਾਟ ਕਰ ਦਵਾਂ ਇਸ ਪਾਸੇ, ਤੇ ਇੱਧਰ ਕਿਹਨੂੰ ਪਲਾਟ ਕਰਦਾ, ਡਿਸਪਲੇਸਮੈਂਟ ਨੂੰ, ਜਿਹੜੀ ਕਿ ਆਪਾਂ ਇੱਥੇ ਇੱਕ ਸਿੰਗਲ ਡਾਇਮੈਂਸ਼ਨ ਚ ਲੈ ਰਹੇ ਹਾਂ, ਤਾਂ ਆਪਾਂ ਨੂੰ ਕਹਿ ਦਿੰਦੇ ਆ ਕਿ ਬੇਸਿਕਲੀ ਇਹ ਆਪਣੇ ਕੋਲ ਕੀ ਹੈ, x ਹੈ ਨਾ, ਹਾਂਜੀ ਫੋਰਸ ਹੈ। ਹੁਣ ਫੋਰਸ ਦਾ ਫਾਰਮੂਲਾ x 0 ਤੋਂ ਲੈ ਕੇ 5 ਤੱਕ ਪਲਾਟ ਕਰਨਾ ਹੈ ਆਪਾਂ, ਤੇ f 2x ਸਕੁਅਰ ਹੈ, ਤਾਂ 0 ਤੋਂ ਸ਼ੁਰੂ ਹੋਏਗਾ, x 1 ਤੇ ਆਪਾਂ ਨੂੰ ਫੋਰਸ ਪਤਾ ਕਿੰਨਾ ਹੈਗਾ, 8 ਨਿਊਟਨ ਆਏਗਾ, ਇੱਥੇ 50 ਨਿਊਟਨ ਪਹੁੰਚ ਜਾਏਗਾ, ਹਨਾ, ਤਾਂ ਉਹ ਫੋਰਸ ਮੰਨ ਲਓ ਐ ਪਹੁੰਚ ਜਾਏਗਾ। ਠੀਕ ਹੈ, ਯੈਸ ਸਰ। ਤੇ ਜਿਹੜਾ 250/3 ਹੈ ਉੱਪਰੋਂ ਤੁਸੀਂ ਕੈਲਕੂਲੇਟ ਕਰਕੇ ਆਇਆ ਨਾ ਇੰਨਾ, ਉਹ ਬੇਸਿਕਲੀ ਆਏਗਾ, ਸਿੱਧਾ ਏਰੀਆ ਆਊਗਾ। ਹਾਂ, ਸੋ ਇਹਦਾ ਮਤਲਬ ਅਗਰ ਵਰਕ ਡਨ ਬਾਈ ਵੇਰੀਏਬਲ ਫੋਰਸ ਕਰਨਾ ਹੈ, ਐਂਡ ਅਗਰ ਤੁਹਾਨੂੰ ਫੋਰਸ ਤੇ ਡਿਸਪਲੇਸਮੈਂਟ ਦੇ ਅੰਡਰ ਏਰੀਆ ਗ੍ਰਾਫ ਗਿਵਨ ਹੈ, ਤਾਂ ਉਹਦੇ ਨੀਚੇ ਦਾ ਏਰੀਆ ਪਤਾ ਕਰਕੇ ਵੀ ਫੋਰਸ ਮਿਲ ਜਾਏਗਾ। ਹਾਂਜੀ ਯੋਗੇਸ਼। ਸਰ ਜਿਹੜੀ ਉੱਪਰ ਤੁਸੀਂ ਇੰਟੀਗ੍ਰੇਸ਼ਨ ਕੀਤੀ ਉਹ ਨਹੀਂ ਸਮਝ ਆਈ, ਕਿੱਦਾਂ ਕੀਤੀ ਮਤਲਬ? ਹਾਂ, ਨਹੀਂ ਸਰ ਉੱਪਰ ਇਸ ਤੋਂ ਵੀ ਇਹਦੇ ਉੱਪਰ ਤਾਂ ਮੈਂ ਕੀਤੀ ਨਹੀਂ, ਅਗਲੇ ਪੇਜ ਤੇ ਜਿਹੜੀ ਕੀਤੀ ਹੈ। ਹਾਂ ਨਹੀਂ ਸਰ ਉੱਪਰ ਕਰੇ। ਹਾਂਜੀ ਸਰ ਟੀ ਸਕੁਅਰ ਪਲੱਸ 1 ਤੋਂ ਅੱਗੇ ਵਾਲੇ ਸਟੈਪ ਕਿੱਦਾਂ ਕੀਤਾ? ਇੰਟੀਗ੍ਰੇਸ਼ਨ ਦਾ ਫਾਰਮੂਲਾ ਭੁੱਲ ਗਏ ਤੁਸੀਂ? ਟੀ ਸਕੁਅਰ ਦਾ ਕੀ ਹੁੰਦਾ? ਟੀ ਕਿਊਬ ਬਾਈ ਸਰ ਟੀ ਕਿਊਬ ਬਾਈ 3 ਤਾਂ ਪਤਾ ਲੱਗ ਗਿਆ। ਹਾਂ, ਤੇ 1 ਦਾ ਵੀ ਤਾਂ ਹੁੰਦਾ ਹੈ। 1 ਨੂੰ ਕੀ ਲਿਖੇਗਾ? 1 ਦਾ ਇੰਟੀਗਰਲ ਤਾਂ ਆਈ ਹੋਏਗਾ ਨਾ। 1 ਕੀ ਹੋਏਗਾ? ਟੀ ਦੀ ਪਾਵਰ 0 ਹੈ ਇੱਕ ਤਰ੍ਹਾਂ, ਹੈ ਨਾ? ਹਾਂਜੀ ਸਰ। तो यहाँ टी की पावर 0 + 1 बटा 0 + 1 ਕੀ ਬਣਿਆ ਗੱਲਾਂ? ਸਰ ਟੀ ਕਿੱਦਾਂ ਆ ਗਿਆ? ਨਹੀਂ ਦੇਖ ਨਾ ਕਿਵੇਂ ਪਾਵਰ ਫਾਰਮੂਲਾ ਕਿਵੇਂ ਸੋਲਵ ਕਰਦਾ ਤੂੰ, ਇੰਟੀਗ੍ਰੇਸ਼ਨ ਦੇ ਵਿੱਚ ਕਰਵਾਇਆ ਸੀ। ਇਹ ਤਾਂ ਬਹੁਤ ਆਪਾਂ ਇੰਟੀਗ੍ਰੇਸ਼ਨ ਦੇ ਤਾਂ ਉੱਪਰ ਇਹ ਤਾਂ ਬਹੁਤ ਜਨਰਲ ਫਾਰਮੂਲਾ ਆਪਾਂ ਯੂਜ਼ ਕੀਤਾ ਸੀ, ਦੇਖਣਾ ਆਵੇ ਕੀ ਹੁੰਦਾ। ਦੱਸ ਮੈਨੂੰ x ਦੀ ਪਾਵਰ n ਦਾ ਕੀ ਹੁੰਦਾ ਫਾਰਮੂਲਾ, ਦੱਸ। ਸਰ ਠੀਕ ਆ, ਪਤਾ ਲੱਗ ਗਿਆ, ਮੈਨੂੰ ਕਨਫਿਊਜ਼ਨ ਹੋ ਗਈ ਸੀ। ਠੀਕ ਆ, ਪਤਾ ਲੱਗ ਗਿਆ ਸਰ। ਠੀਕ ਹੈ ਨਾ, ਸੋ ਉਹ ਯੂਜ਼ ਕੁਝ ਨਹੀਂ ਹੈ। ਬਾਕੀ ਗੱਲ ਪਤਾ ਲੱਗ ਰਹੀ ਕਿ ਨਹੀਂ? ਹਾਂਜੀ ਸਰ ਬਾਕੀ ਪਤਾ ਲੱਗ ਗਿਆ। ਇਹ ਹਿਮਾਨੀ ਨੇ ਬੜਾ ਵਧੀਆ ਕੁਐਸਚਨ ਪੁੱਛਿਆ ਇਹਦੇ ਵਿੱਚ, ਤੇ ਦੇਖੋ ਇਹਦੇ ਨਾਲ ਆਪਣਾ ਪਿਛਲਾ ਕਾਈਨੈਮੈਟਿਕਸ ਦੇ ਵੀ ਕੈਲਕੂਲਸ ਵੈਲਿਊ ਯਾਨੀ ਵਾਲੀ ਗੱਲ ਹੋਗੀ ਤੇ ਇਹ ਵੀ ਹੋਗੀ। ਵੈਸੇ ਤੁਹਾਨੂੰ ਮੈਂ ਸ਼ਾਇਦ ਏਰੀਆ ਵਾਲਾ ਦੱਸਦਾ, ਤੁਹਾਨੂੰ ਪਹਿਲੇ ਦੱਸਿਆ ਆ ਕਿ ਕੋਈ ਵੀ ਦੋ ਕੁਆਂਟੀਟੀਜ਼ ਹੋਣ ਜਿਨ੍ਹਾਂ 'ਚ ਆਪਾਂ ਕੈਲਕੂਲੇਟ ਕਰਨ, ਅਜੇ ਇਹ ਵਰਕ ਉਹ ਗਿਵਨ ਹੋਵੇ, ਹਨਾ, ਕੁਆਂਟੀਟੀ 1 ਐਂਡ ਕੁਆਂਟੀਟੀ 2, ਤੇ ਕੋਈ ਵੀ ਆਪਣੇ ਕੋਲ ਗ੍ਰਾਫ ਗਿਵਨ ਹੋਵੇ ਤੇ ਉਹਦੇ ਕਿਸੇ ਪਾਰਟਿਕੂਲਰ ਪੁਆਇੰਟ ਤੇ ਜਿਹੜੀ ਡੈਰੀਵੇਟਿਵ ਦੀ ਵੈਲਿਊ ਹੁੰਦੀ ਹੈ ਜਾਂ ਫਿਰ ਸਲੋਪ ਆਫ ਟੈਂਜੈਂਟ ਹੁੰਦੀ ਹੈ, ਉੱਥੋਂ ਸਾਨੂੰ ਕਿਹੜੀ ਕੁਆਂਟੀਟੀ ਮਿਲਦੀ ਹੈ? ਦਿਸ ਕੁਆਂਟੀਟੀ ਬਾय ਦਿਸ ਕੁਆਂਟੀਟੀ डिवाइड करके। ਐਂਡ ਅਗਰ ਤੁਸੀਂ ਕਿਸੇ ਇਸ ਕੁਆਂਟੀਟੀ ਦੇ ਕੋਈ ਦੋ ਵੈਲਿਊਜ਼ ਦੇ ਵਿੱਚ ਪਤਾ ਕਰਨੀ ਕੋਈ ਕੁਆਂਟੀਟੀ, ਇਹਨਾਂ ਦੋਨਾਂ ਨੂੰ ਗੁਣਾ ਕਰਕੇ ਜੋ ਆਉਂਦੀ ਹੈ ਉਹ ਕੁਆਂਟੀਟੀ ਦੇ ਏਰੀਆ ਤੋਂ ਮਿਲਦੀ ਹੈ। ਸ਼ਾਇਦ ਮੈਂ ਪਹਿਲਾਂ ਵਾਰ ਤੁਹਾਨੂੰ ਦੱਸਿਆ ਸੀ। ਹਾਂਜੀ ਸਰ ਦੱਸਿਆ ਸੀ। ਠੀਕ ਹੈ, ਸੋ ਉਸ ਤਰ੍ਹਾਂ ਹੀ ਉਹ ਸ਼ਾਇਦ ਉਦੋਂ ਵੀ ਦੱਸਿਆ ਸੀ ਤੁਹਾਨੂੰ, ਵਰਕ ਵਾਲਾ ਵੀ ਦੱਸਿਆ ਸੀ ਕਿ ਫੋਰਸ ਤੇ ਡਿਸਪਲੇਸਮੈਂਟ ਚ ਹੋਏਗਾ ਤਾਂ ਇਹ ਕਲੀਅਰ ਹੈਗਾ। ਸਰ ਹਾਂਜੀ ਸਰ ਇੱਕ ਲਾਸਟ ਪੇਜ ਖੋਲਿਓ। ਹਾਂ ਲਓ ਜੀ, ਸਰ ਇਸ ਤੋਂ ਪਿਛਲਾ ਵਾਲਾ। ਹਾਂ ਲਓ। ਸਰ ਇਹਦੇ ਵਿੱਚ ਤੁਸੀਂ DW ਲਿਖਿਆ, D ਕੀ ਹੈ? DW ਮਤਲਬ ਕਿ ਛੋਟਾ, ਜਿਵੇਂ DX ਕੀ ਹੁੰਦਾ ਵੀ x ਦਾ ਛੋਟਾ ਟੁਕੜਾ, ਥੋੜਾ ਜਿਹਾ ਅਮਾਉਂਟ। ਡੈਲਟਾ ਦੀ ਜਗ੍ਹਾ D ਨਹੀਂ ਯੂਜ਼ ਕਰ, ਡੈਰੀਵੇਟਿਵ ਨਹੀਂ ਕਹਿੰਦਾ D/dx, ਉਹੀ ਵਾਲਾ D ਹੈ। DW ਮਤਲਬ ਛੋਟਾ ਵਰਕ ਡਨ, ਥੋੜਾ ਵਰਕ ਡਨ, ਛੋਟੀ ਜਿਹੀ ਡਿਸਪਲੇਸਮੈਂਟ dx ਦੇ ਲਈ, ਤਾਂ ਉਹਦਾ ਨਾਮ DW ਰੱਖਤਾ। ਸਰ ਠੀਕ ਹੈ, ਉਵੇਂ R ਨਾਲ ਕੀਤਾ। ਇਹ ਪ੍ਰੈਕਟਿਸ ਆਪਾਂ ਹਮੇਸ਼ਾ ਕਰਿਆ ਕਰਾਂਗੇ। D of that ਲਿਖ ਦਿੰਦੇ ਆ ਜਦੋਂ ਆਪਾਂ ਇੰਟੀਗਰਲ ਲਗਾਉਂਦੇ ਨਾ। ਫੋਰਸ ਨੂੰ ਆਪਾਂ ਕਾਂਸਟੈਂਟ ਮੰਨ ਕੇ ਚੱਲ ਰਹੇ ਉਸ ਛੋਟੀ ਉਹਦੇ ਉੱਪਰ, ਇਹਨੂੰ ਆਪਾਂ ਵੇਰੀ ਕੀਤਾ ਨਾ, dr ਤੋੜ ਲਿਆ ਉਹਨੂੰ, ਤਾਂ ਇਹ ਆਪਣਾ ਐਲੀਮੈਂਟ ਆਫ ਇੰਟੀਗ੍ਰੇਸ਼ਨ ਬਣੇਗਾ ਅੱਗੇ ਜਾ ਕੇ, ਬਣ ਗਿਆ। ਸਰ R ਕੀ ਹੈ? डिस्टेंस। R ਹਾਂਜੀ डिस्प्लेसमेंट है, छोटी डिस्प्लेसमेंट। ठीक है, ओके ਹਾਂਜੀ। ਸੋ ਬਹੁਤ ਧਿਆਨ ਨਾਲ ਸਮਝੋ ਇਸ ਗੱਲ ਨੂੰ। ਜਿਵੇਂ ਦੇਖੋ ਹੁਣ ਮੰਨ ਲਓ ਇੱਕ ਫੋਰਸ ਜਿਹੜਾ ਆ, ਫੋਰਸ ਤੁਹਾਨੂੰ ਮੈਂ ਕਿਹਾ ਨਾ, ਫੋਰਸ ਉਲਟੀ ਡਾਇਰੈਕਸ਼ਨ 'ਚ ਵੀ ਬਦਲ ਵੀ ਸਕਦਾ ਨਾ ਆਪਣੇ ਆਪ ਨੂੰ। ਤੇ ਮੰਨ ਲਓ ਕਿ ਆ ਆਪਣਾ ਗ੍ਰਾਫ ਬਣ ਜਾਵੇ ਇਸ ਤਰ੍ਹਾਂ ਕਿ ਫੋਰਸ ਤੇ ਡਿਸਪਲੇਸਮੈਂਟ ਦਾ, ਤਾਂ ਕਈ ਵਾਰ ਫੋਰਸ ਵਾਲਾ ਜਿਹੜਾ ਗ੍ਰਾਫ ਹੈ ਉਹ ਨੀਚੇ ਵੀ ਆ ਜਾਂਦਾ।
ਤੇ ਇਸ ਤਰ੍ਹਾਂ ਆ ਜਾਂਦਾ ਇਸ ਤਰ੍ਹਾਂ ਵੀ ਆ ਜਾਂਦਾ ਗ੍ਰਾਫ। ਹੁਣ ਆ ਫੋਰਸ ਹੈ ਤੇ ਆ ਡਿਸਪਲੇਸਮੈਂਟ ਹੈ। फोर्स ਦਾ ਉੱਪਰ ਨੂੰ ਮਤਲਬ ਪੋਜ਼ਿਟਿਵ ਲਿਆ ਨਾ 1 ਨਿਊਟਨ 2 ਨਿਊਟਨ 3 ਨਿਊਟਨ 4 ਆ ਨੀਚੇ ਕੀ ਲਿਆ ਹੈ ਨੈਗੇਟਿਵ। ਇਹਦਾ ਮਤਲਬ ਫੋਰਸ ਦੇ ਨੈਗੇਟਿਵ ਹੋਣ ਦਾ ਕੀ ਮਤਲਬ ਹੈ ਫੋਰਸ ਉਲਟੀ ਡਾਇਰੈਕਸ਼ਨ ਚ ਹੋ ਗਿਆ। यस अगर फोर्स डिस्प्लेसमेंट ਦੇ ਉਲਟੀ ਡਾਇਰੈਕਸ਼ਨ ਵਿੱਚ ਹੋ ਜਾਏਗਾ 네ਗੇਟਿਵ ਹੋ ਜਾਏਗਾ ਇਹਦਾ ਮਤਲਬ ਕੀ ਫਿਰ cos 180 ਡਿਗਰੀ ਆਏਗਾ ਹਨਾ। यस सर ਬਰਡਨ ਜਿਹੜਾ ਏਰੀਆ ਹੈ ਕਿਨੂੰ ਕੀ ਲਵਾਂਗੇ 네ਗੇਟਿਵ ਇਹਨੂੰ पॉजिटिव ਬਿਲਕੁਲ ਉਵੇਂ ਹੀ ਜਿਵੇਂ ਵੈਲੋਸਿਟੀ ਦੇ ਕੇਸ ਕਰਦੇ ਸੀ ਜਦੋਂ ਵੈਲੋਸਿਟੀ ਟਾਈਮ ਗ੍ਰਾਫ ਵਿੱਚ ਡਿਸਪਲੇਸਮੈਂਟ ਹੁੰਦਾ ਕਦੇ ਵੈਲੋਸਿਟੀ ਦੇ 네ਗੇਟਿਵ ਹੋਣ ਦਾ ਮਤਲਬ ਕੀ ਹੁੰਦਾ ਸੀ अपोजिट डायरेक्शन उल्टी डायरेक्शन पार्टिकल चल गया। अगर वो उल्टी डायरेक्शन चल जाएगा देन ਜਿਹੜਾ ਉਹਦਾ ਆਹ ਵਾਲਾ ਏਰੀਆ ਆਏਗਾ 네ਗੇਟਿਵ ਲੈਣਾ ਪੈਂਦਾ ਕਿਉਂਕਿ ਇਹ ਡਿਸਪਲੇਸਮੈਂਟ 네ਗੇਟਿਵ ਆਏਗੀ ਫਿਰ ਇਹ ਪੋਜ਼ਿਟਿਵ ਆਏਗੀ ਦੋਨਾਂ ਨੂੰ ਜੋੜ ਕੇ ਨੈਟ ਆਂਸਰ ਦੇਣਾ ਪਏਗਾ। ਸੋ ਨੈਟ ਵਰਕ ਡਨ ਇੱਥੇ ਡਿਪੈਂਡ ਕਰੇਗਾ ਇੱਥੇ 네ਗੇਟਿਵ ਆ ਰਿਹਾ ਜਿਵੇਂ ਕਿਉਂਕਿ 네ਗੇਟਿਵ ਵਾਲਾ ਏਰੀਆ ਜ਼ਿਆਦਾ ਹੈ ਪੋਜ਼ਿਟਿਵ ਵਾਲਾ ਘੱਟ ਹੈ। ਠੀਕ ਹੈ ਜੀ ਗੱਲ। यस सर ਉਸ ਤੋਂ ਇਲਾਵਾ ਜਿਹੜੀ ਜਨਰਲ ਗੱਲ ਆਪਾਂ ਕਰਦੇ ਹਾਂ ਜਨਰਲ ਗੱਲ ਆਪਾਂ ਹੁਣ ਮੈਂ ਤੁਹਾਨੂੰ ਪਹਿਲਾਂ ਹੀ ਵੈਕਟਰਸ ਬਹੁਤ ਵਧੀਆ ਕਰਾਈ ਹੋਈ ਹੈ ਕਿ ਦੇਖੋ ਅਗਰ ਮੰਨ ਲਓ ਕੁਐਸਚਨ ਆ ਗਿਆ constant work done ਲਈਏ ਮੰਨ ਲਓ if force acting on a particle is given by ਮੰਨ ਲਓ 2i cap plus 3j cap and it displaces a body या object भी कह सकते हैं from 2 3 2 4 9 4 9 भी ना लो चलो 4 1 ठीक है पोजीशन then find work done। ਹੁਣ ਤੁਹਾਨੂੰ ਪਤਾ ਹੈ ਕਿ ਜਿਹੜਾ ਫੋਰਸ ਹੈ ਤੁਹਾਡਾ ਪਲੇਨ ਦੇ ਵਿੱਚ ਉਹ ਗਿਵਨ ਹੈ ਉਹਦੇ ਕੰਪੋਨੈਂਟਸ ਤੇ ਡਿਸਪਲੇਸਮੈਂਟ ਤੁਸੀਂ ਕੈਲਕੂਲੇਟ ਕਰ ਸਕਦੇ ਹੋ ਨਾ। ਡਿਸਪਲੇਸਮੈਂਟ ਤੁਹਾਨੂੰ ਮੈਂ ਪਹਿਲਾਂ ਹੀ ਕਰਵਾਈ ਹੋਈ ਹੈ ਕਿ ਅਗਰ ਕੋਈ ਪੁਆਇੰਟ ਹੋਏ ਜਿਸ ਦੇ ਕੋਆਰਡੀਨੇਟ x1 y1 ਹੋਣ ਇੱਕ ਦੂਸਰਾ ਪੁਆਇੰਟ ਹੋਵੇ ਜਿਹਦੇ ਕੋਆਰਡੀਨੇਟ x2 y2 ਹੋਣ ਤੇ ਤੁਸੀਂ ਕੋਈ ਵੈਕਟਰ ਫਾਈਂਡ ਕਰਨਾ ਹੋਵੇ ਜੋ ਕਿ ਵੈਕਟਰ ਤੁਹਾਡੇ x1 y1 ਤੋਂ x2 y2 ਤੱਕ ਜਾਂਦਾ ਹੋਵੇ ਤਾਂ ਤੁਸੀਂ ਉਸ ਵੈਕਟਰ ਨੂੰ ਕਿਵੇਂ ਲਿਖੋਗੇ x2 minus x1 i cap plus y2 minus y1 j cap। याद है ना ये करवाया सी तीन ਲਈ ਵੀ ਹੋ ਸਕਦਾ ਹੈ z1 z2 ਵੀ ਹੋ ਸਕਦਾ ਹੈ। यस सर यस सर ਫਿਰ ਇੱਥੇ ਡਿਸਪਲੇਸਮੈਂਟ ਵੈਕਟਰ ਕੀ ਆ ਜਾਏਗੀ ਤੁਹਾਡੀ ਇੱਥੇ ਆਇਆ ਇੱਥੇ ਹੈ ਫਾਈਨਲੀ ਆਇਆ ਇੱਥੋਂ ਹੈ ਤਾਂ ਫਿਰ ਇਹਦਾ x1 x2 minus 2 4 minus 2 ਤੇ 1 minus 3 -2 2i cap minus 2i 2j cap minus 2j cap ਆ ਡਿਸਪਲੇਸਮੈਂਟ ਆ ਗਈ। यस सर ਵਰਕ ਡਨ ਕੀ ਔਖਾ ਆ ਕਰ ਦੋ ਤੁਹਾਨੂੰ ਪਤਾ ਨਾ ਡਾਟ ਪ੍ਰੋਡਕਟ ਕਰਨਾ ਤਾਂ ਆਉਂਦਾ ਹੁਣ ਚੰਗੀ ਤਰ੍ਹਾਂ यस सर ਇਹਦੇ ਤੇ ਨਾ ਮੈਨੂੰ ਝਟਕਾ ਦਿਓ ਕਿਸੇ ਦਿਨ ਵੀ ਸਾਰਾ ਵੀ ਨਹੀਂ ਆਉਂਦਾ ਤੁਹਾਨੂੰ -2 ਜਾਊਲਸ ਆਨਸਰ। ਕੋਈ ਡਾਊਟ ਤੇ ਇੱਥੋਂ ਦੇਖੋ ਮਾਈਨਸ ਤੋਂ ਕੀ ਪਤਾ ਲੱਗ ਰਿਹਾ ਹੈ ਕਿ ਫੋਰਸ ਤੇ ਡਿਸਪਲੇਸਮੈਂਟ ਚ ਕਿੰਨਾ ਕੁ ਐਂਗਲ ਹੋਣਾ ਚਾਹੀਦਾ ਹੈ obtuse ਕੇ acute obtuse Obtuse angle. करके देखिए थोड़ा यार देखो बना के देख लेने यार देखो वैसे बना के देख रहे हैं मतलब उतना जरूर नहीं है। जे फोर्स ड्रॉ करना है फोर्स क्या 2i plus 3j 2i 1 2 3j मतलब 1 2 3 so this will be the force है ना। ਤੇ ਹੋਰ ਕੀ ਹੈ ਡਿਸਪਲੇਸਮੈਂਟ 2i minus 2j 2i minus 2j displacement is 2i minus 2j नीचे हो जाएगा आ जाएगा देख लो एंगल 90 तो ज्यादा ही है समझ लगी गल ठीक है ना। तो ऑटोमेटिकली अपने को की आप लोगों को सौखा मेथड डॉट प्रोडक्ट ਦਾ ਆਪਾਂ कांस्टेंट फोर्स ने ਤਾਂ ਐਂ ਕੰਮ ਕਰਾਂਗੇ ਜਿਵੇਂ ਇਹ ਕੰਮ ਕੀਤਾ ठीक है जी सर हाँ जी हाँ जी कोई कुछ पूछ रहे नो सर यस सर बोला देखो हुण इस तरह वेरिएबल फोर्स का एक और क्वेश्चन वो कह रहे हैं इफ
force is given by x square I cap माइनस वाई जे कैप। देखो ये प्लेन भी चल रहा है ना, हम जरूर थोड़ी कल एक्स पे डिपेंड करेगा फोर्स, फोर्स एक्स वाई दोनों पे डिपेंड करेगा, जेड पे भी डिपेंड करेगा, स्पेस भी हो सकता है। सो दिस इज वाई जे कैप। सो दिखी जाना है वो फोर्स वेरिएबल है, एंड पार्टिकल डिस्प्लेस्ड फ्रॉम 1 2 to 4 6 फाइंड वर्क डन। देखो पहले क्या इन 2 डायमेंशन ਆਪਾਂ ਕੰਮ ਕਰ ਰਹੇ ਹਾਂ, ਤੇ 2 ਡਾਈਮੈਂਸ਼ਨ ਚ ਜਿਹੜਾ ਆਪਣੇ ਕੋਲ ਡਿਸਪਲੇਸਮੈਂਟ ਦਾ ਛੋਟਾ ਜਿਹਾ ਵੈਕਟਰ ਉਹਦਾ dr ਵੈਕਟਰ ਕੀ ਹੋਏਗਾ, dx i cap plus dy j cap। ਇਨ ਜਨਰਲ ਆਈ ਲਵਾਂਗੇ ਨਾ ਆਪਾਂ, ਇਹ ਯਾਦ ਰੱਖਣਾ। ਜਿਵੇਂ ਇੱਕ ਪਾਸੇ ਸੀਗਾ ਤਾਂ ਹੁਣ ਫਾਰਮੂਲਾ x ਐਕਸਿਸ ਹੈ y ਐਕਸਿਸ ਹੈ, ਮੰਨ ਲਓ ਇਹਦੇ ਵਿੱਚ ਮੰਨ ਲਓ ਇੱਥੋਂ ਕੋਈ ਪਾਰਟੀਕਲ ਇੱਧਰੋਂ ਜਾ ਰਿਹਾ ਕਿਸੇ ਵੀ ਜਗ੍ਹਾ ਤੇ, ਮੰਨ ਲਓ ਇੱਥੋਂ ਪਾਰਟੀਕਲ ਇੱਥੇ ਤੱਕ ਗਿਆ ਵਾ, ਇੱਥੇ ਤੱਕ ਗਿਆ ਵਾ, ਐ ਗਿਆ ਵਾ, ਤਾਂ ਛੋਟਾ ਡਿਸਪਲੇਸਮੈਂਟ ਲਵਾਂਗਾ ਤੇ dx, ਤਾਂ dx ਜਿਹੜਾ ਹੋਏਗਾ ਉਹਦੇ ਵਿੱਚ dx i cap ਹੋਏਗਾ इधर ਨੂੰ ਇੰਨਾ ਕੁ, ਤੇ ਫਿਰ dy j cap ਹੋਏਗਾ ਨਾ, ਉਹ ਦੋਨੋਂ ਮਿਲ ਕੇ ਬਣਾਣਗੇ ਨਾ ਆਪਣਾ ਛੋਟਾ dr ਵੈਕਟਰ। ਠੀਕ ਹੈ, ਸੋ ਇੱਥੇ ਕੀ ਆਏਗਾ, ਫਿਰ ਉਹੀ ਗੱਲ ਸਮਾਲ ਵਰਕ ਡਨ ਪਹਿਲਾਂ ਪਤਾ ਕਰਨਾ ਪਏਗਾ ਨਾ, ਤਾਂ ਕੀ ਆਏਗਾ dw is equal to force vector dot dr vector। ਬਿਲਕੁਲ ਉਹੀ ਗੱਲ ਹੈ, ਕਿਸੇ ਵੀ ਰੈਂਡਮ ਪੋਜੀਸ਼ਨ ਤੇ ਫੋਰਸ ਕਿੰਨਾ ਹੈ, डॉट dr वेक्टर की है, आ जाएगा, आ जाएगा ना। यस सर। ਹੁਣ ਇਹਨੂੰ ਜਦੋਂ ਇੰਟੀਗਰਲ ਕਰਾਂਗੇ, ਇੰਟੀਗਰਲ ਦੇਖੋ ਅਲੱਗ-ਅਲੱਗ ਸਾਰੇ ਦੇ ਉਹ ਨੇ, ਜਿਵੇਂ ਇੱਥੇ ਇੰਟੀਗਰਲ ਅਗਰ dw ਕਰੋਗੇ, ਇਧਰ ਇੰਟੀਗਰਲ x ਦੇ ਉੱਪਰ ਲੱਗ ਰਿਹਾ ਸਿਰਫ, ਤੇ x ਦੇ ਵਿੱਚ ਹੀ ਵੇਰੀ ਕਰ ਰਿਹਾ, ਉਹ ਇਧਰ y ਦੇ ਉੱਪਰ ਲੱਗ ਰਿਹਾ। x ਜਦੋਂ डिस्प्लेसमेंट हो रही है तो दसो फिर x ਦੀ वेरिएशन कित्थों कित्थे तक हो रही है, x ਦੀ वैल्यू 1 ਤੋਂ ਬਦਲ ਕੇ ਕੀ ਹੋ ਰਹੀ ਹੈ 4 1 ਤੋਂ ਲੈ ਕੇ 4, ਤੇ y 2 ਤੋਂ ਕੀ ਹੋ ਰਹੀ ਹੈ 6 2 ਤੋਂ ਲੈ ਕੇ 6 ਇਹ ਆ ਜਾਏਗਾ x ਸਕੁਅਰ ਦਾ ਆ ਜਾਏਗਾ x ਕਿਊਬ ਬਟਾ 3 1 ਤੋਂ ਲੈ ਕੇ 4, y ਦਾ ਆ ਜਾਏਗਾ y ਸਕੁਅਰ ਬਟਾ 2 2 ਤੋਂ ਲੈ ਕੇ 6, ਇਹ ਕੀ ਆ ਜਾਏਗਾ 4 ਚੌਕੇ 16 ਚੌਕੇ 64 ਬਟਾ 3 ਮਾਈਨਸ 1 बटा 3, ये आ जाएगा 36 36 माइनस 4 32 बटा 2 आ जाएगा, सीधे लिख देना मैं। ये आ जाएगा 64 माइनस 1 63 बटा 3 63 हो जाएगा, 63 बटा 3 हो जाएगा 21 31 21 21 ते ये आ जाएगा 32 बटा 2 16 5 जाउल आंसर। बस इस तरह की कंडीशन आ गई। एनो कॉम्प्लेक्स नहीं करूंगा मैं, थोड़ा सिंपल टू कॉम्प्लेक्स लेके जा रहे हैं ਤੁਹਾਨੂੰ मैं। ਸਰ ਆ ਡੀ ਡਬਲ ਜਿਹੜਾ ਤੁਸੀਂ ਬਾਕਸ ਚ ਕੀਤਾ ਇਹ ਵਾਲਾ ਕਿੱਦਾਂ ਆਇਆ? ਆ ਕਿਵੇਂ ਕਰਦੇ ਆ, i ਕੈਪ ਇੱਕ i ਕੈਪ ਦਾ i ਕੈਪ ਨਾਲ ਮਲਟੀਪਲਾਈ ਕਰਦੇ ਆ, ਜੇ ਨਾ ਕਰਦੇ ਆ ਆਈ ਆ। ਅੱਛਾ ਠੀਕ ਹੈ ਸਰ, ਨਾਰਮਲ ਡਾਟ ਪ੍ਰੋਡਕਟ ਕਰਦੇ ਆ, ਉਹਦੇ ਵਿੱਚ ਡਾਟ ਹੈ। ਠੀਕ ਹੈ ਸਰ। ਹੁਣ ਇਹ ਕੀ ਹੈ ਕਿ ਜਿਹੜਾ ਵਰਕ ਡਨ ਬਾਈ ਕਾਂਸਟੈਂਟ ਫੋਰਸ ਹੈ, ਇਸ ਬਾਰੇ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਅਗਰ ਵਰਕ ਡਨ ਬਾਈ ਕਾਂਸਟੈਂਟ ਫੋਰਸ ਕਰਨਾ ਹੈ ਤੇ ਅਗਰ ਤਾਂ ਲੀਨੀਅਰ ਤੁਸੀਂ ਕੰਮ ਕਰ ਰਹੇ ਹੋ ਤੇ ਉਹਨੂੰ ਲੀਨੀਅਰ ਵੇਰੀਏਬਲ ਨੂੰ ਚਾਹੇ x ਮੰਨ ਲਓ ਤੁਸੀਂ, ਤਾਂ ਵਰਕ ਡਨ ਨੂੰ ਤੁਸੀਂ ਸਿੱਧਾ ਹੀ f.d ਲਿਖ ਦਿੰਦੇ ਹੋ। ਅਗਰ ਤੁਸੀਂ ਕਰ ਰਹੇ ਹੋ ਵਰਕ ਡਨ ਬਾय वेरिएबल फोर्स, ठीक है, लीनियर कितना ਇੱਥੇ ਕਰ ਦਿਓ वेरिएबल फोर्स ਕੀ ਹੈਗਾ, ਤੇ ਫਿਰ ਵਰਕ ਡਨ ਜਿਹੜਾ ਹੁੰਦਾ ਆਪਣਾ dw ਲਿਖਦੇ ਹੋ ਤੁਸੀਂ f.dr, ਤੇ ਬਾਅਦ ਵਿੱਚ ਟੋਟਲ ਵਰਕ ਡਨ ਕੈਲਕੂਲੇਟ ਕਰਦੇ ਹੋ ਇਹਦਾ ਇੰਟੀਗਰਲ ਕਰਕੇ, या फिर मैं डायरेक्टली वर्क डन का एक जनरल फॉर्मूला लिख रहे हैं, सारे ने याद रखियो, इंटीग्रल ऑफ f वेक्टर डॉट dr वेक्टर, दैट्स इट। r ਦੀ ਲਿਮਿਟਸ ਪੁੱਟ ਕਰ ਦਿਆ ਕਰੋ, ਬਸ ਇਹ ਫਾਰਮੂਲਾ ਹੈ ਆਪਣਾ ਵਰਕ ਡਨ ਬਾਈ ਵੇਰੀਏਬਲ ਫੋਰਸ ਦਾ, ਤੇ ਇਹੀ ਕਾਂਸਟੈਂਟ ਫੋਰਸ ਲਈ ਵੀ ਲਾਗੂ ਹੋ ਸਕਦਾ ਹੈ, ਡਸਨਟ ਮੈਟਰ। ਇਹੀ ਲੱਗ ਜਾਏਗਾ ਫਾਰਮੂਲਾ ਕਾਂਸਟੈਂਟ ਫੋਰਸ ਲਈ, ਕਿਉਂਕਿ ਉਹਦੇ ਕੀ f ਕਾਂਸਟੈਂਟ ਹੋਏਗਾ, f ਕਾਂਸਟੈਂਟ ਬਾਹਰ ਆ ਜਾਏਗਾ ਇੰਟੀਗਰਲ ਤੋਂ, dr ਦੀ ਪੁੱਟ ਕਰੋਗੇ ਇੱਥੋਂ ਤੋਂ ਲੈ ਕੇ ਤੱਕ ਸਿੱਧੀ ਡਿਸਪਲੇਸਮੈਂਟ ਆ ਜਾਏਗੀ 2 ਤੋਂ 5 ਬਲ 3, ਠੀਕ ਹੈ। ਸੋ ਇਨ ਜਨਰਲ ਆਪਣਾ ਵਰਕ ਡਨ ਦਾ ਫਾਰਮੂਲਾ ਜਿਹੜਾ ਆਇਆ ਉਹ ਆਹੀ ਹੁੰਦਾ ਹੈ f ਵੈਕਟਰ ਡਾਟ ਡਿਸਪਲੇਸਮੈਂਟ ਦਾ ਛੋਟਾ ਜਿਹਾ ਐਲੀਮੈਂਟ ਤੇ ਉਹਦਾ ਸਾਰੇ ਦਾ ਇੰਟੀਗਰਲ ਵਿਦਿਨ ਦਾ ਗਿਵਨ ਲਿਮਿਟਸ, ਦਿਸ ਇਜ਼ ਦਾ ਵਰਕ ਡਨ ਇਨ ਜਨਰਲ। ਇੱਥੇ ਤੱਕ ਦੱਸੋ ਕੋਈ ਪ੍ਰੋਬਲਮ ਹੈ ਕਿਸੇ ਨੂੰ ਤਾਂ ਪੁੱਛ ਲਓ।
बहुत सौखा काम है ये। ਜੇ ਤੁਸੀਂ ਕਾਈਨੈਮੈਟਿਕਸ ਕੀਤੀ ਹੋਈ ਹੈ, ਜੇ ਤੁਸੀਂ ਥੋੜਾ ਬਹੁਤਾ ਕੈਲਕੂਲਸ ਸਿੱਖਿਆ ਹੋਇਆ, ਵੈਕਟਰ ਸਿੱਖੇ ਹੋਏ ਨੇ, ਤੁਹਾਡੇ ਲਈ ਆਹ ਵਾਲਾ ਯੂਨਿਟ ਈਜ਼ੀਐਸਟ ਹੋਣ ਵਾਲਾ ਹੈ, ਕਿਉਂਕਿ ਇਹਦੇ 'ਚ ਬਹੁਤ ਸਾਰੀ ਚੀਜ਼ਾਂ ਤੁਸੀਂ ਜਿਹੜੀਆਂ ਪਿਛਲੀਆਂ ਯੂਜ਼ ਕਰੋਗੇ, ਕਾਈਨੈਮੈਟਿਕਸ ਯੂਜ਼ ਕਰੋਗੇ ਐਂਡ ਆਲ ਦੈਟ। ਤੇ ਹੁਣ ਆਪਾਂ ਗੱਲ ਕਰਦੇ ਹਾਂ, ਬੜੀ ਇੰਪੋਰਟੈਂਟ ਗੱਲ ਹੈ। ਹੁਣ ਦੇਖਦੇ ਹਾਂ ਤੁਹਾਨੂੰ ਇਹ ਗੱਲ ਤੁਸੀਂ ਰਿਲੇਟਿਵਿਟੀ ਕਿੰਨੀ ਕੁ ਸਮਝੀ ਹੋਈ ਹੈ, ਤਾਂ ਤੁਹਾਨੂੰ ਤਾਂ ਇਹ ਗੱਲ ਪਤਾ ਲੱਗੇਗੀ, ਸਮਝ ਆਏਗੀ। ਤੇ ਇਹ ਨੋਟ ਜਿਹੜੀ ਗੱਲਾਂ ਕਰਨੀਆਂ ਆਪਣੇ ਨੋਟਸ 'ਚ ਨੋਟ ਕਰਨੀਆਂ ਨੇ ਜ਼ਰੂਰੀ। ਇਹ ਕੀ ਚੀਜ਼ ਹੈ? ਇਹ ਕਹਿੰਦੇ ਵਰਕ ਡਨ ਬਾय ਅ ਫੋਰਸ depends on frame of reference। frame of reference ਤੇ depend ਕਰਨ ਦਾ ਮਤਲਬ ਹੁੰਦਾ relative, ਯਾਨੀ ਕਿ ਵਰਕ ਡਨ ਜਿਹੜਾ ਆ ਕਿਸੇ ਫੋਰਸ ਦੇ ਦੁਆਰਾ ਕੀਤਾ ਗਿਆ, ਉਹ ਫਰੇਮ ਆਫ ਰੈਫਰੈਂਸ ਤੇ ਡਿਪੈਂਡ ਕਰਦਾ ਕਿ ਕੌਣ ਆਬਜ਼ਰਵਰ ਹੈ, ਕੌਣ ਆਬਜ਼ਰਵ ਕਰ ਰਿਹਾ। ਠੀਕ ਹੈ, ਇਸ ਤੋਂ ਪਹਿਲਾਂ ਕਿ ਮੈਂ ਕੋਈ ਹੋਰ ਗੱਲ ਕਰਾਂ, ਮੈਂ ਇੱਥੇ ਤੁਹਾਨੂੰ ਬਸ ਇੱਕ ਬੇਸਿਕ ਗੱਲ ਸਮਝਾਣੀ ਹੈ ਕਿ ਮੰਨ ਲਓ ਇੱਥੇ ਆ ਯੋਗੇਸ਼ ਹੈ, ਯੋਗੇਸ਼ ਇੱਥੇ ਸਿਰਫ ਖੜਾ ਹੈ, ਰੈਸਟ ਵਿੱਚ ਹੈ, ਤੇ ਇੱਥੇ ਪੀयूष है, ਤੇ ਪੀयूष ਜਿਹੜਾ ਹੈ ਨਾ, ਪੀयूष ਕਿਸੇ ਵੈਲੋਸਿਟੀ v ਦੇ ਨਾਲ ਇਧਰ ਨੂੰ ਮੂਵ ਕਰ ਰਿਹਾ, ਯੋਗੇਸ਼ ਦੇ ਵੱਲ ਪੀयूष ਮੂਵ ਕਰ ਰਿਹਾ, ਤੇ ਇਹ ਦੋਨੋਂ ਰੈਫਰੈਂਸ ਨੇ ਅਲੱਗ-ਅਲੱਗ। ਇੱਕ ਯੋਗੇਸ਼ ਹੈਗਾ ਫਰੇਮ ਆਫ ਰੈਫਰੈਂਸ, ਇਹ ਦੇਖ ਰਿਹਾ ਤੇ ਪੀयूष ਦੇਖ ਰਿਹਾ। ਹੁਣ ਆਪਾਂ ਗੱਲ ਕਰਨੀ ਹੈ ਯੋਗੇਸ਼ ਦੀ। ਤੁਸੀਂ ਮੈਨੂੰ ਦੱਸੋ ਅਕੋਰਡਿੰਗ ਟੂ ਯੋਗੇਸ਼, ਯਾਨੀ ਅਗਰ ਯੋਗੇਸ਼ ਆਬਜ਼ਰਵ ਹੈ, योगेश दी अगर मान लो पीयूष इत्थों मान लो इत्थे तक आया, मान लो एक आपां ये आया टाइम 0 टाइम ते इत्थे सीगा, पीयूष इत्थे सीगा, योगेश इत्थे सीगा, ते ये सीगा एट टाइम t = 0, आ सारे सिचुएशन के टाइम t = 0 ते 2 सेकंड बाद किया पीयूष जिहड़ा आ, पीयूष तुर के इत्थे आ गया, ते पीयूष ने 5 मीटर की दूरी तय की, डिस्प्लेसमेंट इस डायरेक्शन जिस पर मैं बनाई देती है, एरो बनाई देता है। ठीक है जी, अकॉर्डिंग टू योगेश डिस्प्लेसमेंट कितनी हुई योगेश दी, दसो मैनूं। 5 मीटर। योगेश दी डिस्प्लेसमेंट अकॉर्डिंग टू योगेश कितनी हुई? नहीं, 0 तो योगेश खड़ा है, अपने आप नूं देखी आ रहा वा, मैं ते खड़ा वां 0 टाइम ते भी ते थोड़ी देर बाद भी, t टाइम बाद भी उत्थे ही खड़ा वां। ਤਾਂ ਯੋਗੇਸ਼ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਯੋਗੇਸ਼ ਦੀ ਜਿਹੜੀ ਡਿਸਪਲੇਸਮੈਂਟ ਹੈ ਉਹ 0 ਹੋਈ ਹੈ। ਠੀਕ ਹੈ ਗੱਲ, ਸਾਰਿਆਂ ਨੂੰ ਸਮਝ ਲੱਗ ਗਈ ਗੱਲ ਦੀਦੀ ਨੇ ਕੀ ਕਿਹਾ? ਨਹੀਂ ਕਿਉਂ ਘਬਰਾ ਕੇ ਉਹਨੇ ਕਿਹਾ ਨਹੀਂ 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 ਏਦਾਂ ਨਹੀਂ ਏਦਾਂ। ਅੱਛਾ, ਅਕੋਰਡਿੰਗ ਟੂ ਪੀयूष ਦੱਸੋ ਮੈਨੂੰ ਡਿਸਪਲੇਸਮੈਂਟ ਆਫ ਯੋਗੇਸ਼ ਕੀ ਹੋਏਗੀ ਤੇ ਕਿਸ ਡਾਇਰੈਕਸ਼ਨ ਚ ਹੋਏਗੀ? -5 मीटर, मतलब ਉਹਦੇ ਵੱਲ ਨੂੰ ਹੋਏਗੀ 5 मीटर, ਪੀयूष ਵੱਲ ਨੂੰ। ਐਗਜ਼ੈਕਟਲੀ 5 मीटर ਹੋਏਗੀ, ਪਰ ਇਸ ਦਿਸ਼ਾ ਚ ਹੋਏਗੀ। ਆ ਵਾਲੀ ਜਿਹੜੀ ਗੱਲ ਹੈ ਇਹ ਦੱਸੋ, ਜੇ ਸਮਝ ਨਹੀਂ ਆਈ ਇਹ ਸਮਝ ਲਓ, ਨਹੀਂ ਤਾਂ ਅੱਗੇ ਤੁਹਾਨੂੰ ਫਿਜ਼ਿਕਸ 'ਚ ਬੜੇ ਤੰਗ ਹੋਵੋਗੇ ਤੁਸੀਂ। ਤੇ ਸਮਝ ਆ ਗਈ ਹੈ ਤਾਂ ਸਮਝ ਲਓ ਕਿ ਤੁਸੀਂ ਬਹੁਤ ਵਧੀਆ ਚੀਜ਼ ਸਿੱਖੀ ਹੋਈ ਹੈ। आई नहीं सर समझ। आई समझ? नहीं सर। अच्छा, कौन बोल रहा? राजवीर? राजवीर, हाँ जी। राजवीर ਹੁਣ ਤੂੰ ਧਿਆਨ ਨਾਲ ਮੇਰੀ ਗੱਲ ਨੂੰ ਸੁਣੀ, ਠੀਕ ਆ? ठीक है। ਦੇਖ ਪੀयूष ਇੱਥੇ ਖੜਾ ਹੋ ਕੇ ਦੇਖ ਰਿਹਾ ਵਾ, ਠੀਕ ਆ? ਪੀयूष ਦਾ ਉਹ ਪੀयूष ਹੀ origin ਆ, ਠੀਕ ਆ ਗੱਲ? हाँ जी सर। ਜੇ ਪਰ ਪੀयूष ਆਪ ਭੱਜਿਆ ਫਿਰਦਾ, ਮਤਲਬ ਕਿ ਉਹ ਇੱਕ ਮੂਵਿੰਗ ਫਰੇਮ ਆਫ ਰੈਫਰੈਂਸ ਆ, ਠੀਕ ਆ? यस सर। ਪੀयूष ਦੇ ਹਿਸਾਬ ਨਾਲ ਯੋਗੇਸ਼ ਦੀ ਇਨੀਸ਼ੀਅਲ ਪੋਜੀਸ਼ਨ ਕੀ ਆ? ਦੇਖ ਇੱਥੇ ਦਾ 5 ਹੈ ਤੇ 5 ਤੇ 5 10 ਤੇ 5 15 ਹਨਾ? ਤਾਂ ਪੀयूष ਦੀ ਇਨੀਸ਼ੀਅਲ ਪੋਜੀਸ਼ਨ xi ਕਹਿ ਦਈਏ ਆਪਾਂ, ਉਹ ਕਿੰਨੀ ਆ? 15 ਮੀਟਰ ਹੈ, ਠੀਕ ਹੈ ਗੱਲ? ਕਿਉਂਕਿ ਕਿਹਨੂੰ ਦੇਖਿਆ, ਕਿਹਨੂੰ ਜਾ ਰਿਹਾ ਮੈਨੂੰ ਦੱਸ, ਦੇਖਿਆ ਕਿਹਨੂੰ ਜਾ ਰਿਹਾ? ਯੋਗੇਸ਼ ਨੂੰ ਦੇਖਿਆ ਜਾ ਰਿਹਾ ਨਾ। हाँ जी सर। ਟਾਈਮ t = 0 ਤਾਂ ਪੀयूष ਇੱਥੇ ਖੜਾ ਸੀ, ਉਹੀ ਉਹਦਾ ਫਰੇਮ ਆਫ ਰੈਫਰੈਂਸ ਸੀ, ਇਹ ਉਹਦਾ origin ਸੀ। ਪੀयूष ਨੇ ਯੋਗੇਸ਼ ਨੂੰ ਦੇਖਿਆ ਤਾਂ 15 ਮੀਟਰ ਤੇ ਯੋਗੇਸ਼ ਖੜਾ ਸੀ। यस। ਹੁਣ ਪੀयूष ਆਪ ਤੁਰ ਕੇ ਤਾਂ ਇੱਥੇ ਆ ਗਿਆ, ਤਾਂ ਫਰੇਮ ਹੀ ਇੱਥੇ ਆ ਗਿਆ ਨਾ ਤੁਰ ਕੇ। यस सर।
ਹੁਣ ਦੱਸ ਪਿਊਸ਼ ਆ, ਹੁਣ origin ਇੱਥੇ ਆ ਗਿਆ, ਪਿਊਸ਼ ਦੀ origin ਇੱਥੇ ਹੀ ਆ। ਹੁਣ ਪਿਊਸ਼ ਦੀ ਯੋਗੇਸ਼ ਦੀ ਫਾਈਨਲ ਪੋਜੀਸ਼ਨ ਦੱਸ ਕਿੰਨੀ ਹੈ? ਬੋਲ ਰਾਜਵੀਰ। 10 रहेगी सर। यस 10 मीटर रहेगी। ਤੇ ਜੇ ਪਿਊਸ਼ ਨੂੰ ਮੈਂ ਕਿਹਾ 10 ਫਿਰ ਯੋਗੇਸ਼ ਦੀ ਡਿਸਪਲੇਸਮੈਂਟ ਕਿੰਨੀ ਹੋਈ? ਪਿਊਸ਼ ਨੇ ਕਹਿਣਾ ਲੈ ਇਹ ਤਾਂ ਸਿੱਧੇ ਫਾਰਮੂਲਾ ਹੁੰਦਾ ਹੈ, ਫਾਈਨਲ ਪੋਜੀਸ਼ਨ ਮਾਈਨਸ ਇਨੀਸ਼ੀਅਲ ਪੋਜੀਸ਼ਨ। ਹਾਂਜੀ ਸਰ। ਤੇ ਫਾਈਨਲ ਕਿੰਨੀ ਹੈ ਉਹਦੀ? 15। ਫਾਈਨਲ 10 10 ਹਾਂਜੀ 10 ਮਾਈਨਸ 5 ਮੀਟਰ ਆਈ ਨਾ। ਹਾਂਜੀ ਕਹਿਣ ਦਾ ਭਾਵ ਆ ਰਹੀ ਆਈ, ਇਹਦਾ ਤੂੰ ਇਹਨੂੰ ਆਮ ਸਹਿਜ ਬੁੱਧੀ ਨਾਲ ਸਮਝ ਕਿ ਜੇ ਤੂੰ ਆਪ 5 ਦੀ ਵੈਲੋਸਿਟੀ ਨਾਲ ਇੱਕ ਪੇੜ ਵੱਲ ਨੂੰ ਭੱਜ ਰਿਹਾ ਤੇ ਤੂੰ ਆਪਣੇ ਆਪ ਨੂੰ ਤਾਂ ਰੈਸਟ ਤੇ ਮੰਨ ਕੇ ਚੱਲਦਾ ਨਾ, ਕਿਉਂਕਿ ਤੂੰ ਆਬਜ਼ਰਵਰ ਆ, ਤਾਂ ਤੈਨੂੰ ਐ ਲੱਗੂਗਾ ਕਿ ਤੂੰ ਪੇੜ ਵੱਲ ਨੂੰ ਨਹੀਂ ਭੱਜ ਰਿਹਾ, ਪੇੜ ਤੇਰੇ ਵੱਲ ਆ ਰਿਹਾ ਵਾ, ਨੇੜੇ ਆ ਰਿਹਾ ਤੇਰੇ। ਇਹਨੂੰ ਹੀ ਤਾਂ ਕਹਿੰਦੇ ਨੇ ਰਿਲੇਟਿਵ ਵੈਲੋਸਿਟੀ। ਮਤਲਬ ਪਿਊਸ਼ ਆਇਆ ਤਾਂ ਆਪ 5 ਮੀਟਰ ਰਾਈਟ ਵੱਲ ਨੂੰ ਗਿਆ ਵਾ, ਪਰ ਉਹਨੂੰ ਇਹ ਲੱਗ ਰਿਹਾ ਕਿ ਯੋਗੇਸ਼ ਤੁਰ ਕੇ ਉਹਦੇ ਵੱਲ ਆ ਰਿਹਾ ਵਾ, ਤੇ ਯੋਗੇਸ਼ 5 ਮੀਟਰ ਉਹਦੇ ਵੱਲ ਨੂੰ ਤੁਰਿਆ ਵਾ। ਅੱਜ ਨੀਚੇ ਦੇਖ ਯੈਲੋ ਕਲਰ ਨਾਲ ਦਿਖਾਇਆ ਮੈਂ, ਪਿਊਸ਼ ਨੂੰ ਆ ਆਬਜ਼ਰਵ। ठीक है सर। ਹੁਣ ਗੱਲ ਸਮਝ ਲੱਗੀ? ਠੀਕ ਹੈ। ਸੋ ਰਿਲੇਟਿਵਿਟੀ ਨੂੰ ਤਾਂ ਜਿੰਨਾ ਕਾਮਨ ਸੈਂਸ ਵਿੱਚ ਤੇਜ਼ ਫਸਾਲੋਗੇ ਉਨਾ ਜ਼ਿਆਦਾ ਫਿਜ਼ਿਕਸ ਸੌਖੀ ਹੋ ਜਾਏਗੀ। ਕਲੀਅਰ ਹੋਈ ਗੱਲ ਹੈ ਸਾਰਿਆਂ ਨੂੰ? ਹਾਂਜੀ ਸਰ। यस सर। ਬਸ ਇੱਕ ਲਾਸਟ ਚੀਜ਼ ਮੈਂ ਤੁਹਾਨੂੰ ਸਮਝਾਣੀ ਹੈ, ਉਹ ਆਈ ਸਮਝਾਣੀ ਹੈ ਕਿ ਵਰਕ ਡਨ ਬਾਈ ਅ ਫੋਰਸ ਡਿਪੈਂਡਸ ਔਨ ਦਾ ਫਰੇਮ ਆਫ ਰੈਫਰੈਂਸ। ਤੇ ਉਸ ਤੋਂ ਬਾਅਦ ਫਿਰ ਆਪਾਂ ਅੱਜ ਦਾ ਲੈਕਚਰ ਖਤਮ ਕਰਾਂਗੇ ਅੱਗੇ, ਤੇ ਤੁਹਾਨੂੰ ਮੈਂ ਕੰਮ ਦਿੰਦਾ ਫਿਰ ਉਸ ਤੋਂ ਬਾਅਦ। ਸੋ ਦੇਖੋ ਇਹ ਫਰੇਮ ਆਫ ਰੈਫਰੈਂਸ ਤੇ ਡਿਪੈਂਡ ਕਰਦਾ ਹੈ, ਤੇ ਇਸ ਗੱਲ ਨੂੰ ਆਪਾਂ ਸਾਬਿਤ ਕਰਨ ਲਈ ਕੀ ਕਰਦੇ ਹਾਂ, ਆਪਾਂ ਇੱਕ ਸਿਚੁਏਸ਼ਨ ਲੈਣੇ ਆ। ਇੱਥੇ ਇੱਕ ਕੰਧ ਹੈ, ਕੰਧ ਨਾਲ ਜ਼ਿਆਦਾ ਜਲਦੀ ਸਮਝ ਆ ਜਾਏਗਾ ਤੁਹਾਨੂੰ, ਕਿਉਂਕਿ ਕੰਧ ਆਪ ਦਾ ਮੂਵ ਕਰਨੀ ਨਹੀਂ ਹੈ, ਬਹੁਤ ਜ਼ਿਆਦਾ ਉਹ ਨਹੀਂ ਹੋਏਗਾ। ਆਹ ਕੰਧ ਹੈ ਜੀ, ਤੇ ਕੰਧ ਇੰਨੀ ਕੁ ਪੱਕੀ ਹੈਗੀ ਵੀ ਇਹ ਤੁਹਾਡੇ ਤੋਂ ਮੂਵ ਨਹੀਂ ਹੋਣੀ, ਠੀਕ ਹੈ। ਸੋ ਇੱਥੇ ਕੰਧ ਦੇ ਇੱਥੇ ਇੱਕ ਬੰਦਾ ਖੜਾ ਆ, ਯੋਗੇਸ਼ ਹੀ ਆ ਮੰਨ ਲਓ ਇਹ। ਯੋਗੇਸ਼ ਕੀ ਕਰ ਰਿਹਾ? ਕੰਧ ਨੂੰ ਧੱਕਾ ਮਾਰ ਰਿਹਾ, ਤੇ ਯੋਗੇਸ਼ ਕੰਧ ਨੂੰ ਧੱਕਾ ਮਾਰ ਰਿਹਾ ਇਸ ਦਿਸ਼ਾ 'ਚ। ਆਬਵੀਅਸਲੀ ਧੱਕਾ ਇੱਧਰ ਨਹੀਂ ਮਾਰੂਗਾ, 20 ਨਿਊਟਨ ਫੋਰਸ ਦੇ ਨਾਲ। ਜਸਟ ਮੈਂ ਐਂ ਜਾਣ ਕੇ ਉਹ ਇੱਕ ਲੈ ਲਿਆ। ਇੱਥੇ ਪਿਊਸ਼ ਖੜਾ ਆ, ਪਿਊਸ਼ ਰੈਸਟ ਵਿੱਚ, ਤੇ ਇੱਥੇ ਰਾਜਵੀਰ ਹੈ। ਤੇ ਰਾਜਵੀਰ ਕੀ ਕਰਦਾ ਹੈ? ਰਾਜਵੀਰ ਇੱਥੋਂ ਤੁਰ ਕੇ ਇੱਥੇ ਤੱਕ ਆਉਂਦਾ ਹੈ, ਇਸ ਦਿਸ਼ਾ ਵਿੱਚ 2 ਮੀਟਰ ਤੁਰਦਾ ਹੈ ਰਾਜਵੀਰ ਆਪ। ਇਹ ਰਾਜਵੀਰ ਹੈ, ਇਨੀਸ਼ੀਅਲ ਤੋਂ ਫਾਈਨਲ ਪੋਜੀਸ਼ਨ। ਠੀਕ ਹੈ ਜੀ ਗੱਲ। ਹੁਣ ਮੈਂ ਇਹ ਕਹਿ ਰਿਹਾ ਕਿ ਦੇਖੋ ਧਿਆਨ ਨਾਲ ਹਰ ਗੱਲ ਨੂੰ ਧਿਆਨ ਨਾਲ ਸਮਝਿਓ, ਬਹੁਤ ਆਰਾਮ ਨਾਲ ਮੈਂ ਕਰ ਰਿਹਾ, ਬਹੁਤ ਤੇਜ਼ ਨਹੀਂ ਕਰ ਰਿਹਾ, ਕੁਝ ਵੀ ਸਮਝਾ ਰਿਹਾ। ਵਰਕ ਡਨ ਬਾਏ ਯੋਗੇਸ਼, ਉਹ ਲਾ ਰਿਹਾ ਨਾ ਧੱਕਾ ਕੰਧ ਨੂੰ, ਐਜ਼ ਸੀਨ ਬਾਏ ਪਿਊਸ਼, ਕਿੰਨਾ ਹੋਏਗਾ? ਰਾਜਵੀਰ ਤੂੰ ਦੱਸ। सर डिस्प्लेसमेंट का सर कोई हो ही नहीं हैगी फिर कितना वर्क डाउन होगा? 0, क्योंकि डिस्प्लेसमेंट हो ही नहीं, कंध हिली नहीं। पियूष ਨੂੰ ਦਿਖ ਰਿਹਾ ਨਾ ਸਾਫ ਸਾਫ, ਯੋਗੇਸ਼ ਖੜਾ ਪੁਸ਼ ਕਰ ਰਿਹਾ 20 ਨਿਊਟਨ ਫੋਰਸ ਦੇ ਨਾਲ, ਇਹ ਤਾਂ ਗੱਲ ਉਹਨੂੰ ਵੀ ਦਿਖ ਰਹੀ ਹੈ, ਪਰ ਉਹ ਕਹਿੰਦਾ ਕੰਧ ਤਾਂ ਹਿਲ ਨਹੀਂ ਰਹੀ। ਪਿਊਸ਼ ਇਹ ਤਾਂ ਖੜਾ ਹੋ ਕੇ ਦੇਖ ਰਿਹਾ ਨਾ, ਰੈਸਟ ਵਿੱਚ ਹੈ ਨਾ ਆਪ। ਹਾਂਜੀ ਸਰ। ਹੁਣ ਗੱਲ ਕਰਦੇ ਵਰਕ ਡਨ ਬਾਏ ਰਾਜਵੀਰ, ਸੌਰੀ ਯੋਗੇਸ਼ as seen by ਰਾਜਵੀਰ। ਉਹ ਕਹਿੰਦਾ ਦੇਖੋ ਜੀ ਜੋ ਵੀ ਫੋਰਸ ਲੱਗ ਰਿਹਾ ਪਹਿਲਾਂ ਤਾਂ ਉਹ ਦੇਖ ਲਾਂਗਾ ਮੈਂ, ਫਿਰ ਉਹਦਾ ਡਿਸਪਲੇਸਮੈਂਟ ਦੇ ਨਾਲ ਕਰ ਦਾਂਗਾ ਡਾਟ ਪ੍ਰੋਡਕਟ। ਇਹ ਤਾਂ ਗੱਲ ਉਹਨੂੰ ਰਾਜਵੀਰ ਨੂੰ ਫਾਰਮੂਲਾ ਪਤਾ ਹੈ। ਫਿਰ ਰਾਜਵੀਰ ਨੇ ਦੇਖਿਆ ਫੋਰਸ ਲੱਗ ਰਿਹਾ 20 ਨਿਊਟਨ ਇਸ ਦਿਸ਼ਾ 'ਚ, ਰਾਜਵੀਰ ਨੂੰ ਵੀ ਇਸੇ ਦਿਸ਼ਾ 'ਚ ਲੱਗ ਰਿਹਾ ਨਾ ਫੋਰਸ, ਤਾਂ ਦਿਖ ਰਿਹਾ। ਫਿਰ ਰਾਜਵੀਰ ਤੈਨੂੰ ਕੰਧ ਹੁਣ ਲੱਗੂਗਾ ਡਿਸਪਲੇਸਮੈਂਟ ਹੋਈ ਹੈ ਕਿ ਨਹੀਂ?
होई है सर किन्नी -2 हाँ या फिर तू कह ला कि 2 मीटर हुई है केड़ी दिशा च ओपोजिट हाँ तेनू ਇਹ ਲੱਗੂਗਾ ਵੀ ਤੋ ਨੇੜੇ ਆਈ ਤੇਰੇ ਵਾਸਤੇ ਇੱਥੇ ਤੂੰ ਡਿਸਪਲੇਸਮੈਂਟ ਦੀ ਜਗ੍ਹਾ ਮੈਗਨੀਟਿਊਡ ਪੂਰਾ ਕਿਹਾ 2 ਮੀਟਰ ਤੇ cos 180 ਕਰ ਦੇਗਾ ਨਾ ਉਹ ਆਪਣੇ ਆਪ -2 ਵਾਲਾ ਫੰਡਾ ਇੱਥੋਂ ਆ ਜਾਂਦਾ हाँ जी सर ਕਿਉਂਕਿ ਫੋਰਸ ਤੇ ਡਿਸਪਲੇਸਮੈਂਟ ਦਾ ਐਂਗਲ 180 ਡਿਗਰੀ ਹੈ ਤਾਂ ਇਹ ਆਊਗਾ -40 ਜਾਊਲ ਲੈਟ ਮੀ ਮੈਂ ਇੱਕ ਕਰ ਸੋ ਤੈਨੂੰ ਦੇਖ ਲੈ ਆਏ ਫਰੇਮ ਆਫ ਰੈਫਰੈਂਸ ਤੋਂ ਦੇਖਣਾ ਆਣਾ ਚਾਹੀਦਾ ਹੈ ਸਾਰਾ ਕੁਝ ਦੱਸੋ ਗੱਲ ਸਮਝ ਲੱਗੀ ਗੱਲ यस सर ਸੋ ਇਹਦਾ ਮਤਲਬ ਕਿ ਵਰਕ ਡਨ ਜਿਹੜਾ ਹੈ ਉਹ ਕਿਸੇ ਇੱਕ ਰੈਸਟ ਫਰੇਮ ਆਫ ਰੈਫਰੈਂਸ ਲਈ ਤਾਂ ਜਿਵੇਂ ਆਪਾਂ ਆਮ ਗੱਲਾਂ ਕਰਦੇ ਰਹਿੰਦੇ ਜਿਵੇਂ ਹੁਣ ਤੱਕ ਕਰ ਰਹੇ ਸੀ ਪਰ ਅਗਰ ਫਰੇਮ ਆਫ ਰੈਫਰੈਂਸ ਬਦਲ ਦਿੱਤਾ ਜਾਵੇ ਤੇ ਕੋਈ ਫਰੇਮ ਆਫ ਰੈਫਰੈਂਸ ਇਸ ਤਰ੍ਹਾਂ ਮੂਵ ਕਰ ਰਿਹਾ ਹੋਵੇ ਆਪ ਕਿਸੇ ਵੈਲੋਸਿਟੀ ਨਾਲ ਜਾਂ ਕਿਸੇ ਕੋਈ ਡਿਸਪਲੇਸ ਹੋ ਰਿਹਾ ਹੋਵੇ ਕਿਸੇ ਪਾਰਟਿਕੂਲਰ ਟਾਈਮ 'ਚ ਤਾਂ ਉਦੋਂ ਵਰਕ ਡਨ ਇਸ ਤਰ੍ਹਾਂ ਹੁੰਦਾ ਹੈ ਤੇ ਅਗਰ ਰਾਜਵੀਰ ਐਕਸਲਰੇਟ ਹੋ ਰਿਹਾ ਹੋਵੇ ਤਾਂ ਕੰਧ ਦੇ ਉੱਪਰ ਲੱਗਣ ਵਾਲਾ ਇੱਕ ਹੋਰ ਫੋਰਸ ਹੋਏਗਾ ਦੱਸੋ ਕਿਹੜਾ ਹੋਏਗਾ ਉਹ ਉਹਦਾ ਨਾਮ ਕੀ ਹੈ Pseudo force. ਹਾਂ ਜੇ ਰਾਜਵੀਰ ਐਕਸਲਰੇਟ ਕਰਕੇ ਕੰਧ ਵੱਲ ਨੂੰ ਭੱਜੂਗਾ ਤਾਂ ਉਹਨੂੰ ਲੱਗੂਗਾ ਕੰਧ ਐਕਸਲਰੇਟ ਕਰ ਰਹੀ ਹੈ ਤਾਂ ਕੰਧ ਦੇ ਉੱਪਰ ਇੱਕ ਸੂਡੋ ਫੋਰਸ -ma ਲਗਾ ਕੇ ਉਹ ਉਹਦਾ ਵਰਕ ਡਨ ਵੱਖਰਾ ਵੀ ਕੈਲਕੂਲੇਟ ਕਰ ਦੂਗਾ ਤੇ ਉਹਦਾ ਵੀ ਗੱਲ ਕੀਤੀ ਜਾ ਸਕਦੀ ਹੈ ਉਹਦਾ ਇੰਪੋਰਟੈਂਸ ਕੀ ਆ ਹੌਲੀ ਹੌਲੀ ਪਤਾ ਲੱਗ ਜੂਗਾ ਤੁਹਾਨੂੰ ਫਿਲਹਾਲ ਇੱਥੇ ਤੱਕ ਜਿਹੜੀ ਮੈਂ ਗੱਲ ਕੀਤੀ ਇੱਥੇ ਤੱਕ ਗੱਲ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋਈ ਕਿ ਨਹੀਂ ਹੋਈ ਕੋਈ ਡਾਊਟ ਹੋਵੇ ਸਰ ਹੋ ਸਰ ਗਈ ਇੱਕ ਸਰ ਹਾਂਜੀ ਸਰ ਉਹ ਹਜੇ ਵੀ ਨਹੀਂ ਸਮਝ ਆਇਆ ਸੈਕਿੰਡ ਕੇਸ ਫ੍ਰਿਕਸ਼ਨ ਜ਼ੀਰੋ ਕਿਵੇਂ ਆ ਗਈ ਫਿਕਸ਼ਨ ਜ਼ੀਰੋ ਅੱਛਾ ਅੱਛਾ ਸਰ ਵਰਕ ਡਨ ਬਾय फ्रिक्शन ठीक है जीरो ਆਪਾਂ ਗੱਲ कैसे? कर रहे होते आई सी ना यस सर नॉर्मल रिएक्शन वाला समझ आ गया मैंने आ दस पहला दी यस सर ਤੈਨੂੰ ਇਹ ਗੱਲ ਤਾਂ ਕਨਵਿੰਸ ਹੋ ਗਈ ਨਾ ਕਿ ਨਾਰਮਲ ਰਿਐਕਸ਼ਨ ਜਿਹੜੀ ਆ ਉਸ ਮੂਮੈਂਟ ਤੇ ਤਾਂ ਸੀਗੀ ਜ਼ਰੂਰ ਪਰ ਜਿਵੇਂ ਸਰ ਬਟ ਜੇ ਆਪਾਂ ਉਸ ਇਨਸਟੈਂਟ ਤੇ ਵਰਕ ਡਨ ਕੱਢਾਂਗੇ ਜਦੋਂ ਲੱਗ ਰਹੀ ਸੀ ਉਤਨਾ ਨਹੀਂ ਜ਼ੀਰੋ ਆਊ ਵਰਕ ਡਨ ਬਾय ਨਾਰਮਲ ਰਿਐਕਸ਼ਨ ਡਿਸਪਲੇਸਮੈਂਟ ਤੋਂ ਡੀ ਨਹੀਂ ਨਾ ਲੈ ਸਕਦੀ ਫਿਰ ਇਨਸਟੈਂਟ ਤੇ ਡਿਸਪਲੇਸਮੈਂਟ ਜ਼ੀਰੋ ਆ ਸਰ ਫਿਰ ਵੀ ਜ਼ੀਰੋ ਆਊ ਨਹੀਂ ਡਿਸਪਲੇਸਮੈਂਟ ਤਾਂ ਜ਼ੀਰੋ ਆ ਨਾ ਉਸ ਇਨਸਟੈਂਟ ਤੇ ਜਦੋਂ ਪਤਾ ਕਰ ਰਹੀ ਆ ਉਦੋਂ ਨਾਰਮਲ ਰਿਐਕਸ਼ਨ ਤਾਂ ਲੱਗ ਰਹੀ ਸੀ ਪਰ ਜਿਵੇਂ ਹੀ ਉਹ ਥੋੜੀ ਜਿਹੀ ਵੀ ਡਿਸਪਲੇਸਮੈਂਟ 0.0000001 ਸੈਂਟੀਮੀਟਰ ਹੋ ਗਈ ਮੰਨ ਲਾ ਤਾਂ ਨਾਰਮਲ ਰਿਐਕਸ਼ਨ ਕਿੰਨਾ ਹੋ ਗਿਆ ਬਹੁਤ ਘੱਟ मतलब खत्म नॉर्मल जिवें कांटेक्ट ही नहीं रहा ਉਹਦਾ ਭਾਵੇਂ ਉਹ ਉਹਨਾਂ ਤਾਂ ਜ਼ੀਰੋ ਜਦੋਂ ਨਿਕਲਿਆ ਛੱਡਤਾ ਉਹਨੇ ਕੰਟੇ ਤਾਂ ਜ਼ੀਰੋ ਹੋ ਗਿਆ ਕੰਮ ਕਲੀਅਰ ਹੈ ਗੱਲ ਇਹ ਯਸ ਸਰ ਕੋਈ ਗੱਲ ਮੈਂ ਤੁਹਾਨੂੰ ਸਮਝਾ ਦੇਣਾ ਦੇਖੋ ਵੀ ਹੁਣ ਧਿਆਨ ਨਾਲ ਅਗਲੀ ਕਲਾਸ ਕਦੋਂ ਆ ਵੀ ਤੁਹਾਡੀ 11:30 ਚਲੋ ਮੈਂ ਬਸ ਥੋੜਾ ਹੀ ਟਾਈਮ ਲੂੰਗਾ ਆ ਇੱਕ ਬੰਦਾ ਆ ਉਹ ਅੱਗੇ ਨੂੰ ਤੁਰ ਰਿਹਾ ਇੱਧਰ ਨੂੰ ਜਾ ਰਿਹਾ ਹੁਣ ਮੈਂ ਕਹਿ ਰਿਹਾ ਕਿ ਇਹਦਾ ਆਪਾਂ ਇੱਥੇ ਤੱਕ ਆ ਗਿਆ ਮੰਨ ਲਓ ਬੰਦਾ ਆਹ ਡਿਸਪਲੇਸਮੈਂਟ ਹੋ ਗਈ ਸਿੱਧੀ ਸਿੱਧੀ ਗੱਲ ਕਰੀਏ ਆਪਾਂ ਤੇ ਇੱਥੇ ਆਪਾਂ ਵਰਕ ਡਨ ਬਾय ਫ੍ਰਿਕਸ਼ਨ ਪਤਾ ਕਰਨਾ ਜੇ ਤਾਂ ਇੱਥੇ ਇਹ ਸਲਿੱਪਾਂ ਮਾਰਦਾ ਆ ਰਿਹਾ ਹੋਵੇ ਬੰਦਾ ਪੈਰ ਆਪਣੇ ਘੜੀਸਦੇ ਹੋਏ ਹਨਾ ਸਲਿੱਪਾਂ ਸਲੂਪਾਂ ਮਾਰ ਕੇ ਇੱਥੇ ਤੱਕ ਆਵੇ ਬਿਲਕੁਲ ਚੱਪਲਾਂ ਉਹ ਚੋਂ ਜਾਂ ਬੂਟ ਆਪਣੇ ਫਰਸ਼ ਤੋਂ ਹਟਾਵੇ ਨਾ ਫੇਰ ਤਾਂ ਦੇਖੋ ਇਹਦਾ ਵਰਕ ਡਨ ਹੋਊਗਾ ਬਿਲਕੁਲ ਉਦਾਂ ਹੀ ਜਿਵੇਂ ਇਸ ਤੋਂ ਪਹਿਲਾਂ ਵਾਲੇ ਕੇਸਿਸ ਤੁਹਾਨੂੰ ਮੈਂ ਕਰਵਾਇਆ ਜੋ ਵੀ ਸੀਗਾ ਬੰਦੇ ਖੋ ਗਿਆ ਮੇਰਾ ਆ ਰਿਹਾ ਠੀਕ ਹੈ ਪਰ ਇੱਥੇ ਬੰਦਾ ਕਿਵੇਂ ਬੰਦਾ ਤੁਰਦਾ ਕਿਵੇਂ ਆ ਦੇਖ ਬੰਦਾ ਜੇ ਫ੍ਰਿਕਸ਼ਨ ਦਾ ਫੋਰਸ ਲੈਂਦਾ ਇੱਥੋਂ ਲੈਂਦਾ ਨਾ ਆਪਣੇ ਪੈਰ ਨੂੰ ਥੋੜਾ ਜਿਹਾ ਪਿੱਛੇ ਨੂੰ ਟੈਂਡੈਂਸੀ ਕਰਦਾ ਹੈ ਆਪਣੀ ਮਤਲਬ ਪਿੱਛੇ ਨੂੰ ਰਗੜਨ ਦੀ ਕੋਸ਼ਿਸ਼ ਕਰਦਾ ਹੈ ਪਿੱਛੇ ਨੂੰ ਉਹਦੇ ਕਰਕੇ ਉਹ ਲੈਂਦਾ ਨਾ ਇੱਥੋਂ ਫੋਰਸ ਫ੍ਰਿਕਸ਼ਨ ਦਾ ਯਸ ਸਰ ਪਰ ਇਹਦਾ ਆਹ ਵਾਲਾ ਪੈਰ ਇੱਥੇ ਰੈਸਟ ਤੇ ਜੰਮਿਆ ਰਹਿੰਦਾ ਵਾ ਜਦੋਂ ਤੱਕ ਇਹ ਫ੍ਰਿਕਸ਼ਨ ਲੱਗ ਰਿਹਾ ਉਹ ਆਹ ਵਾਲਾ ਪੈਰ ਚੱਕ ਕੇ ਆਹ ਵਾਲਾ ਪੈਰ ਹਵਾ ਵਿੱਚ ਲੈ ਜਾਂਦਾ ਵਾ ਤੇ ਹਵਾ 'ਚ ਚੱਕ ਕੇ ਇੱਥੇ ਰੱਖਦਾ ਹੈ ਤੇ ਆਹ ਸਿਚੁਏਸ਼ਨ ਬਣਦੀ ਹੈ ਕਿ ਨਹੀਂ ਯਸ ਸਰ ਤੇ ਜਦੋਂ ਆਹ ਸਿਚੁਏਸ਼ਨ ਬਣਦੀ ਹੈ ਤਾਂ ਇਹ ਇੱਥੋਂ ਵੀ ਇਸ ਪੈਰ ਨੂੰ ਫਿਰ ਚੱਕਦਾ ਹੈ ਇੱਥੋਂ ਹਨਾ ਅਗਲੇ ਸਟੈਪ 'ਚ ਯਸ ਸਰ ਇਹਨੂੰ ਚੱਕ ਕੇ ਫੇਰ ਇੱਥੇ ਰੱਖਦਾ ਆ ਹਨਾ ਫੇਰ ਆ ਸਿਚੁਏਸ਼ਨ ਬਣਦੀ ਹੈ ਤਾਂ ਇਸ ਦੌਰਾਨ ਆ ਜਿਹੜਾ ਫ੍ਰਿਕਸ਼ਨ ਹੈ ਫ੍ਰਿਕਸ਼ਨ ਦਾ ਜਿਹੜਾ ਜਦੋਂ ਤੱਕ ਫ੍ਰਿਕਸ਼ਨ ਲੱਗ ਰਿਹਾ
ਆ ਪੈਰ ਤਾਂ ਅੱਗੇ ਹਿੱਲੇ ਹੀ ਨਹੀਂ ਨਾ ਉਹਦੀ ਫ੍ਰਿਕਸ਼ਨ ਕਰਕੇ, ਇਹ ਤਾਂ ਹਵਾ 'ਚ ਜਾ ਕੇ ਆਉਂਦਾ, ਜਿਵੇਂ ਨਾਰਮਲ ਰਿਐਕਸ਼ਨ ਦੀ ਗੱਲ ਕਰ ਰਹੇ ਸੀ ਆਪਾਂ। ਫ੍ਰਿਕਸ਼ਨ ਦੇ ਕਰਕੇ ਵਰਕ ਡਨ ਜ਼ੀਰੋ ਆਏਗਾ ਨਾ ਇੱਥੇ। ਫ੍ਰਿਕਸ਼ਨ ਨੇ ਪੁਆਇੰਟ ਆਫ ਜਿੱਥੇ ਜਿਹੜੇ ਪੁਆਇੰਟ ਤੇ ਪੈਰ ਤੇ ਲੱਗ ਰਿਹਾ ਸੀ ਉਹ ਤਾਂ ਮੂਵ ਹੀ ਨਹੀਂ ਕੀਤਾ, ਉਹ ਤਾਂ ਮਸਕੂਲਰ ਫੋਰਸ ਕਰਕੇ ਆਪਾਂ ਉਹਨੂੰ ਚੱਕ ਕੇ ਪੈਰ ਬਣਾ ਕੇ ਰੱਖਿਆ ਵਾ ਬੰਦੇ ਨੇ। यस सर। ਤੇ ਉਸ ਦੌਰਾਨ ਜੇ ਉਹ ਰਗੜ ਕੇ ਪੈਰ ਲੈ ਕੇ ਆਵੇ ਅੱਗੇ, ਰਗੜਦਾ ਲਿਆ ਫੇਰ ਆਊਗਾ सर मतलब ये तो आइडियल सिचुएशन च ही होगा। ਉਹਨੇ ਉਹੀ ਰਗੜ ਕੇ ਤਾਂ ਕੌਣ ਲੈ ਕੇ ਆਊਗਾ, ਉਹ ਤਾਂ ਆਪਾਂ ਬਾਕਸ ਦੀ ਗੱਲ ਕਰਦੇ ਹਾਂ ਆਬਜੈਕਟ ਦੀ। यस सर। ਬੇਸਿਕ ਗੱਲ ਇਹੀ ਹੈ ਕਿ ਜਿਹੜਾ ਵਰਕ ਡਨ ਹੈ, ਮੈਂ ਇੱਥੇ ਸਮਝਾਉਣ ਦੀ ਇਹ ਕੋਸ਼ਿਸ਼ ਕਰ ਰਿਹਾ ਸੀ ਤੁਹਾਨੂੰ ਕਿ ਵਰਕ ਡਨ ਤਾਂ ਹੀ ਕੈਲਕੂਲੇਟ ਹੋਊਗਾ ਜੇ ਉਹ ਫੋਰਸ ਉਸ ਪੂਰੀ ਡਿਸਪਲੇਸਮੈਂਟ ਦੇ ਦੌਰਾਨ ਲੱਗਦਾ ਰਹੇ, ਨਾ ਕਿ ਉਹ ਫੋਰਸ ਇੱਕ ਪੁਸ਼ ਕਰ ਦੇਵੇ ਤੇ ਉਸ ਤੋਂ ਬਾਅਦ ਫਿਰ ਵਰਕ ਡਨ ਉਸ ਫੋਰਸ ਦਾ ਨਹੀਂ ਗਿਣਿਆ ਜਾਊਗਾ। ਠੀਕ ਹੈ। ओके सर। ਹੁਣ ਆਪਾਂ ਵਰਕ એનર્ਜੀ ਥਿਊਰਮ ਕਰਾਂਗੇ, ਥੋੜਾ ਜਿਹਾ ਹੋਰ ਇੰਟਰਨਲ ਫੋਰਸਿਸ ਦੇ ਵਰਕ ਡਨ ਕਰਾਂਗੇ, ਬਹੁਤ ਡਿਟੇਲਿੰਗ 'ਚ ਵਰਕ ਨੂੰ ਆਪਾਂ ਕੱਲ ਹੋਰ ਡਿਟੇਲਿੰਗ 'ਚ ਸਮਝਾਂਗੇ। ਉਹਦੇ ਨਾਲ ਕੀ ਆਪਣਾ ਕਾਫੀ ਹੱਦ ਤੱਕ ਥੋੜਾ ਨੋਸ਼ਨ ਚੈਪਟਰ ਦਾ ਕਲੀਅਰ ਹੋ ਜਾਏਗਾ ਕਿ ਚੈਪਟਰ 'ਚ ਆਪਾਂ ਲੈ ਕੇ ਕੀ ਜਾ ਰਹੇ ਹਾਂ। ਇਸ ਲਈ ਕੱਲ ਦਾ ਲੈਕਚਰ, ਅੱਜ ਦਾ ਲੈਕਚਰ ਜਿਨ੍ਹਾਂ ਨੇ ਨਹੀਂ ਲਗਾਇਆ, ਬਹੁਤ ਜ਼ਰੂਰੀ ਹੈ ਕਿ ਉਹ ਅੱਜ ਹੀ ਸੁਣ ਲੈਣ। ਉਹਨਾਂ ਨੂੰ ਕਹਿ ਦਿਓ ਜਿਨ੍ਹਾਂ ਦੀ ਨੈਟਵਰਕ ਪ੍ਰੋਬਲਮ ਰਹੀ, ਤੇ ਜਿਨ੍ਹਾਂ ਨੇ ਆਪਣੇ ਦੋਸਤਾਂ ਵਗੈਰਾ ਨੂੰ, ਜਿਨ੍ਹਾਂ ਨੂੰ ਤੁਹਾਨੂੰ ਜਾਣਦੇ ਹੋ, ਜੇ ਕੋਈ ਨਹੀਂ ਅੱਜ ਐਬਸੈਂਟ ਹੈਗਾ, ਤੇ ਜੇ ਅੱਜ ਦਾ ਨਹੀਂ ਲਾਇਆ ਤਾਂ ਕੱਲ ਸਮਝ ਨਹੀਂ ਆਉਣਾ, ਕੱਲ ਦਾ ਨਹੀਂ ਲਾਇਆ ਤਾਂ ਇਹ ਪੂਰਾ ਯੂਨਿਟ ਕਦੀ ਸਮਝ ਹੀ ਨਹੀਂ ਆਉਣਾ, ਤੇ ਜੇ ਅੱਜ ਦਾ ਵੀ ਲਗਾ ਲਿਆ ਚੰਗੀ ਤਰ੍ਹਾਂ ਤੇ ਕੱਲ ਦਾ ਵੀ ਲਗਾ ਲਿਆ, ਫਿਰ ਇਸ ਯੂਨਿਟ 'ਚ ਕੋਈ ਪ੍ਰੋਬਲਮ ਕਦੀ ਨਹੀਂ ਆਉਣੀ। ਸੋ ਅਗਲੇ ਹਫਤੇ 'ਚ ਇਹ ਯੂਨਿਟ ਮੈਂ ਤੁਹਾਡਾ ਖਤਮ ਕਰਨ ਦੀ ਕੋਸ਼ਿਸ਼ ਕਰ ਸਕਦਾ ਵਾਂ 3-4 ਲੈਕਚਰਸ ਦੇ ਵਿੱਚ, ਤੇ ਤੁਹਾਡੀ ਪ੍ਰੋਬਲਮਸ, ਡਾਊਟਸ ਤੇ ਤੁਹਾਨੂੰ ਉਹ ਲੈ ਕੇ ਕੋਸ਼ਿਸ਼ ਕਰਦਾ ਮੈਂ ਅੱਜ ਹੀ ਆਪਾਂ ਲਾਈਟ ਦੀਆਂ ਤੁਹਾਨੂੰ ਭੇਜ ਦਈਏ ਅਸਾਈਨਮੈਂਟ, ਤਾਂ ਕਿ ਤੁਸੀਂ ਉਹ ਵੀ ਦੇਖ ਸਕੋ। ਤੇ ਬਾਕੀ ਜਿਹੜੀ ਉਸ ਤੋਂ ਇਲਾਵਾ ਐਚਸੀ ਵਰਮਾ ਹੈਗੀ ਆ, ਉਹ ਤਾਂ ਤੁਸੀਂ ਕਰਨੀ ਹੀ ਆ। ਤੇ ਮੈਂ ਮੈਡੀਕਲ ਵਾਲਿਆਂ ਨੂੰ ਕਿਹਾ ਵੀ ਹੋਇਆ ਸੀ ਤੁਸੀਂ NCERT 'ਚੋਂ ਪੂਰਾ ਪੜ੍ਹੋ ਚੰਗੀ ਤਰ੍ਹਾਂ ਸਾਰਾ ਚੈਪਟਰ ਵਰਕ ਪਰ ਐਨਰਜੀ ਦਾ, ਤੇ ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਤੇ ਨਾਨ ਮੈਡੀਕਲ ਵਾਲੇ ਜਿਹੜੇ ਹੈਗੇ ਨੇ ਤੁਸੀਂ HC ਵਰਮਾ 'ਚੋਂ ਬਹੁਤ ਚੰਗੀ ਤਰ੍ਹਾਂ ਕਰੋ। ਮੈਡੀਕਲ ਵਾਲੇ ਵੀ ਕਰਨ ਤਾਂ ਬੜਾ ਵਧੀਆ ਵਾ, ਕਿਉਂਕਿ ਉਹ ਕੰਪੀਟੀਸ਼ਨ ਲੈਵਲ ਦਾ ਮੈਂ ਕੰਮ ਤਾਂ ਉੱਥੋਂ ਹੀ ਕਰਾ ਰਿਹਾ, ਕਿਉਂਕਿ ਮੈਂ ਤੁਹਾਡੇ ਸੋਚ ਨਹੀਂ ਰਿਹਾ CBSE ਬੋਰਡ ਐਗਜ਼ਾਮ ਬਾਰੇ, ਉਹਦਾ ਤੁਹਾਡਾ ਹੋ ਹੀ ਜਾਣਾ ਹੈ। ਠੀਕ ਹੈ, ਉਹਦੇ ਬਾਰੇ ਤਾਂ ਮੈਂ ਐਂਡ ਦੇ ਦਿਨਾਂ 'ਚ ਵੀ ਤੁਹਾਨੂੰ ਮੇਨ ਗੱਲਾਂ ਦੱਸ ਦੂੰਗਾ, ਤਾਂ ਵੀ ਹੋ ਜਾਣਾ ਕਿ ਚਲੋ ਆਹ ਕਰ ਲਓ ਉਹ ਕਰ ਲਓ। ਪਰ ਤੁਸੀਂ ਸਾਰਾ ਸੀਕੁਐਂਸ ਇਹ ਬਣਾਓ, ਨੋਟਸ ਤੁਹਾਡੇ ਹੁਣ ਆ ਹੋਣੇ ਚਾਹੀਦੇ ਜਿਹੜੇ ਹੁਣ ਮੈਂ ਕਰਵਾ ਰਿਹਾ ਵਾਂ ਸਾਰੇ ਯੂਨਿਟਸ ਦੇ ਪ੍ਰੀਪੇਅਰਡ। ਕਾਈਨੇਮੈਟਿਕਸ ਦੇ ਤੇ ਫੋਰਸ ਐਂਡ ਫ੍ਰਿਕਸ਼ਨ ਦੇ ਐਕਸਟਰਾ ਟੌਪਿਕਸ, ਐਕਸਟਰਾ ਕੰਮ ਮੈਂ ਹੁਣੇ ਕਰਵਾਣੇ ਨੇ, ਉਹਦੇ ਨੋਟਸ ਤੁਸੀਂ ਅਲੱਗ-ਅਲੱਗ ਬਣਾਓਗੇ ਸਾਰੇ, ਜਿਵੇਂ ਮੈਂ ਪਹਿਲਾਂ ਦੱਸਿਆ ਸੀ। ਸੋ ਕੱਲ ਆਪਾਂ ਮਿਲਦੇ ਹਾਂ ਸੇਮ ਟਾਈਮ ਤੇ 9:30 ਵਜੇ ਤੋਂ 11 ਵਜੇ ਤੱਕ। ਥੈਂਕ ਯੂ। थैंक यू सर। Thank you, sir. Thank you.